हेलो एवरीवन, सत श्री अकाल सारिਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ। ਅੱਜ ਆਪਾਂ ਪੜ੍ਹਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 10ਵੀਂ ਕਲਾਸ ਦੀ ਸੋਸ਼ਲ ਸਟੱਡੀਜ਼ ਦੀ ਕਿਤਾਬ ਤੇ ਉਹਦਾ ਇਕਨੋਮਿਕਸ ਦਾ ਸੈਕਸ਼ਨ। ਉਹਦੇ ਵਿੱਚ ਅੱਜ ਆਪਾਂ ਪੜਾਂਗੇ ਉਹਦਾ ਸੈਕੰਡ ਚੈਪਟਰ। ਪਹਿਲੇ ਚੈਪਟਰ ਦੀ ਮੈਂ ਆਲਰੇਡੀ ਵੀਡੀਓ ਅਪਲੋਡ ਕੀਤੀ ਹੋਈ ਹੈ ਜਿਹਦਾ ਨਾਮ ਹੈਗਾ ਡਿਵੈਲਪਮੈਂਟ ਐਂਡ ਇਟਸ ਮੈਜਰਮੈਂਟਸ। ਕਹਿਣ ਦਾ ਮਤਲਬ ਵੀ ਜਿਹੜਾ ਆਪਾਂ ਵਿਕਾਸ ਕਰ ਰਹੇ ਹਾਂ, ਜੋ ਵਿਕਾਸ ਹੋ ਰਿਹਾ ਹੈ ਉਸ ਦਾ ਮਾਪ ਕਿਵੇਂ ਕਰੀਦਾ ਤੇ ਡਿਵੈਲਪਮੈਂਟ ਜਾਂ ਵਿਕਾਸ ਦਾ ਮਤਲਬ ਕੀ ਹੁੰਦਾ ਉਹਦੇ ਬਾਰੇ ਆਪਾਂ ਪੜਾਂਗੇ। देखो ਹੁਣ मैं ਤੁਹਾਨੂੰ ਸਭ ਤੋਂ ਪਹਿਲਾਂ ਦੋ ਮਤਲਬ ਦੱਸਣਾ ਚਾਹੁੰਦੀ ਹਾਂ। ਇੱਕ ਹੁੰਦਾ ਗਰੋਥ, ਠੀਕ ਹੈ, ਵਧਣਾ, ਤੇ ਇੱਕ ਮਤਲਬ ਹੁੰਦਾ ਡਿਵੈਲਪਮੈਂਟ। ਠੀਕ ਹੈ, ਜੋ ਆਪਾਂ ਇਸ ਚੈਪਟਰ ਦੇ ਵਿੱਚ ਪੜ ਰਹੇ ਹਾਂ ਵੀ ਡਿਵੈਲਪਮੈਂਟ ਕੀ ਹੈਗੀ ਆ ਉਹਦੇ ਬਾਰੇ ਆਪਾਂ ਪੜ ਰਹੇ ਹਾਂ। ਇੱਕ ਸਿੰਪਲ ਐਗਜ਼ਾਮਪਲ ਲੈ ਕੇ ਤੁਹਾਨੂੰ ਦੱਸਦੀ ਹਾਂ। ਮੰਨ ਲਓ ਇਹ ਬੱਚਾ ਹੈਗਾ, ਠੀਕ ਹੈ, ਇਹਦੀ ਜਿਹੜੀ ਹਾਈਟ ਹੈ ਮੰਨ ਲਓ 160 ਸੈਂਟੀਮੀਟਰ ਸੀ। ਗਰੋਥ ਦੀ ਜੇ ਗੱਲ ਕੀਤੀ ਜਾਏ ਤਾਂ ਉਹਦੇ ਵਿੱਚ ਇਹਦੀ ਹਾਈਟ ਜਿਹੜੀ ਹੈ ਥੋੜੀ ਦੇਰ ਬਾਅਦ ਦੇਖੀ ਗਈ 165 ਸੈਂਟੀਮੀਟਰ ਹੋ ਗਈ। ਗਰੋਥ ਹੋ ਗਿਆ, ਵੱਡਾ ਹੋ ਗਿਆ ਇਹ। ਜਾਂ ਪਹਿਲੇ ਨੰਬਰ 140 ਆ 150 ਤੋਂ, ਫਿਰ ਉਸ ਤੋਂ ਬਾਅਦ ਇਹਦੇ ਜਿਹੜੇ ਨੰਬਰ ਹੈਗੇ ਨੇ 145 ਆ ਗਏ 150 ਤੋਂ, ਇੱਥੇ ਗਰੋਥ ਹੋ ਰਹੀ ਹੈ। ਹੁਣ ਡਿਵੈਲਪਮੈਂਟ ਤੇ ਗਰੋਥ ਦੇ ਵਿੱਚ ਇਹ ਫਰਕ ਹੈ। ਡਿਵੈਲਪਮੈਂਟ ਜਿਵੇਂ ਆਪਾਂ ਹਾਈਟ ਮਾਪੀ ਹੈ ਇਹਦੇ ਵਿੱਚ ਆਪਾਂ ਇਹ ਕਹਿ ਸਕਦੇ ਹਾਂ ਡਿਵੈਲਪਮੈਂਟ ਇਸ ਬੱਚੇ ਦੀ ਤਾਂ ਹੋਈ ਜੇ ਇਹਦੀ ਜਿਹੜੀ ਹੈਲਥ ਹੈਗੀ ਆ ਉਹ ਵੀ ਵਧੀਆ ਹੈਗੀ ਆ, ਇਹਦੇ ਮਾਰਕਸ ਵੀ ਵਧੀਆ ਆ ਰਹੇ ਨੇ, ਠੀਕ ਹੈ, ਇਹਦੇ ਕੋਲ ਗੇम्स भी हैगी ਜਿਹੜੀ ਇਹ ਖੇਲ ਰਿਹਾ, मतलब ओवरऑल ਜਿਹੜੀ मतलब ਇੱਕ ਸਕੋਪ ਹੈਗਾ ओवरऑल ਜਿਹਨੂੰ ਆਪਾਂ ਨਾਪ ਸਕਦੇ ਆ ਉਹਨੂੰ ਆਪਾਂ ਡਿਵੈਲਪਮੈਂਟ ਕਹਿੰਦੇ ਆ। ਠੀਕ ਹੈ, ਸਮਝ ਕੇ ਜੇ ਦੇਸ਼ ਦੀ ਗੱਲ ਕੀਤੀ ਜਾਏ, ਮੈਂ ਪਹਿਲੇ ਚੈਪਟਰ ਦੇ ਵਿੱਚ ਦੱਸਿਆ ਸੀ ਵੀ ਗਰੋਥ ਦੇਖਣ ਲਈ ਆਪਾਂ ਜੀਡੀਪੀ ਲੈਂਦੇ ਆ, ਠੀਕ ਹੈ, ਗ੍ਰੋਸ ਡੋਮੈਸਟਿਕ ਪ੍ਰੋਡਕਟ ਕਾਊਂਟ ਕਰੀਦਾ। ਪਰ ਜੇ ਆਪਾਂ ਡਿਵੈਲਪਮੈਂਟ ਦੀ ਗੱਲ ਕਰੀਏ ਤੇ ਡਿਵੈਲਪਮੈਂਟ ਕਿਹਦੇ ਵਿੱਚ ਹੋਏਗੀ? ਇਕਨੋਮਿਕ, ਪੈਸੇ ਨੂੰ ਲੈ ਕੇ ਡਿਵੈਲਪਮੈਂਟ ਹੋ ਰਹੀ ਹੈ, ਸਾਰਿਆਂ ਕੋਲ ਪੈਸਾ ਆ ਰਿਹਾ, ਸੋਸ਼ਲ ਡਿਵੈਲਪਮੈਂਟ ਆ ਰਹੀ ਹੈ, ਸੋਸਾਇਟੀ ਦੇ ਵਿੱਚ ਹੈਲਥ ਕੇਅਰ ਜਾਂ ਆਪਾਂ ਕਹਿ ਸਕਦੇ ਹਾਂ ਕਿਸੇ ਤਰੀਕੇ ਦੇ ਨਾਲ ਐਜੂਕੇਸ਼ਨ ਦੇ ਉੱਤੇ ਧਿਆਨ ਦਿੱਤਾ ਜਾ ਰਿਹਾ ਹੈ, ਉਹਨਾਂ ਦੀ ਲਾਈਫ ਦੀ ਕੁਆਲਿਟੀ ਇੰਪਰੂਵ ਹੋ ਰਹੀ ਹੈ, ਹਿਊਮਨ ਦੀ ਡਿਵੈਲਪਮੈਂਟ ਹੋ ਰਹੀ ਹੈ। ਹਿਊਮਨ ਡਿਵੈਲਪਮੈਂਟ ਦਾ ਮਤਲਬ ਕੀ ਹੋ ਗਿਆ? ਇਹਦੇ ਵਿੱਚ ਆਪਾਂ ਇਹ ਕਹਿ ਸਕਦੇ ਹਾਂ ਵੀ ਐਜੂਕੇਸ਼ਨ, ਜੌਬ ਓਪਰਚੁਨਿਟੀਜ਼ ਮਿਲ ਰਹੀ ਹੈ ਜਾਂ ਨਹੀਂ। ਤੇ ਨਾਲ ਦੀ ਨਾਲ ਇਹਦੇ ਵਿੱਚ ਇੱਕ ਹੋਰ ਕਨਸੈਪਟ ਆ ਜਾਂਦਾ ਜਿਹਨੂੰ ਆਪਾਂ ਕਹਿੰਦੇ ਆ ਸਸਟੇਨੇਬਲ ਡਿਵੈਲਪਮੈਂਟ, ਜੋ ਆਪਾਂ ਪੜਾਂਗੇ ਇਸ ਚੈਪਟਰ ਦੇ ਵਿੱਚ ਵੀ ਜਦ ਤੁਸੀਂ ਤਰੱਕੀ ਕਰ ਰਹੇ ਹੋ ਨਾਲ ਦੀ ਨਾਲ ਤੁਸੀਂ ਜਿਹੜੇ ਰਿਸੋਰਸਸ ਨੇ, ਜਿਹੜੇ ਸਾਧਨ ਨੇ, ਉਹਨਾਂ ਨੂੰ ਬੁਰੇ ਤਰੀਕੇ ਦੇ ਨਾਲ ਤਾਂ ਨਹੀਂ ਯੂਜ਼ ਕਰ ਰਹੇ, ਆਉਣ ਵਾਲੀ ਪੀੜ੍ਹੀਆਂ ਲਈ ਛੱਡ ਰਹੇ ਹੋ ਜਾਂ ਨਹੀਂ ਛੱਡ ਰਹੇ। ਤੇ ਸਿਰਫ ਜੇ ਨੰਬਰ ਦੇ ਵਿੱਚ ਇਨਕਰੀਜ਼ ਹੋ ਰਿਹਾ ਉਹਨੂੰ ਆਪਾਂ ਗਰੋਥ ਕਹਿੰਦੇ ਆ। ਜੇ ਓਵਰਆਲ ਆਪਾਂ ਲੈਂਦੇ ਆ, ਇੱਕ ਕੁਆਲਿਟੀ ਆਫ ਲਾਈਫ ਦਾ ਧਿਆਨ ਰੱਖਦੇ ਆ, ਓਪਰਚੁਨਿਟੀਜ਼ ਦਾ ਧਿਆਨ ਰੱਖਦੇ ਆ ਵੀ ਮੌਕੇ ਮਿਲ ਰਹੇ ਨੇ ਲੋਕਾਂ ਨੂੰ ਜਾਂ ਨਹੀਂ ਮਿਲ ਰਹੇ, ਉਹਨੂੰ ਆਪਾਂ ਕੀ ਕਹਿੰਦੇ ਆ? ਡਿਵੈਲਪਮੈਂਟ ਦੇ ਵਿੱਚ ਕਾਊਂਟ ਕਰੀਦਾ। ਠੀਕ ਹੈ, ਹੁਣ ਇੱਥੇ ਸਾਨੂੰ ਕੁਝ ਕਨਸੈਪਟ ਦੱਸਿਆ ਹੋਇਆ, ਇੰਟਰੋਡਕਸ਼ਨ ਦੇ ਵਿੱਚ ਇਹ ਦੱਸਿਆ ਹੋਇਆ ਵੀ ਬੱਚਿਓ ਜਿਵੇਂ ਕਿ ਅਸੀਂ ਜਾਣਦੇ ਆ ਸਾਰੇ ਦੇ ਸਾਰੇ ਵੀ ਕੁਦਰਤ ਦਾ ਇੱਕ ਨਿਯਮ ਹੈਗਾ, ਠੀਕ ਹੈ, ਜੋ ਕਿ ਇਹ ਹੈਗਾ ਦ ਲਾਅ ਆਫ that ਚੇਂਜ ਜਿਹੜੀ ਹੈਗੀ ਆ ਉਹ ਕੁਦਰਤ ਦਾ ਨਿਯਮ ਹੈ, ਬਦਲਾਵ ਆਣਾ ਹੀ ਆਣਾ, ਠੀਕ ਹੈ। ਸਾਰੇ ਹਰ ਕੋਈ ਜਾਣਦਾ ਵੀ ਚੇਂਜ ਜਿਹੜੀ ਆਪਣੀ ਜ਼ਿੰਦਗੀ ਦੇ ਵਿੱਚ ਆਉਂਦੀ ਹੈ ਆਪਾਂ ਹਮੇਸ਼ਾ ਬੈਟਰ ਹੁੰਦੇ ਆ, ਪਹਿਲੇ ਤੋਂ ਇੰਪਰੂਵ ਕਰਦੇ ਆ, ਉਹਨੂੰ ਆਪਾਂ ਕਹਿੰਦੇ ਆ ਆਪਾਂ ਡਿਵੈਲਪ ਕਰ ਰਹੇ ਆ ਆਪਣੇ ਆਪ ਨੂੰ। ਕੁਦਰਤ ਦਾ ਤਾਂ ਨਿਯਮ ਹੈ ਨਾ ਬਦਲਣਾ, ਚੇਂਜ ਹੋਣਾ। ਆਪਣੀ ਜਿਹੜੀ ਡਿਵੈਲਪਮੈਂਟ ਹੈਗੀ ਹੈ, ਕਿਉਂਕਿ ਹੁਣ ਤੁਹਾਨੂੰ ਡਿਵੈਲਪਮੈਂਟ ਵਿਕਾਸ ਦਾ ਮਤਲਬ ਪਤਾ ਲੱਗ ਗਿਆ ਹੈ, ਉਹ ਕਿਹਦੇ ਤੇ ਡਿਪੈਂਡ ਕਰਦੀ ਹੈ ਕਿ ਮੈਂ ਕਹਿ ਸਕਦੀ ਹਾਂ ਆਪਣੀਆਂ ਜਿਹੜੀਆਂ ਜ਼ਰੂਰਤਾਂ ਨੇ ਜ਼ਿੰਦਗੀ ਦੀਆਂ ਉਹ ਪੂਰੀਆਂ ਹੋ ਰਹੀਆਂ, ਉਹ ਡਿਵੈਲਪਮੈਂਟ ਹੈ। ਸਿਰਫ ਨੰਬਰ ਦਾ ਵਧਣਾ ਨਹੀਂ, मतलब अपनी पूरी जरूरतां हो रही है, हेल्थ केयर, जॉब अपॉर्चुनिटी मिल रही है, पढ़ाई का मौका मिल रहा है। ते जे आपां अपने आले दुआले देखिए ते आपां देखांगे कि साडी सारियां दियां जिंदगी दे विच कुछ ना कुछ लोड़ां हुंदियां जो आपां चाहते हैं भी आपां नूं ये मिलना चाहिए, ठीक है, वो जिंदगी आपां जीना चाहते हैं। फॉर एग्जाम्पल जिहड़ा रिक्शा चलाना है, ठीक है, जो एक झोपड़ी दे विच रहिंदा है बेचारा, जो ड्राइव करता है, चलांदा है एक रिक्शा, वो भी रेंट ते लेता होया, ओदी इच्छा की होएगी, डिजायर की होएगी भी एक रिक्शा अपना होए, है ना। हर किसी दी अपनी बंदे दी अलग अलग इच्छा होएगी, छोटी जी प्लेस होए, थां होए जिथे वो शांति नाल रह सके। उवें ही एक लेबरर जिन्हों आपां कह सकते हैं भी एक बंदा जो मजदूर हैगा जिहदे कोल जमीन ही नहीं है, ਉਹਦੀ ਕੀ ਇੱਛਾ ਹੋਏਗੀ ਵੀ ਉਹਨੂੰ ਕੰਮ ਕਰਨ ਦੇ ਹੋਰ ਦਿਨ ਮਿਲਣ ਜਿਹਦੇ ਨਾਲ ਉਹ ਜ਼ਿਆਦਾ ਪੈਸਾ ਕਮਾ ਸਕੇ, ਉਹਦੀ ਜਿਹੜੀ ਨੌਕਰੀ ਹੈ ਉਹਨੂੰ ਜ਼ਿਆਦਾ ਵੇਜਸ ਮਿਲਣ, ਉਹਦੇ ਵਿੱਚ ਸੈਲਰੀ ਜ਼ਿਆਦਾ ਮਿਲੇ, ਜਿਹਦੇ ਨਾਲ ਉਹ ਆਪਣੇ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਪ੍ਰੋਵਾਈਡ ਕਰ ਸਕੇ, ਸਿੱਖਿਆ ਦੇ ਸਕੇ, ਠੀਕ ਹੈ ਨਾ। ਇਹ ਉਹਦੀ ਇੱਛਾ ਹੋਏਗੀ। ਕਿਸਾਨ ਜਿਹੜਾ ਪੰਜਾਬ ਦਾ ਉਹ ਕੀ ਚਾਹੁੰਦਾ ਹੈ? ਸਰਕਾਰ ਤੋਂ ਵੀ ਉਹਦੀ ਫਸਲਾਂ ਦੀ ਵਧੀਆ ਕੀਮਤ ਮਿਲੇ ਉਹਨੂੰ ਸਰਕਾਰ ਤੋਂ, ਤਾਂ ਕਿ ਹੋਰ ਉਹਦੀ ਇਨਕਮ ਹੋਏ ਜਿਹਦੇ ਨਾਲ ਉਹ ਆਪਣੇ ਬੱਚਿਆਂ ਨੂੰ ਸੈਟਲ ਕਰ ਸਕੇ, ਬੇਸ਼ੱਕ ਇੰਡੀਆ ਦੇ ਵਿੱਚ ਜਾਂ ਬਾਹਰ ਸੈਟਲ ਕਰ ਸਕੇ। ਅਰਬਨ ਸ਼ਹਿਰ ਦਾ ਜਿਹੜਾ ਐਡੂਕੇਟਿਡ, ਪੜ੍ਹਿਆ ਲਿਖਿਆ ਪਰ ਨੌਕਰੀ ਤੋਂ ਬਿਨਾਂ ਅਨਇੰਪਲੋਇਡ ਜਿਹੜਾ ਯੁਵਕ ਹੈਗਾ ਉਹ ਕੀ ਚਾਹੁੰਦਾ? ਮੈਨੂੰ ਵਧੀਆ ਜੌਬ ਮਿਲ ਜਾਏ ਜਿਹਦੇ ਨਾਲ ਚੰਗੀ ਮੇਰੀ ਜੀਵਨ ਜਿਹੜਾ ਹੈਗਾ
ਉਹ ਵਧੀਆ ਤਰੀਕੇ ਦੇ ਨਾਲ ਚੱਲ ਸਕੇ। ਨੌਜਵਾਨ ਇਹੀ ਚਾਹੁੰਦਾ ਨਾ ਆਪਣੀ ਰੋਜ਼ੀ ਰੋਟੀ ਚ ਕਮਾਉਣ ਦੇ ਲਈ ਚੰਗੀ ਨੌਕਰੀ ਲੱਭਣ ਦੀ ਇੱਛਾ ਰੱਖਦਾ। ਉਵੇਂ ਹੀ ਜੇ ਆਪਾਂ ਗੱਲ ਕਰੀਏ ਇੱਕ ਪੇਂਡੂ ਪਰਿਵਾਰ ਦੀ ਕੁੜੀ ਆਪਣੀ ਪੜ੍ਹਾਈ ਨੂੰ ਅੱਗੇ ਵਧਾਉਣਾ ਚਾਹੁੰਦੀ ਹੈ, ਠੀਕ ਹੈ, ਆਪਣੇ ਭਰਾ ਵਾਂਗ ਹੀ ਉਹ ਵੀ ਇੱਕ ਤਰੀਕੇ ਦੀ ਫ੍ਰੀडम ਚਾਹੁੰਦੀ ਹੈ ਵੀ ਜੋ ਉਹਦੇ ਭਰਾ ਨੂੰ ਆਜ਼ਾਦੀ ਮਿਲਦੀ ਹੈ ਉਹਨੂੰ ਵੀ ਮਿਲੇ। ਇਦਾਂ ਹੀ ਆਪਾਂ ਸੋਚ ਸਕਦੇ ਹਾਂ ਤੇ ਦੇਖ ਵੀ ਸਕਦੇ ਹਾਂ। ਬਹੁਤ ਸਾਰੇ ਆਈਡੀਆ ਸਾਡੇ ਦਿਮਾਗ ਦੇ ਵਿੱਚ ਵਿਚਾਰ ਆਏ ਨੇ ਕਿ ਇੱਕ ਕੰਟਰੀ ਦੀ ਜੇ ਗੱਲ ਕੀਤੀ ਜਾਏ, ਕੰਟਰੀ ਲਈ ਡਿਵੈਲਪਮੈਂਟ ਕੀ ਹੋਏਗਾ। ਕੰਟਰੀ ਲਈ ਤਾਂ ਇਹੀ ਹੋਏਗਾ ਨਾ ਡਿਵੈਲਪਮੈਂਟ ਵੀ ਹੁਣ ਜਿੱਥੇ ਦੇਸ਼ ਖੜਾ ਉਹ ਤੋਂ ਬਿਹਤਰ ਹੋ ਜੇ ਆਉਣ ਵਾਲੇ ਸਾਲਾਂ ਦੇ ਵਿੱਚ। ਤਾਂ ਡਿਵੈਲਪਮੈਂਟ ਜਿਹੜਾ ਹੈਗਾ, ਜੇ ਆਪਾਂ ਗੱਲ ਕਰੀਏ ਡਿਵੈਲਪਮੈਂਟ ਦੀ ਜਾਂ ਆਪਾਂ ਵਿਕਾਸ ਦੀ ਗੱਲ ਕਰੀਏ, ਤਾਂ ਆਪਾਂ ਕੁਝ ਸਵਾਲਾਂ ਦੇ ਜਵਾਬ ਹਮੇਸ਼ਾ ਲੱਭਦੇ ਆ ਨਾ। ਕੁਝ ਸਵਾਲ ਸਾਡੇ ਦਿਮਾਗ ਦੇ ਵਿੱਚ ਆਉਂਦੇ ਆ ਤੇ ਆਪਾਂ ਤਰੀਕੇ ਲੱਭਦੇ ਆ ਜਿਹਦੇ ਵਿੱਚ ਆਪਾਂ ਉਹ ਜਿਹੜੇ ਸਵਾਲ ਹੈਗੇ ਨੇ ਉਹਨਾਂ ਨੂੰ ਹਾਸਲ ਵੀ ਕਰ ਸਕੀਏ, ਉਹਨਾਂ ਦਾ ਜਵਾਬ ਵੀ ਦੇ ਸਕੀਏ। ਹੁਣ ਇੱਥੇ ਹੈਗਾ ਡਿਫਰੈਂਟ ਡਿਵੈਲਪਮੈਂਟ ਦੇ ਗੋਲ ਜਿਹੜੇ ਨੇ ਉਹ ਅਲੱਗ-ਅਲੱਗ ਹੁੰਦੇ ਨੇ। ਜਿਵੇਂ ਆਪਾਂ ਪੜਿਆ ਹਰ ਕਿਸੇ ਲਈ ਡਿਵੈਲਪਮੈਂਟ ਦਾ ਗੋਲ, ਇੱਛਾ ਜਿਹੜੀ ਹੈ ਵਿਕਾਸ ਦੀ, ਉਹ ਅਲੱਗ-ਅਲੱਗ ਹੈ। ਰਿਕਸ਼ਾ ਵਾਲੇ ਦੀ ਅਲੱਗ ਹੈ, ਮਜ਼ਦੂਰ ਦੀ ਅਲੱਗ ਹੈ, ਮੁੰਡੇ ਦੀ ਅਲੱਗ ਹੈ, ਕੁੜੀ ਦੀ ਅਲੱਗ ਹੈ, ਸਭ ਕੁਝ ਅਲੱਗ-ਅਲੱਗ ਹੈ, ਠੀਕ ਹੈ। ਤੇ ਆਪਾਂ ਇਹ ਕਹਿ ਸਕਦੇ ਹਾਂ ਵੀ ਅਲੱਗ-ਅਲੱਗ ਜਿਹੜੇ ਲੋਕ ਹੈਗੇ ਨੇ ਅਲੱਗ-ਅਲੱਗ ਇੱਛਾਵਾਂ ਰੱਖਦੇ ਨੇ ਡਿਵੈਲਪਮੈਂਟ ਦੀ, ਮਤਲਬ ਜ਼ਿੰਦਗੀ ਦੇ ਵਿੱਚ ਤਰੱਕੀ ਕਰਨ ਦੀ, ਜੋ ਆਪਾਂ ਐਗਜ਼ਾਮਪਲ ਦੇ ਵਿੱਚ ਦੇਖ ਲਿਆ। ਤੇ ਆਪਾਂ ਇਹ ਵੀ ਦੇਖਿਆ ਕਿ ਅਲੱਗ-ਅਲੱਗ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਇੰਪੋਰਟੈਂਸ ਰੱਖਦੀਆਂ, ਕਿਸੇ ਲਈ ਕਮਾਈ, ਕਿਸੇ ਲਈ ਪੈਸਾ, ਕਿਸੇ ਲਈ ਫ੍ਰੀडम ਆਜ਼ਾਦੀ ਵੀ। ਤੇ ਉਹ ਚਾਹੁੰਦੇ ਨੇ ਕਿ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਹਾਸਲ ਹੋ ਜਾਣ ਕਿਉਂਕਿ ਉਹਨਾਂ ਦੀ ਇੱਛਾ ਹੈ, ਡਿਜ਼ਾਇਰ ਹੈ। ਕਈ ਵਾਰ ਆਪਾਂ ਇਹ ਕਹਿ ਸਕਦੇ ਹਾਂ ਦੋ ਗਰੁੱਪਸ ਜਿਹੜੇ ਨੇ ਲੋਕਾਂ ਦੇ, ਉਹ ਸੇਮ ਚੀਜ਼ ਜਿਹੜੀ ਹੈਗੀ ਆ, ਜੋ ਸੇਮ ਬੇਸਿਕ ਥਿੰਗਸ ਵਿਚ ਆਰ ਕਨਫਲਿਕਟਿੰਗ ਇਨ ਨੇਚਰ। ਹੋ ਸਕਦਾ ਤੁਹਾਨੂੰ ਜੋ ਚੀਜ਼ ਚਾਹੀਦੀ ਹੈ, ਹੋ ਸਕਦਾ ਮੈਨੂੰ ਲੱਗੇ ਤਾਂ ਕਿਸੇ ਕੰਮ ਦੀ ਨਹੀਂ, ਇਹਨੂੰ ਇਹ ਕਿਉਂ ਚਾਹੀਦਾ। ਜਿਵੇਂ ਮੈਂ ਇੱਕ ਐਗਜ਼ਾਮਪਲ ਦੇ ਕੇ ਤੁਹਾਨੂੰ ਇੱਥੇ ਸਮਝਾਉਂਦੀ ਹਾਂ। ਕਿਸੇ ਨੂੰ ਜੋ ਚਾਹੀਦਾ ਹੋ ਸਕਦਾ ਦੂਜੇ ਲਈ ਇੰਪੋਰਟੈਂਸ ਰੱਖਦਾ ਹੀ ਨਹੀਂ ਹੋਏ। ਜਿਵੇਂ ਇੱਕ ਬਿਲਡਿੰਗ ਬਣਾਉਣ ਵਾਲਾ ਬਿਲਡਰ ਹੈਗਾ, ਉਹ ਕੀ ਚਾਹੇਗਾ ਕਿ ਉਹ ਬਿਲਡਿੰਗਸ ਬਣਾਏ, ਸ਼ਾਪਿੰਗ ਮਾਲ ਬਣਾਏ, ਠੀਕ ਹੈ। ਉਹ ਸ਼ਾਪਿੰਗ ਮਾਲ ਬਣਾਉਣਾ ਚਾਹੁੰਦਾ ਹੈ ਕਿਹਦੇ ਨਾਲ, ਇੱਕ ਰਿਲੀਜੀਅਸ ਪਲੇਸ ਦੇ ਨਾਲ, ਮਤਲਬ ਇੱਕ ਤਰੀਕੇ ਦੇ ਨਾਲ ਆਪਾਂ ਕਹਿ ਸਕਦੇ ਹਾਂ ਇੱਕ ਧਾਰਮਿਕ ਸਥਾਨ ਦੇ ਨਾਲ ਉਹ ਇੱਕ ਸ਼ਾਪਿੰਗ ਮਾਲ ਬਣਾਉਣਾ ਚਾਹੁੰਦਾ ਹੈ। ਪਰ ਜਿਹੜੇ ਸ਼ਰਧਾਲੂ ਹੈਗੇ ਨੇ ਉੱਥੇ ਦੇ, ਉਹ ਰਿਲੀਜੀਅਸ ਜਾਂ ਧਾਰਮਿਕ ਥਾਂ ਤੇ ਰੋਜ਼ ਜਾਂਦੇ ਨੇ ਤੇ ਉਹ ਨਹੀਂ ਚਾਹੁੰਦੇ ਨਾ ਵੀ ਉਹਨਾਂ ਦੇ ਦਿਮਾਗ ਦੀ ਜਿਹੜੀ ਸ਼ਾਂਤੀ ਹੈਗੀ ਜਾਂ ਮਨ ਦੀ ਸ਼ਾਂਤੀ ਨੂੰ ਨੁਕਸਾਨ ਪਹੁੰਚੇ। ਉਹ ਨਹੀਂ ਚਾਹੁੰਦੇ ਵੀ ਇਹਦੇ ਨਾਲ ਹੀ ਰੌਲਾ ਰੱਪਾ ਹੋਣਾ ਸ਼ੁਰੂ ਹੋ ਜਾਏ ਜੀ, ਸ਼ਾਪਿੰਗ ਮਾਲ ਬਣ ਜਾਏ। ਸਮਝ ਰਹੇ ਹੋ, ਬਿਲਡਰ ਕੁਝ ਇੱਛਾ ਰੱਖਦਾ, ਉਹਦੀ ਇੱਕ ਡਿਜ਼ਾਇਰ ਹੈ, ਪਰ ਧਾਰਮਿਕ ਲੋਕਾਂ ਦੀ ਉਹ ਡਿਜ਼ਾਇਰ ਨਹੀਂ ਹੋ ਸਕਦੀ। ਦੋਨੋਂ ਆਪਣੀ ਥਾਂ ਤੇ ਸਹੀ ਹੈ। ਉਵੇਂ ਹੀ ਇੱਕ ਜਿਹੜਾ ਕਾਲੋਨੀ ਬਣਾਉਣ ਵਾਲਾ ਹੈ, ਉਹ ਕੀ ਚਾਹੇਗਾ ਵੀ ਜ਼ਿਆਦਾ ਤੋਂ ਜ਼ਿਆਦਾ ਲੈਂਡ ਜਿਹੜਾ ਮੈਂ ਆਪਣੇ ਕਾਬੂ ਵਿੱਚ ਕਰ ਲਾਂ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਘਰ ਬਣਾ ਸਕਾਂ, ਵੱਡੀ ਮਲਟੀ ਸਟੋਰੀ ਫਲੈਟ ਬਣਾ ਸਕਾਂ, ਹੈ ਨਾ, ਤੇ ਵੱਧ ਪੈਸੇ ਕਮਾ ਸਕਾਂ। ਪਰ ਜਿਹੜਾ ਕਿਸਾਨ ਹੈਗਾ ਜਿਹਦਾ ਲੈਂਡ ਇਹ ਲੈਣਾ ਚਾਹੁੰਦਾ ਹੈ ਕੋਲੋਨਾਈਜ਼ਰ, ਉਹ ਰੈਜ਼ਿਸਟ ਕਰੇਗਾ ਨਾ ਵੀ ਨਹੀਂ ਯਾਰ ਇਹ ਡਿਵੈਲਪਮੈਂਟ ਨਾ ਕਰ, ਐਵੇਂ ਘਰ ਨਾ ਬਣਾਈ ਜਾ, ਕਾਲੋਨੀਆਂ ਨਾ ਕੱਟੀ ਜਾ, ਕਿਉਂਕਿ ਉਹਦਾ ਜਿਹੜਾ ਰੋਜ਼ੀ ਰੋਟੀ ਉਹ ਜ਼ਮੀਨ ਤੋਂ ਮਿਲਦਾ ਹੈ। ਤੇ ਬਿਲਡਰ ਚਾਹੁੰਦਾ ਹੈ ਜਾਂ ਕੋਲੋਨਾਈਜ਼ਰ ਚਾਹੁੰਦਾ ਹੈ ਵੀ ਉਹ ਜ਼ਮੀਨ ਉਹ ਰੱਖ ਲੈ ਆਪਣੇ ਕੋਲ, ਠੀਕ ਹੈ ਨਾ। ਕਿਸਾਨਾਂ ਲਈ ਤਾਂ ਜਿਹੜੀ ਜ਼ਮੀਨ ਹੈ ਉਹ ਬਹੁਤ ਜ਼ਰੂਰੀ ਹੈਗੀ ਹੈ, ਪ੍ਰਾਇਮਰੀ ਸੋਰਸ ਹੈ ਉਹਨਾਂ ਦਾ ਇਨਕਮ ਦਾ, ਠੀਕ ਹੈ। ਉਹ ਨਹੀਂ ਚਾਹੁੰਦੇ ਦੇਣਾ। ਹੁਣ ਦੋਨਾਂ ਦੀ ਆਪਣੀ ਆਪਣੀ ਇੱਛਾ ਹੈ ਜੋ ਕਨਫਲਿਕਟ ਕਰ ਰਹੀ ਹੈ ਇੱਕ ਦੂਜੇ ਦੇ ਨਾਲ। ਆਪਾਂ ਇਹ ਕਹਿ ਸਕਦੇ ਹਾਂ ਵੱਖ-ਵੱਖ ਵਿਕਾਸ ਦੇ ਟੀਚੇ ਹੈਗੇ ਨੇ ਦੋਨਾਂ ਦੇ। ਤਾਂ ਆਪਾਂ ਇਹ ਸਮਝਿਆ ਕਿ ਡਿਫਰੈਂਟ ਪੀਪਲ ਦੇ ਹੈਵ ਡਿਫਰੈਂਟ ਅਲੱਗ-ਅਲੱਗ ਡਿਵੈਲਪਮੈਂਟ ਦੇ ਗੋਲਸ ਹੁੰਦੇ ਨੇ। ਵਾਟ ਮੇ ਬੀ ਡਿਵੈਲਪਮੈਂਟ, ਜੋ ਇੱਕ ਦੇ ਲਈ ਡਿਵੈਲਪਮੈਂਟ ਹੋਏਗਾ ਹੋ ਸਕਦਾ ਉਹ ਕਿਸੇ ਹੋਰ ਦੇ ਲਈ ਡਿਵੈਲਪਮੈਂਟ ਦਾ ਕੰਮ ਨਾ ਕਰੇ, ਹੈ ਨਾ। ਉਹ ਹੋ ਸਕਦਾ ਡਿਵੈਲਪਮੈਂਟ ਦਾ ਕੰਮ ਵੀ ਨਾ ਕਰੇ, ਤੇ ਆਪਾਂ ਇਹ ਵੀ ਕਹਿ ਸਕਦੇ ਹਾਂ ਹੋ ਸਕਦਾ ਉਹ ਦੂਜੇ ਦੇ ਲਈ ਤਬਾਹੀ ਦਾ ਇੱਕ ਸਾਧਨ ਬਣ ਜਾਏ। ਜਿਵੇਂ ਆਪਾਂ ਉੱਤੇ ਵਾਲੇ ਦੋਨੋਂ ਕੇਸਿਸ ਦੇ ਵਿੱਚ ਪੜਿਆ, ਉਸ ਕੇਸ ਦੇ ਵਿੱਚ ਇਹ ਕਿਹਾ ਜਾ ਸਕਦਾ। ਹੁਣ ਆਪਾਂ ਇੱਥੇ ਡਿਸਕਸ ਕਰਦੇ ਹਾਂ ਵਾਟ ਆਰ ਯੂਅਰ ਗੋਲਸ ਫॉर ਡਿਵੈਲਪਮੈਂਟ ਆਫ ਯੂਅਰ ਫੈਮਿਲੀ ਦੀ ਡਿਵੈਲਪਮੈਂਟ ਲਈ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸਿਓ ਵੀ ਤੁਸੀਂ ਕੀ ਗੋਲਸ ਰੱਖਦੇ ਹੋ। ਜਿਵੇਂ ਮੈਂ ਗੱਲ ਕਰਾਂ, ਮੈਨੂੰ ਚਾਹੀਦਾ ਜੀ ਐਜੂਕੇਸ਼ਨ ਹੋਣੀ ਚਾਹੀਦੀ ਹੈ, ਹੈਲਥ ਹੋਣੀ ਚਾਹੀਦੀ ਹੈ, ਪੈਸੇ ਨੂੰ ਲੈ ਕੇ ਸਿਕਿਉਰਿਟੀ ਹੋਣੀ ਚਾਹੀਦੀ ਹੈ, ਕਰੀਅਰ ਦੀ ਗਰੋਥ ਹੋਣੀ ਚਾਹੀਦੀ ਹੈ, ਇਦਾਂ ਦੀਆਂ ਚੀਜ਼ਾਂ। ਗਿਵ 2 more example, ਦੋ ਹੋਰ ਉਦਾਹਰਨ ਦੇਣੇ ਨੇ, ਐਕਸਪਲੇਨ ਕਰਨਾ ਡਿਵੈਲਪਮੈਂਟ ਗੋਲਸ ਜਿੱਥੇ ਕਨਫਲਿਕਟ ਕਰ ਰਹੇ ਨੇ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦੀ ਹਾਂ। ਇਹਦੇ ਵਿੱਚ ਮੰਨ ਲਓ ਇੱਕ ਕੰਪਨੀ ਹੈਗੀ ਆ, ਠੀਕ ਹੈ, ਜਿੱਥੇ ਬਹੁਤ ਸਾਰੇ ਲੋਕ ਕੰਮ ਕਰ ਰਹੇ ਨੇ ਇੱਥੇ ਕੰਪਨੀ ਦੇ ਵਿੱਚ ਜਿਹੜੇ ਲੋਕ ਹੈਗੇ, ਠੀਕ ਹੈ। ਇਸ ਕੰਪਨੀ ਦੇ ਵਿੱਚ ਹੁਣ ਟੈਕਨੋਲੋਜੀ ਆ ਗਈ, ਮਤਲਬ ਮਸ਼ੀਨਸ ਜਿਹੜੀ ਹੈ ਆ ਗਈ। ਇਹਦੇ ਵਿੱਚ ਡਿਵੈਲਪਮੈਂਟ ਹੋ ਗਈ, ਤਰੱਕੀ ਹੋ ਗਈ ਕੰਪਨੀ ਵੀ ਮਸ਼ੀਨਾਂ ਆ ਗਈਆਂ, ਆ ਮਸ਼ੀਨ ਦੂਜੀ, ਆ ਮਸ਼ੀਨ ਤੀਜੀ, ਠੀਕ ਹੈ। ਪਰ ਕਿਉਂਕਿ ਮਸ਼ੀਨਾਂ ਆ ਗਈਆਂ, ਕੀ ਮੈਂ ਕਹਿ ਸਕਦੀ ਹਾਂ ਇਹਨਾਂ ਦੀਆਂ ਨੌਕਰੀਆਂ ਚਲੀ ਗਈਆਂ, ਇਹਨਾਂ ਦੀਆਂ ਨੌਕਰੀਆਂ ਖਤਮ ਹੋ ਗਈਆਂ, ਨਹੀਂ ਹੋਈ, ਇਹ ਚੀਜ਼ ਹੋ ਗਈ। ਉਵੇਂ ਹੀ ਜੇ ਮੈਂ ਗੱਲ ਕਰਾਂ
ਆ ਲੋ ਇਹ ਜਿਹੜੀ ਕੰਪਨੀ ਹੈਗੀ ਹੈ, ਇੱਕ ਕੰਪਨੀ ਹੈਗੀ ਹੈ ਜੋ ਚਾਹੁੰਦੀ ਹੈ ਵੀ ਮੈਂ ਬਹੁਤ ਜ਼ਿਆਦਾ ਪੈਸਾ ਕਮਾਵਾਂ, ਵੱਡੀਆਂ ਵੱਡੀਆਂ ਫੈਕਟਰੀਆਂ ਲਾਵਾਂ, ਆ ਫੈਕਟਰੀ ਇੱਕ ਲਾ ਲਈ, ਆ ਫੈਕਟਰੀ ਦੂਜੀ ਲਾ ਲਈ। ਪਰ ਕੀ ਮੈਂ ਕਹਿ ਸਕਦੀ ਹਾਂ ਫੈਕਟਰੀਆਂ ਤਾਂ ਲਾਈ ਜਾ ਰਹੇ ਨੇ, ਉਨਾ ਹੀ ਧੂਆਂ ਕੱਢ ਰਹੇ ਨੇ। ਨੇੜੇ ਤੇੜੇ ਜਿਹੜੇ ਲੋਕ ਰਹਿ ਰਹੇ ਨੇ ਉਹਨਾਂ ਲਈ ਤਾਂ ਇਹ ਤਬਾਹੀ ਦਾ ਸਾਧਨ ਬਣ ਗਿਆ ਨਾ। ਇੱਕ ਪਾਸੇ ਤਾਂ ਤਰੱਕੀ ਹੋ ਰਹੀ ਹੈ ਪਰ ਦੂਜਿਆਂ ਲਈ ਤਾਂ ਮਤਲਬ ਨਰਕ ਬਣ ਗਿਆ ਨਾ। ਕਨਫਲਿਕਟਿੰਗ ਆਈਡੀਆਜ਼ ਹੋਏ ਜਾਂ ਨਹੀਂ। ਉਵੇਂ ਹੀ what can be development goals for boys or girls belong to a rich family, ਮਤਲਬ rich urban family ਦੇ ਜਿਹੜੇ ਮੁੰਡੇ ਕੁੜੀਆਂ ਨੇ ਉਹ ਕੀ ਸੋਚਦੇ ਨੇ, ਉਹਨਾਂ ਲਈ ਡਿਵੈਲਪਮੈਂਟ ਦਾ ਕੀ ਮਤਲਬ ਹੈ, ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸੋ। ਹੁਣ ਗੱਲ ਕਰਦੇ ਹਾਂ ਜੀ ਡਿਵੈਲਪਮੈਂਟਲ ਗੋਲਸ ਕੀ ਹੁੰਦੇ ਨੇ ਤੇ ਇਨਕਮ ਕੀ ਹੁੰਦੀ ਹੈ। ਜਿਵੇਂ ਆਪਾਂ ਐਗਜ਼ਾਮਪਲਸ ਦੇ ਵਿੱਚ ਪੜਿਆ ਤੇ ਆਪਾਂ ਦੇਖਿਆ ਵੀ ਜਿਹੜੇ ਲੋਕ ਹੈਗੇ ਨੇ ਉਹ ਇੱਛਾ ਕੀ ਰੱਖਦੇ ਵੀ ਰੈਗੂਲਰ ਨੌਕਰੀ ਚੱਲਦੀ ਰਹੇ, ਪਗਾਰ ਵਧੀਆ ਮਿਲਦੀ ਰਹੇ, ਤੇ ਨਾਲ ਦੀ ਨਾਲ ਜੇ ਫਸਲਾਂ ਵੇਚਣੀਆਂ ਨੇ, ਸਮਾਨ ਕੋਈ ਵੇਚਣਾ, ਉਹਦੇ ਲਈ ਉਹਨਾਂ ਨੂੰ ਜਿਹੜੀ ਰਕਮ ਮਿਲ ਰਹੀ ਹੈ, ਪ੍ਰਾਈਸ ਮਿਲ ਰਹੀ ਹੈ, ਉਹਦੇ ਬਦਲੇ ਉਹ ਵਧੀਆ ਮਿਲੇ ਨਾ, ਵਧੀਆ ਰੇਟ ਤੇ ਵੇਚਿਆ ਜਾਣ। ਤਾਂ ਆਪਾਂ ਇਹ ਕਹਿ ਸਕਦੇ ਹਾਂ ਵੀ ਡਿਵੈਲਪਮੈਂਟ ਦੇ ਵਿਕਾਸ ਦੇ ਜਿਹੜੇ ਟੀਚੇ ਹੈਗੇ ਨੇ ਜਾਂ ਗੋਲਸ ਹੈਗੇ ਨੇ ਉਹ ਅਲੱਗ-ਅਲੱਗ ਬੰਦਿਆਂ ਲਈ ਅਲੱਗ-ਅਲੱਗ ਹੈਗੇ ਨੇ। ਠੀਕ ਹੈ, ਇੱਕ ਚੀਜ਼ ਕਾਮਨ ਹੈਗੀ ਆ ਸਾਰਿਆਂ ਦੇ ਵਿੱਚ, ਸਾਰਿਆਂ ਲਈ ਇੱਕ ਗੱਲ ਸਾਂਝੀ ਹੈਗੀ ਹੈ, ਉਹ ਇਹ ਹੈਗੀ ਹੈ ਕਿ ਵਧੇਰੇ ਆਮਦਨ ਹੋਣੀ ਚਾਹੀਦੀ ਹੈ। ਮਤਲਬ ਇਨਕਮ ਸਾਰੇ ਚਾਹੁੰਦੇ ਆ ਵੀ ਸਾਡੀ ਜ਼ਿਆਦਾ ਹੋ ਜਾਏ। ਤੇ ਆਪਾਂ ਕਹਿ ਸਕਦੇ ਹਾਂ ਕਿ ਡਿਵੈਲਪਮੈਂਟ ਦੇ ਲਈ ਸਭ ਤੋਂ ਜ਼ਰੂਰੀ ਕੀ ਹੈਗੀ ਹੈ, ਇਨਕਮ, ਸਾਧਨ ਜਿੱਥੋਂ ਆਪਾਂ ਪੈਸੇ ਲੈਂਦੇ ਆ। ਤੇ ਇਨਕਮ ਜਾਂ ਫਿਰ ਮਟੀਰੀਅਲ ਥਿੰਗਸ ਜਿਹੜੀ ਹੈਗੀ ਹੈ ਜਿਹਨੂੰ ਆਪਾਂ ਟੱਚ ਕਰ ਸਕਦੇ ਆ, ਜਿਵੇਂ ਮੋਬਾਈਲ ਫੋਨ ਹੋ ਗਿਆ, ਜਿਹਦੇ ਨਾਲ ਆਪਾਂ ਦਿਖਾਉਂਦੇ ਵੀ ਸਾਡੇ ਕੋਲ ਤਾਂ ਬਹੁਤ ਪੈਸਾ ਹੈ, that one can buy with it, ਮਨੀ ਦੇ ਨਾਲ ਤੁਸੀਂ ਇਹ ਸਭ ਕੁਝ ਖਰੀਦ ਸਕਦੇ ਹੋ। ਜਾਂ ਫਿਰ is one factor on which our life depend, ਆਪਣੀ ਲਾਈਫ ਜਿਹੜੀ ਹੈ ਜ਼ਿੰਦਗੀ ਪੈਸੇ ਜਾਂ ਮਟੀਰੀਅਲ ਚੀਜ਼ਾਂ ਤੇ ਹੀ ਡਿਪੈਂਡ ਕਰਦੀ ਆ, ਫ੍ਰਿਜ ਆ ਗਿਆ, ਏਸੀ ਆ ਗਿਆ, ਗੱਡੀ ਆ ਗਈ, ਇਹਨਾਂ ਚੀਜ਼ਾਂ ਤੇ। ਪਰ ਇਹਦੇ ਤੋਂ ਇਲਾਵਾ ਜਿਹੜੀ ਕੁਆਲਿਟੀ ਹੈ ਜ਼ਿੰਦਗੀ ਦੀ, ਵੀ ਜ਼ਿੰਦਗੀ ਅੱਛੀ ਹੋਏ, ਵਧੀਆ ਹੋਏ, ਕੀ ਮੈਂ ਕਹਿ ਸਕਦੀ ਹਾਂ ਉਹ ਨਾਨ ਮਟੀਰੀਅਲ ਚੀਜ਼ਾਂ ਤੇ ਵੀ ਡਿਪੈਂਡ ਕਰਦੀ ਹੈ। ਮਤਲਬ ਜ਼ਰੂਰੀ ਨਹੀਂ ਹੈ ਵੀ ਇੱਕ ਗੱਡੀ ਮੋਬਾਈਲ ਫੋਨ ਲੈ ਕੇ ਹੀ ਖੁਸ਼ੀ ਹੋਏ। ਮੰਨ ਲਓ ਮੋਬਾਈਲ ਫੋਨ ਹੈਗਾ ਪਰ ਫਰੀडम ਹੀ ਨਹੀਂ ਹੈ, ਆਜ਼ਾਦੀ ਨਹੀਂ ਹੈ ਉਹਨੂੰ ਚਲਾਉਣ ਦੀ, ਫਿਰ ਕੀ ਕਰੋਗੇ? ਉਹ ਨਾਨ ਮਟੀਰੀਅਲ ਚੀਜ਼ ਹੋਗੀ ਨਾ, ਵੀ ਮੁੰਡੇ ਕੁੜੀਆਂ ਨੂੰ ਬਰਾਬਰੀ ਦਾ ਹੱਕ ਮਿਲੇ, ਇਕੁਅਲ ਫਰੀडम, ਸਮਝ ਗਏ, ਇਕੁਅਲ ਟ੍ਰੀਟਮੈਂਟ ਹੋਏ, ਰਿਸਪੈਕਟ ਹੋਏ, ਸਾਰੇ ਸਿਕਿਉਰ ਰਹਿਣ, ਕੋਈ ਹਮਲਾ ਨਾ ਕਰਦੇ ਕਿਸੇ ਉੱਤੇ, ਕੋਈ ਕਿਸੇ ਦਾ ਨੁਕਸਾਨ ਨਾ ਕਰਦੇ, ਉਹ ਚੀਜ਼। ਤੇ ਆਪਸ ਦੇ ਵਿੱਚ ਡਿਸਕ੍ਰਿਮੀਨੇਸ਼ਨ ਯਾਨੀ ਭੇਦਭਾਵ ਜਿਹੜਾ ਹੈਗਾ ਉਹ ਨਾ ਹੋਏ, ਲੋਕਾਂ ਆਪਸ ਦੇ ਵਿੱਚ ਸ਼ਾਂਤੀ ਨਾਲ ਰਹਿਣ, ਨੌਕਰੀ ਮਿਲੇ ਸਾਰਿਆਂ ਨੂੰ, ਪੋਲਿਊਸ਼ਨ ਨਾ ਹੋਏ, ਵਾਤਾਵਰਣ ਦੇ ਵਿੱਚ ਗੁੱਡ ਹੈਲਥ ਹੋਏ, ਵਧੀਆ ਸਿਹਤ ਹੋਏ, ਇਹ ਚੀਜ਼ਾਂ ਜ਼ਰੂਰੀ ਹੈਗੀ। ਤੇ ਕੀ ਮੈਂ ਕਹਿ ਸਕਦੀ ਹਾਂ ਵੀ ਸਾਡੀ ਜ਼ਿੰਦਗੀ ਲਾਈਫ ਜਿਹੜੀ ਹੈ ਦੋ ਚੀਜ਼ਾਂ ਤੇ ਡਿਪੈਂਡ ਕਰਦੀ ਹੈ, ਮਨੀ ਜੋ ਮਟੀਰੀਅਲ ਚੀਜ਼ ਹੈ, ਤੇ ਇੱਕ ਨਾਨ ਮਟੀਰੀਅਲ ਚੀਜ਼ ਦੇ ਵਿੱਚ ਜਿਹੜੀ ਆਜ਼ਾਦੀ ਵਗੈਰਾ ਆ ਜਾਂਦੀ ਹੈ ਸਾਡੀ, ਉਹ ਵੀ ਲਾਈਫ ਉਹਦੇ ਤੇ ਵੀ ਡਿਪੈਂਡ ਕਰਦੀ ਹੈ, ਉਹ ਵੀ ਬਹੁਤ ਜ਼ਰੂਰੀ ਹੈ। ਤਾਂ ਡਿਵੈਲਪਮੈਂਟ ਦਾ ਮਤਲਬ ਹੁੰਦਾ ਹੈ ਜ਼ਿਆਦਾ ਇਨਕਮ ਹੋਣਾ, ਜ਼ਿਆਦਾ ਸਿਕਿਉਰਿਟੀ ਹੋਣਾ, ਕਹਿ ਸਕਦੇ हैं ना, ਵਧੇਰੇ ਆਮਦਨ ਹੋਣਾ, ਵੱਧ ਸੁਰੱਖਿਆ ਹੋਣਾ, ਜ਼ਿਆਦਾ ਬੈਟਰ ਐਜੂਕੇਸ਼ਨ ਫੈਸਿਲਿਟੀ ਮਿਲਣਾ, ਹੈਲਥ ਕੇਅਰ ਫੈਸਿਲਿਟੀ ਮਿਲਣਾ, ਤੇ ਕੰਮ ਕਰਨ ਦੀ ਬੈਟਰ ਕੰਡੀਸ਼ਨਸ ਮਿਲਣਾ। ਹੁਣ ਸਮਝ ਗਏ ਡਿਵੈਲਪਮੈਂਟ ਸਾਰੀਆਂ ਗੱਲਾਂ ਧਿਆਨ ਵਿੱਚ ਰੱਖਦਾ ਜਦ ਆਪਾਂ ਡਿਵੈਲਪਮੈਂਟ ਦੀ ਗੱਲ ਕਰ ਰਹੇ ਹਾਂ। ਤਾਂ ਇਹ ਜਿਹੜੇ ਕੰਪੋਨੈਂਟਸ ਹੈਗੇ ਨੇ, ਹਿੱਸੇ ਨੇ ਡਿਵੈਲਪਮੈਂਟ ਨੇ, ਜਿਵੇਂ ਆਪਾਂ ਕਹਿ ਸਕਦੇ ਹਾਂ ਮਨੀ, ਪੈਸਾ, ਇਨਕਮ, ਇਹ ਇੰਪੋਰਟੈਂਟ ਹੈਗੇ ਨੇ, ਇਹਨਾਂ ਨੂੰ ਆਪਾਂ ਮਾਪ ਸਕਦੇ ਹਾਂ ਵੀ ਪੈਸਾ ਕਿੰਨਾ ਆ ਰਿਹਾ, ਡਿਵੈਲਪਮੈਂਟ ਕਿੰਨੀ ਹੋ ਰਹੀ ਹੈ, ਠੀਕ ਹੈ, ਇਨਕਮ ਕਿੰਨੀ ਆ ਰਹੀ ਹੈ। ਪਰ ਕੁਝ ਅਜਿਹੇ ਹਿੱਸੇ ਹੈਗੇ ਨੇ, ਕੰਪੋਨੈਂਟਸ ਹੈਗੇ ਨੇ ਜਿਨ੍ਹਾਂ ਨੂੰ ਆਪਾਂ ਮੈਜਰ ਨਹੀਂ ਕਰ ਸਕਦੇ, ਪਰ ਫਿਰ ਵੀ ਉਹ ਸਾਡੀ ਜ਼ਿੰਦਗੀ ਵਿੱਚ ਬਹੁਤ ਇੰਪੋਰਟੈਂਟ ਇੱਕ ਮਹੱਤਵਪੂਰਨ ਰੋਲ ਪਲੇ ਕਰਦੇ ਨੇ, ਆਪਾਂ ਉਹਨਾਂ ਨੂੰ ਇਗਨੋਰ ਨਹੀਂ ਕਰ ਸਕਦੇ। ਜਿਵੇਂ ਐਗਜ਼ਾਮਪਲ ਦੇ ਤੌਰ ਤੇ ਮੈਂ ਤੁਹਾਨੂੰ ਇਹ ਦੱਸਾਂ ਵੀ ਇੱਕ ਜੌਬ ਆਫਰ ਐਕਸੈਪਟ ਕਰਨ ਤੋਂ ਪਹਿਲਾਂ ਤੁਹਾਨੂੰ ਨਹੀਂ ਪਤਾ ਸੀ ਵੀ ਤੁਹਾਡੀ ਜਿਹੜੀ ਜੌਬ ਹੈਗੀ ਹੈ ਬਹੁਤ ਦੂਰ ਲੱਗੀ ਹੈ, ਠੀਕ ਹੈ, ਪਰ ਹੁਣ ਤੁਸੀਂ ਇਹਦੇ ਜੌਬ ਤੇ ਜਾਣ ਤੋਂ ਪਹਿਲਾਂ ਕੀ ਸੋਚੋਗੇ, ਇੰਨੀ ਦੂਰ ਹੈਗੀ ਆ, ਠੀਕ ਹੈ, ਹੁਣ ਇੰਨੀ ਦੂਰ ਮੇ ਵੀ ਹੋ ਸਕਦਾ ਫੈਮਿਲੀ ਨੂੰ ਛੱਡ ਕੇ ਮੈਨੂੰ ਉੱਥੇ ਜਿੱਥੇ ਮੇਰੀ ਜੌਬ ਮਿਲ ਰਹੀ ਹੈ ਮੈਨੂੰ ਉੱਥੇ ਜਾਣਾ ਪਏ। ਵਰਕਿੰਗ ਕੰਮ ਕਰਨ ਦੇ ਕੰਡੀਸ਼ਨਸ ਕਿਹੜੀਆਂ ਨੇ, ਇਹ ਤਾਂ ਨਹੀਂ ਹੈ ਵੀ 14 ਘੰਟੇ ਦੀ ਸ਼ਿਫਟ ਲੱਗ ਰਹੀ ਹੈ, ਮੈਨੂੰ ਕਿੰਨੀ ਦੂਰ ਜਾਣਾ ਪਏਗਾ। ਕਈ ਲੋਕ ਇਹ ਜੌਬ ਛੱਡ ਕੇ ਪ੍ਰੈਫਰ ਕਰਨਗੇ ਵੀ ਘੱਟ ਸੈਲਰੀ ਦੀ ਜੌਬ ਮਿਲ ਜੇ ਪਰ ਜ਼ਿੰਦਗੀ ਬਿਹਤਰ ਹੋਏ, ਪਰਿਵਾਰ ਦੇ ਨਾਲ ਆਪਾਂ ਰਹੀਏ, ਜੌਬ ਦੀ ਸਿਕਿਉਰਿਟੀ ਹੈਗੀ ਹੈ, ਬੇਸ਼ੱਕ ਜ਼ਿਆਦਾ ਸੈਲਰੀ ਨਹੀਂ ਪਰ ਕੰਟੀਨਿਊਸ ਸੈਲਰੀ ਆ ਰਹੀ ਹੈ, ਠੀਕ ਹੈ। ਮਤਲਬ ਆਪਾਂ ਇਹ ਕਹਿ ਸਕਦੇ ਹਾਂ ਜੌਬ ਸਿਕਿਉਰਿਟੀ ਜਿਹੜੀ ਹੈਗੀ ਆ ਉਹ ਜ਼ਰੂਰੀ ਨਹੀਂ ਹਾਈ ਸੈਲਰੀ ਤੋਂ ਮਿਲੇ, ਹੋ ਸਕਦਾ ਹੈ ਜ਼ਿਆਦਾ ਸੈਲਰੀ ਹੋਏ ਬੰਦੇ ਦੀ, ਬਹੁਤ ਪੈਸਾ ਕਮਾ ਰਿਹਾ ਪਰ ਉਹਦੇ ਵਿੱਚ ਸਿਕਿਉਰਿਟੀ ਨਹੀਂ ਹੈ, ਕਦੀ ਵੀ ਜੌਬ ਜਾ ਸਕਦੀ ਹੈ, ਤੁਹਾਡੀ ਫੈਮਿਲੀ ਲਾਈਫ ਖਰਾਬ ਹੋ ਸਕਦੀ ਹੈ। ਉਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇਹ ਕਹਿੰਦੀਆਂ ਵੀ ਆਪਾਂ
ਸਿਰਫ ਪੈਸੇ ਨੂੰ ਧਿਆਨ ਨਹੀਂ ਰੱਖ ਸਕਦੇ, ਹੋਰ ਵੀ ਬਹੁਤ ਸਾਰੀਆਂ ਕੰਡੀਸ਼ਨਸ ਹੁੰਦੀਆਂ ਨੇ ਜੋ ਧਿਆਨ ਵਿੱਚ ਰੱਖਣੀਆਂ ਪੈਂਦੀਆਂ, ਜਿਨ੍ਹਾਂ ਨੂੰ ਆਪਾਂ ਇਗਨੋਰ ਨਹੀਂ ਕਰ ਸਕਦੇ। ਤੇ ਆਪਾਂ ਇਹ ਦੇਖਿਆ ਵੀ ਜਿਹੜੇ ਅਲੱਗ-ਅਲੱਗ ਲੋਕ ਹੈਗੇ ਨੇ ਉਹਨਾਂ ਦੀਆਂ ਅਲੱਗ-ਅਲੱਗ ਸੋਚ ਹੈਗੀਆਂ ਨੇ ਡਿਵੈਲਪਮੈਂਟ ਨੂੰ ਲੈ ਕੇ, ਕਿਉਂਕਿ ਲਾਈਫ ਦੀ ਜਿਹੜੀ ਸਥਿਤੀ ਹੈ, ਸਿਚੁਏਸ਼ਨ ਹੈ, ਹਰ ਬੰਦੇ ਦੀ ਅਲੱਗ ਹੁੰਦੀ ਹੈ। ਇਸੇ ਕਰਕੇ ਉਹਨਾਂ ਦੀ ਡਿਵੈਲਪਮੈਂਟ ਦਾ ਜਿਹੜਾ ਐਂਗਲ ਹੈ ਕਿ ਉਹ ਸੋਚ ਰੱਖਦੇ ਨੇ ਉਹ ਅਲੱਗ-ਅਲੱਗ ਹੁੰਦਾ ਹੈ। ਹੁਣ ਤੁਹਾਡਾ ਡਿਵੈਲਪਮੈਂਟ ਦਾ ਐਂਗਲ ਕੀ ਹੈਗਾ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ। ਹੁਣ ਆਪਾਂ ਗੱਲ ਕਰਦੇ ਹਾਂ ਨੇਸ਼ਨ ਦੀ ਡਿਵੈਲਪਮੈਂਟ, ਦੇਸ਼ ਦੀ ਜੇ ਡਿਵੈਲਪਮੈਂਟ ਬਾਰੇ ਤੁਸੀਂ ਸੋਚੋ, ਆਪਣੇ ਆਲੇ ਦੁਆਲੇ ਦੇਖੋ, ਤੁਸੀਂ ਕੀ ਦੇਖਦੇ ਹੋ? ਗਰੀਬੀ ਹੈਗੀ ਆਲੇ ਦੁਆਲੇ ਆਪਣੇ, ਜਿਹਨੂੰ ਆਪਾਂ ਪਾਵਰਟੀ ਕਹਿੰਦੇ ਆ, ਬੇਰੋਜ਼ਗਾਰੀ ਹੈਗੀ ਆ, ਅਨਐਮਪਲੋਇਮੈਂਟ, ਸਟਾਰਵੇਸ਼ਨ ਯਾਨੀ ਭੁੱਖਮਾਰੀ, ਇਲਿਟਰੇਸੀ ਅਨਪੜਤਾ ਹੈਗੀ ਹੈ, ਤੇ ਨਾਲ ਦੀ ਨਾਲ ਲੋਕਾਂ ਦਾ ਜਿਹੜਾ ਜੀਵਨ ਪੱਧਰ ਹੈਗਾ ਉਹ ਵੀ ਕਾਫੀ ਥੱਲੇ ਹੈ, ਮਤਲਬ ਗਰੀਬੀ ਦੇ ਵਿੱਚ ਰਹਿ ਰਹੇ ਹੈ ਜਾਂ ਨਹੀਂ? ਇਹ ਹੈਗਾ ਨਾ, ਆਲੇ ਦੁਆਲੇ ਦਿਖਾਈ ਦਿੰਦਾ। ਤੇ ਕੀ ਆਪਾਂ ਕਹਿ ਸਕਦੇ ਹਾਂ ਆਪਣੀ ਕੰਟਰੀ ਜਿਹੜੀ ਉਹ ਡਿਵੈਲਪਡ ਹੈਗੀ ਹੈ? ਠੀਕ ਹੈ, ਪਰ ਇੱਕ ਪਾਸੇ ਸੋਚ ਕੇ ਦੇਖੋ ਵੀ ਵਧੀਆ ਟਰਾਂਸਪੋਰਟੇਸ਼ਨ ਦੀ ਫੈਸਿਲਿਟੀ ਹੈ, ਚੰਗੀ ਆਵਾਜਾਈ ਦੀ ਸਹੂਲਤਾਂ ਮਿਲੀਆਂ ਹੋਈਆਂ ਲੋਕਾਂ ਨੂੰ, ਲੋਕਾਂ ਦੀ ਜਿਹੜੀ ਜੀਵਨ ਜੀਣ ਦਾ ਪੱਧਰ ਹੈ ਉਹ ਵੀ ਬਹੁਤ ਵਧੀਆ ਹੈਗਾ, ਨਾਲ ਦੀ ਨਾਲ ਬਹੁਤ ਇੰਪਲੋਇਮੈਂਟ ਹੈ, ਮਤਲਬ ਲੋਕਾਂ ਨੂੰ ਸਾਰਿਆਂ ਨੂੰ ਰੋਜ਼ਗਾਰ ਮਿਲੇ ਹੋਈ ਹੈ, ਵਧੀਆ ਐਜੂਕੇਸ਼ਨ ਮਿਲ ਰਹੀ ਹੈ, ਹੈਲਥ ਕੇਅਰ ਫੈਸਿਲਿਟੀ ਵਧੀਆ ਮਿਲ ਰਹੀ ਹੈ, ਤੇ ਫਿਰ ਆਪਾਂ ਕਹਾਂਗੇ ਡਿਵੈਲਪਡ ਜਾਂ ਪਹਿਲੀ ਕੰਡੀਸ਼ਨ ਦੇ ਵਿੱਚ ਡਿਵੈਲਪਡ ਕਹਾਂਗੇ? ਠੀਕ ਹੈ, ਪਰ ऑल ਜਿਹੜੀਆਂ ਫੈਸਿਲਿਟੀਆਂ ਹੈਗੀਆਂ ਨੇ, ਕਿ ਮੈਂ ਕਹਿ ਸਕਦੀ ਹਾਂ ਰਾਤੋਂ ਰਾਤ ਨਹੀਂ ਅਚੀਵ ਕਰ ਸਕਦੇ ਵੀ ਜੌਬ ਵੀ ਮਿਲ ਜੇ, ਹੈਲਥ ਵੀ ਵਧੀਆ ਹੋ ਜੇ, ਸਾਰਿਆਂ ਨੂੰ ਇੱਕ ਵਧੀਆ ਐਜੂਕੇਸ਼ਨ ਸਿਸਟਮ ਵੀ ਮਿਲ ਜੇ। ਇਹ ਲੰਬਾ ਪ੍ਰੋਸੈਸ ਹੈ ਨਾ, ਬਹੁਤ ਸਮਾਂ ਲੱਗਦਾ ਹੈ ਦੇਸ਼ ਨੂੰ ਅਚੀਵ ਕਰਨ ਦੇ ਲਈ, ਬਹੁਤ ਸਾਲਾਂ ਦਾ ਕੰਮ ਲੱਗਦਾ ਹੈ ਇਹ ਅਚੀਵ ਕਰਨ ਦੇ ਲਈ ਟੀਚੇ, ਹੈ ਨਾ, ਇਹ ਨਤੀਜੇ ਇੱਥੇ ਤੱਕ ਪਹੁੰਚਣ ਦੇ ਲਈ। ਤੇ ਇਸੇ ਕਰਕੇ ਆਪਾਂ ਇਹ ਕਹਾਂਗੇ ਕਿ ਡਿਵੈਲਪਮੈਂਟ ਰਾਤੋਂ ਰਾਤ ਨਹੀਂ ਹੁੰਦੀ। ਇੰਪੋਰਟੈਂਟ ਪੁਆਇੰਟ ਕੀ ਹੈ, ਲੌਂਗ ਟਰਮ ਪ੍ਰੋਸੈਸ ਹੈ, ਸਮਝ ਗਏ, ਲੰਬਾ ਸਮਾਂ ਲੱਗਦਾ। ਠੀਕ ਹੈ, ਇੱਕ ਪ੍ਰਕਿਰਿਆ ਹੈਗੀ ਆ ਜੋ ਬਹੁਤ ਲੰਬੀ ਮੰਨੀ ਜਾਂਦੀ ਹੈ। ਹੁਣ ਡਿਵੈਲਪਮੈਂਟ ਜਿਹੜਾ ਨਵਾਂ ਕਨਸੈਪਟ ਨਹੀਂ ਹੈ, ਇਹ ਜਿਹੜੀ ਗੱਲ ਹੈਗੀ 200 ਸਾਲ ਪਹਿਲਾਂ ਵੀ ਐਗਜ਼ਿਸਟ ਕਰਦੀ ਸੀ, ਪਰ ਹੁਣ ਆਪਾਂ ਇਹ ਕਹਿ ਸਕਦੇ ਹਾਂ ਵੀ ਇਹ ਜਿਹੜਾ ਮੁੱਦਾ ਹੈਗਾ, ਕਨਸੈਪਟ ਹੈ, ਇਹ ਦੁਬਾਰਾ ਫੇਰ ਤੋਂ ਹੋਂਦ ਦੇ ਵਿੱਚ ਆ ਗਿਆ। ਲੋਕਾਂ ਨੇ ਇਹਦੇ ਬਾਰੇ ਗੱਲ ਕਰਨੀ ਸ਼ੁਰੂ ਕਰਤੀ ਲਗਭਗ 100 ਸਾਲ ਪਹਿਲਾਂ। ਹੋਇਆ ਕਿਸੇ ਗ੍ਰੇਟ ਡਿਪਰੈਸ਼ਨ ਆ ਗਿਆ ਸੀ। ਗ੍ਰੇਟ ਡਿਪਰੈਸ਼ਨ ਦਾ ਮਤਲਬ ਪੂਰੀ ਦੁਨੀਆ ਦੇ ਵਿੱਚ ਪੈਸੇ ਨੂੰ ਲੈ ਕੇ ਬਹੁਤ ਜ਼ਿਆਦਾ ਪ੍ਰੋਬਲਮ ਹੋ ਗਈ ਸੀ। ਠੀਕ ਹੈ, ਉਹ ਕਿਹੜੇ ਸਾਲ ਦੇ ਵਿੱਚ ਆਇਆ ਸੀ? ਉਹ ਆਇਆ ਸੀ 1929 ਤੋਂ ਲੈ ਕੇ 1932 ਦੇ ਵਿੱਚ। ਤੇ ਸੈਕੰਡ ਵਰਲਡ ਵਾਰ ਜਦ ਹੋਈ, ਸੈਕੰਡ ਵਰਲਡ ਵਾਰ ਦੂਸਰਾ ਮਹਾਯੁੱਧ 1939 ਤੋਂ ਲੈ ਕੇ 1945 ਦੇ ਵਿੱਚ। ਤੇ ਇਹਦੇ ਵਿੱਚ ਜਦ ਇਹ ਹੋਇਆ ਗ੍ਰੇਟ ਡਿਪਰੈਸ਼ਨ, ਪੈਸੇ ਨੂੰ ਲੈ ਕੇ ਪੂਰੇ ਦੁਨੀਆ ਦੇ ਵਿੱਚ ਹਾਹਾਕਾਰ ਮਚ ਗਿਆ, ਵਰਲਡ ਵਾਰ ਹੋਈ, ਇਹਦੇ ਕਰਕੇ ਬਹੁਤ ਸਾਰੇ ਦੇਸ਼ਾਂ ਨੂੰ ਨੁਕਸਾਨ ਹੋਇਆ। ਇੱਕ ਵੱਡਾ ਇਸ਼ੂ ਬਣ ਗਿਆ ਸੀ ਵੀ ਆਪਾਂ ਹੁਣ ਇੰਨਾ ਥੱਲੇ ਚਲੇ ਗਏ ਸਾਰੇ ਦੇਸ਼, ਵੀ ਹੁਣ ਵਾਪਸ ਉੱਤੇ ਕਿਵੇਂ ਆਈਏ? ਤੇ ਇਸ ਕੰਡੀਸ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਹੜੇ ਇਕਨੋਮਿਸਟ ਸੀ, ਜਿਨ੍ਹਾਂ ਜੋ ਇਕਨੋਮਿਕਸ ਦੀ ਸਟੱਡੀ ਕਰਦੇ ਆ, ਉਹਨਾਂ ਨੇ ਇਹ ਮੁੱਦਾ ਚੱਕਿਆ ਵੀ ਡਿਵੈਲਪਮੈਂਟ ਵੱਲ ਫੋਕਸ ਕਰਦੇ ਆ, ਮਤਲਬ ਲੋਕਾਂ ਦੀ ਜ਼ਿੰਦਗੀ ਵੀ ਸੁਧਾਰਨੀ ਹੈ। ਇਨੀਸ਼ੀਅਲ ਸਟਾਰਟਿੰਗ ਦੇ ਸਾਲਾਂ ਦੇ ਵਿੱਚ ਜਿਹੜੇ ਡਿਵੈਲਪਮੈਂਟ ਦੇ ਗੋਲ ਸੀ ਉਹ ਕੀ ਸੀ? ਜਦ ਦੇਸ਼ ਨੂੰ ਉੱਤੇ ਚੱਕਣਾ ਵੀ ਗਰੀਬੀ ਹਟਾਓ, ਪਿਛੜੇ ਹੋਏ ਜਿਹੜੇ ਲੋਕ ਹੈਗੇ ਨੇ, ਬੈਕਵਰਡਨੈਸ ਜਿਹੜੀ ਆਪਾਂ ਕਹਿੰਦੇ ਆ, ਠੀਕ ਹੈ, ਉਸ ਚੀਜ਼ ਨੂੰ ਹਟਾਇਆ ਜਾਏ। ਪਰ ਅੱਜ ਦੀ ਡੇਟ ਦੇ ਵਿੱਚ ਇਹ ਜਿਹੜਾ ਡਿਵੈਲਪਮੈਂਟ ਹੈ, ਸਿਰਫ ਗਰੀਬੀ ਤੇ ਬੈਕਵਰਡਨੈਸ ਹਟਾਉਣ ਦੇ ਉੱਤੇ ਨਹੀਂ ਜ਼ੋਰ ਦਿੰਦਾ, ਇਹਦੇ ਬਹੁਤ ਸਾਰੇ ਹੋਰ ਵੀ ਡਾਇਮੈਂਸ਼ਨਸ ਆ ਗਏ ਨੇ। ਕਹਿਣ ਦਾ ਮਤਲਬ ਪ੍ਰਤੀਕਿਰਿਆ ਹੋਰ ਵੀ ਮੰਨੀਆਂ ਜਾਂਦੀ ਹੈ, ਇਹਦੇ ਵਿੱਚ ਹੋਰ ਬਹੁਤ ਫੈਕਟਰਸ ਆ ਗਏ ਨੇ। ਕਈ ਵਾਰ ਇਕਨੋਮਿਕ ਡਿਵੈਲਪਮੈਂਟ, ਪੈਸੇ ਦੀ ਜਿਹੜੀ ਡਿਵੈਲਪਮੈਂਟ ਹੈਗੀ ਆ, ਉਹ ਕੰਸੀਡਰ ਕੀਤੀ ਜਾਂਦੀ ਹੈ ਜਾਂ ਮੰਨੀ ਜਾਂਦੀ ਹੈ ਐਜ਼ ਇਨਕਰੀਜ਼ਡ, ਵੀ ਪੈਸੇ ਦੀ ਡਿਵੈਲਪਮੈਂਟ ਹੋ ਰਹੀ ਹੈ। ਜਿਵੇਂ ਆਪਾਂ ਪੜ੍ਹਿਆ ਸੀ, ਜੇ ਗ੍ਰੋਸ ਡੋਮੈਸਟਿਕ ਪ੍ਰੋਡਕਟ ਜਿਹੜਾ ਹੈ ਨੇਸ਼ਨ ਦਾ, ਉਹ ਪੜਿਆ ਜਾਏ, ਉਹਦੇ ਵਿੱਚ ਇਨਕਰੀਜ਼ ਹੋ ਰਹੀ ਹੈ। ਜੀਡੀਪੀ ਜਿਹੜੀ ਹੈ ਦੇਸ਼ ਦੀ ਵੱਧ ਰਹੀ ਹੈ, ਗ੍ਰੋਸ ਡੋਮੈਸਟਿਕ ਪ੍ਰੋਡਕਟ। ਮੈਂ ਕੀ ਦੱਸਿਆ ਸੀ ਲਾਸਟ ਕਲਾਸ ਦੇ ਵਿੱਚ, ਜੇ ਇਹ ਦੇਸ਼ ਹੈਗਾ, ਇਸ ਦੇਸ਼ ਦੇ 8 ਡੋਮੈਸਟਿਕ ਟੈਰੀਟਰੀ ਹੈ। ਠੀਕ ਹੈ, ਇਸ ਟੈਰੀਟਰੀ ਦੇ ਵਿੱਚ ਜੋ ਵੀ ਗੁੱਡਸ ਤੇ ਜੋ ਵੀ ਸਰਵਿਸਿਜ਼ ਬਣ ਰਹੀਆਂ ਨੇ ਇੱਕ ਸਾਲ ਦੇ ਵਿੱਚ, 1 ਈਅਰ ਦੇ ਵਿੱਚ, ਉਹ ਗ੍ਰੋਸ ਡੋਮੈਸਟਿਕ ਪ੍ਰੋਡਕਟ ਕਿਹਾ ਜਾਂਦਾ। ਤੇ ਇਹ ਜੇ ਵੱਧ ਰਿਹਾ ਹੈ, ਠੀਕ ਹੈ, ਉਹ ਬਹੁਤ ਲੰਬੇ ਪੀਰੀਅਡ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਇਕਨੋਮਿਕ ਡਿਵੈਲਪਮੈਂਟ ਹੋ ਰਹੀ ਹੈ। ਚੈਪਟਰ 1 ਦੀ ਵੀਡੀਓ ਜ਼ਰੂਰ ਦੇਖਿਓ। ਜਿਵੇਂ ਤੋਂ ਉਦਾਹਰਨ ਦਿੱਤਾ ਹੈ, ਗ੍ਰੋਸ ਡੋਮੈਸਟਿਕ ਪ੍ਰੋਡਕਟ ਆਫ ਦ ਕੰਟਰੀ ਉਹ ਵੱਧ ਰਿਹਾ ਹੈ, ਰਾਈਜ਼ਸ ਐਟ ਅ ਵੈਰੀ ਹਾਈ ਰੇਟ, ਬਹੁਤ ਹਾਈ ਰੇਟ ਤੇ ਵੱਧ ਰਿਹਾ। ਆਪਾਂ ਕਹਿ ਸਕਦੇ ਹਾਂ ਵੀ ਹਾਂਜੀ ਡਿਵੈਲਪਮੈਂਟ ਹੋ ਰਹੀ ਹੈ, ਇਕਨੋਮਿਕ ਡਿਵੈਲਪਮੈਂਟ। ਪਰ ਜੇ ਆਪਾਂ ਕਹੀਏ ਕਿ ਜੀਡੀਪੀ ਹੀ ਨੂੰ ਹੀ ਦੇਖ ਕੇ ਆਪਾਂ ਕਹੀਏ ਵੀ ਇਕਨੋਮਿਕ ਡਿਵੈਲਪਮੈਂਟ ਹੋ ਰਹੀ ਹੈ, ਸਿਰਫ ਇਹੀ ਪਹਿਲੂ ਹੈ ਵੀ ਜੀਡੀਪੀ ਵੱਧ ਰਹੀ ਹੈ ਤਾਂ ਡਿਵੈਲਪਮੈਂਟ ਇਕਨੋਮਿਕ ਹੋ ਰਹੀ ਹੈ, ਉਹ ਗਲਤ ਹੋ ਜਾਏਗਾ। ਇਹ ਕੰਪਲੀਟ ਨਹੀਂ ਹੈ ਇਕਨੋਮਿਕ ਡਿਵੈਲਪਮੈਂਟ ਦਾ। ਠੀਕ ਹੈ, ਹੋ ਸਕਦਾ ਫॉर एग्जांपल ਆਪਾਂ ਕਹੀਏ ਕੰਟਰੀ ਜਿਹੜੀ ਹੈ ਬਹੁਤ ਰਿਚ ਹੈਗੀ, ਇਨਕਮ ਬਹੁਤ ਵਧੀਆ ਹੈਗੀ ਹੈ, ਪਰ ਉਹਦੇ ਇਨਕਮ ਬਹੁਤ ਵਧੀਆ ਹੋਣ ਦੇ ਬਾਵਜੂਦ ਅਮੀਰ ਜਿਹੜੇ ਲੋਕ ਹੈਗੇ ਨੇ ਤੇ ਗਰੀਬ ਲੋਕ ਹੈਗੇ ਨੇ, ਉਹਨਾਂ ਵਿੱਚ ਬਹੁਤ ਫਰਕ ਹੈ, ਅੰਤਰ ਹੈਗਾ।
ਤੇ ਜਿਹੜੇ ਗਰੀਬ ਹੈਗੇ ਨੇ ਬਹੁਤ ਗੰਦੀ ਲਾਈਫ ਜੀ ਰਹੇ ਨੇ, ਤਾਂ ਮੈਂ ਇਹ ਤਾਂ ਨਹੀਂ ਕਹਾਂਗੀ ਵੀ ਉਹ ਕੰਟਰੀ ਡਿਵੈਲਪਡ ਹੈ ਕਿਉਂਕਿ ਉੱਥੇ ਇਨਕਮ ਵਧੀਆ, ਰਿਚ ਹੈਗਾ ਉਹ ਕੰਟਰੀ ਦੀ। ਅਮੀਰਾਂ ਤੇ ਗਰੀਬਾਂ ਵਿੱਚ ਫਰਕ ਬਹੁਤ ਜ਼ਿਆਦਾ, ਉਹਨਾਂ ਦੀ ਲਾਈਫ ਵਧੀਆ ਨਹੀਂ ਹੈ ਤਾਂ ਡਿਵੈਲਪ ਕੰਟਰੀ ਤਾਂ ਨਹੀਂ ਨਾ ਹੋਈ। ਸਮਝ ਰਹੇ, ਇੱਕ ਹੋਰ ਐਂਗਲ ਵੀ ਆ ਗਿਆ ਨਾ, ਲਾਈਫ ਕਿਹੋ ਜਿਹੀ ਹੈ। ਤਾਂ ਆਪਾਂ ਇਹ ਕਹਿ ਸਕਦੇ ਹਾਂ ਵੀ ਕੰਟਰੀ ਡਿਵੈਲਪ ਤਾਂ ਹੀ ਹੁੰਦੀ ਹੈ ਜੇ ਜੀਡੀਪੀ ਰਾਈਜ਼ ਹੋ ਰਹੀ ਹੈ, ਨਾਲ ਦੀ ਨਾਲ ਉਹਨਾਂ ਦੀ ਜ਼ਿੰਦਗੀ ਇੰਪਰੂਵਮੈਂਟ ਇਨ ਦਾ ਕੁਆਲਿਟੀ ਆਫ ਲਾਈਫ, ਜ਼ਿੰਦਗੀ ਦੀ ਜਿਹੜੀ ਜੀਣ ਦੀ ਇੰਪਰੂਵਮੈਂਟ ਹੋ ਰਹੀ ਹੈ ਉਹਦੇ ਵਿੱਚ ਉਹ ਵਾਧਾ ਦਿਖਾਈ ਦੇ ਰਿਹਾ ਹੈ, ਤਾਂ ਆਪਾਂ ਕਹਿੰਦੇ ਹਾਂ ਵੀ ਡਿਵੈਲਪਮੈਂਟ ਜਿਹੜੀ ਹੈ ਦੇਸ਼ ਦੀ ਹੋ ਰਹੀ ਹੈ, ਜਿਹਦੇ ਵਿੱਚ ਸਭ ਨੂੰ ਫਾਇਦਾ ਹੋ ਰਿਹਾ। ਹੁਣ ਇੱਥੇ ਇਕਨੋਮਿਕ ਡਿਵੈਲਪਮੈਂਟ, ਇਕਨੋਮਿਕ ਯਾਨੀ ਪੈਸੇ ਨੂੰ ਲੈ ਕੇ ਜੇ ਆਪਾਂ ਕਹੀਏ ਡਿਵੈਲਪਮੈਂਟ, ਉਹ ਕੀ ਹੁੰਦਾ? ਮੈਂ ਡਿਵੈਲਪਮੈਂਟ ਤੁਹਾਨੂੰ ਪਹਿਲਾਂ ਦੱਸਦਾ, ਓਵਰਨਾਈਟ ਨਹੀਂ ਹੁੰਦਾ, ਰਾਤੋਂ ਰਾਤ ਨਹੀਂ ਹੁੰਦਾ, ਲੌਂਗ ਟਰਮ ਪ੍ਰੋਸੈਸ ਹੈਗਾ ਜਿਹਦੇ ਵਿੱਚ ਕੰਟੀਨਿਊਸਲੀ ਕੀ ਰਾਈਜ਼ ਹੋ ਰਿਹਾ ਇਕਨੋਮਿਕ ਡਿਵੈਲਪਮੈਂਟ ਦੇ ਵਿੱਚ। ਜੇ ਜੀਡੀਪੀ ਵਧਿਆ ਹੋਇਆ ਲੌਂਗ ਪੀਰੀਅਡ, ਲੰਬੇ ਸਾਲ, ਕੁਝ ਸਾਲ ਤੱਕ ਜੀਡੀਪੀ ਵਧਦਾ ਹੀ ਦਿਖਾਈ ਦੇ ਰਿਹਾ ਕੰਟਰੀ ਦਾ, ਤਾਂ ਨਾਲ ਦੀ ਨਾਲ ਸਿਰਫ ਜੀਡੀਪੀ ਨਹੀਂ, ਪਲੱਸ ਲੋਕਾਂ ਦੀ ਕੁਆਲਿਟੀ ਜਿਹੜੀ ਹੈ ਲਾਈਫ ਦੀ, ਕੁਆਲਿਟੀ ਆਫ ਲਾਈਫ, ਜ਼ਿੰਦਗੀ ਜੀਣ ਦਾ ਨਜ਼ਰੀਆ, ਹੈਲਥ ਮਿਲ ਰਹੀ ਹੈ, ਓਪਰਚੁਨਿਟੀ ਮਿਲ ਰਹੀ ਹੈ, ਜੌਬ ਦੀ, ਪੜ੍ਹਾਈ ਮਿਲ ਰਹੀ ਹੈ ਉਹਨਾਂ ਨੂੰ, ਉਹ ਸਭ ਕੁਝ ਹੋ ਰਿਹਾ ਹੈ, ਤਾਂ ਆਪਾਂ ਇਹ ਕਹਿ ਸਕਦੇ ਹਾਂ ਵੀ ਇਹ ਜਿਹੜੀ ਓਵਰਆਲ ਡਿਵੈਲਪਮੈਂਟ ਹੋ ਰਹੀ ਹੈ ਇਕਨੋਮਿਕ ਡਿਵੈਲਪਮੈਂਟ ਹੈਗੀ। ਠੀਕ ਹੈ, ਅੱਗੇ ਗੱਲ ਕਰਦੇ ਹਾਂ ਕਨਸੈਪਟ ਆਫ ਗ੍ਰੋਸ ਡੋਮੈਸਟਿਕ ਪ੍ਰੋਡਕਟ ਕੀ ਹੁੰਦਾ। ਗ੍ਰੋਸ ਡੋਮੈਸਟਿਕ ਪ੍ਰੋਡਕਟ ਜਿਹੜਾ ਕੰਟਰੀ ਦਾ ਹੁੰਦਾ, ਜਿਵੇਂ ਮੈਂ ਪਿਛਲੀ ਕਲਾਸ ਦੇ ਵਿੱਚ ਤੁਹਾਨੂੰ ਸਮਝਾਇਆ ਸੀ, ਉਹ ਕੀ ਹੁੰਦਾ? ਆ ਜਿਹੜੀ ਕੰਟਰੀ ਹੈਗੀ ਹੈ, ਗ੍ਰੋਸ ਦਾ ਮਤਲਬ ਹੁੰਦਾ ਟੋਟਲ, ਆ ਕੰਟਰੀ ਦੀ ਇਹ ਜਿਹੜੀ ਹੈ ਡੋਮੈਸਟਿਕ ਟੈਰੀਟਰੀ ਆ, ਇਲਾਕਾ ਹੈਗਾ, ਇਹਦੇ ਵਿੱਚ ਜਿੰਨੇ ਵੀ ਪ੍ਰੋਡਕਟਸ ਜਿਹਨੂੰ ਆਪਾਂ ਕਹਿੰਦੇ ਆ ਗੁੱਡਸ ਜਾਂ ਸਰਵਿਸਿਜ਼ ਜਿਹੜੇ ਨੇ ਉਹ ਬਣ ਰਹੇ ਨੇ ਇੱਕ ਸਾਲ ਦੇ ਵਿੱਚ, ਜਿੰਨੀ ਵੀ ਆਮਦਨ ਹੋ ਰਹੀ ਹੈ ਉਹਦੇ ਨਾਲ, ਉਹਨੂੰ ਆਪਾਂ ਗ੍ਰੋਸ ਡੋਮੈਸਟਿਕ ਪ੍ਰੋਡਕਟ ਕਹਿੰਦੇ। ਤਿੰਨ ਚੀਜ਼ਾਂ ਨੇ, ਗ੍ਰੋਸ ਮਤਲਬ ਟੋਟਲ, ਡੋਮੈਸਟਿਕ ਮਤਲਬ ਟੈਰੀਟਰੀ ਦੇ ਵਿੱਚ, ਤੇ ਇੱਕ ਸਾਲ ਦੇ ਵਿੱਚ। ਤਾਂ ਗ੍ਰੋਸ ਡੋਮੈਸਟਿਕ ਪ੍ਰੋਡਕਟ ਇੱਕ ਦੇਸ਼ ਦਾ ਕੀ ਹੋ ਗਿਆ? ਟੋਟਲ ਪ੍ਰੋਡਕਸ਼ਨ ਜਿਹੜੀ ਹੈ ਹੋ ਰਹੀ ਹੈ ਵੇਰੀਅਸ फाइनल गुड्स से सर्विसेज की फाइनल कॉस्ट लेनी है, बहुत इंपॉर्टेंट है फाइनल कॉस्ट, क्योंकि चिप्स का पैकेट जिहड़ा है, मान लो 5 रुपए दे आलू आए, 5 रुपए की कटिंग हुई मसाले पे, 5 रुपए का, उस तो बाद आलू नू आपां पैकेट्स दे विच पा दिता, फिर उस तो बाद पैकेट की प्रिंटिंग हुई, उहदे उत्ते चिप्स लगे, इदां करके 20 रुपए का पैकेट बन गया। ते आपां जीडीपी दे विच 20 रुपया लेना है, 5 करके नहीं लेना। ते इंपॉर्टेंट 3 गल्लां ने, फाइनल कॉस्ट लेनी है गुड्स ते सर्विसेज की, एक साल की गल करनी है, ते नाल दी नाल डोमैस्टिक टैरिटरी ते जो भी हो रहा है ओदी गल करनी है, वो जीडीपी बना उस अकाउंटिंग ईयर मतलब उस साल की जिहड़ी आपां गल कर रहे जिहदे विच तुसीं जीडीपी कैलकुलेट कर रहे। ठीक है जी, अगे गल करते हैं, इत्थे दस्सिया होया भी ग्रेट डिप्रैशन बारे 1929 टू 32 जिहड़ी हैगी है जानकारी इकट्ठी करो। मैं तुहानूं थोड़ा जिहा दस दिंदी हां, जिहड़ा ग्रेट डिप्रैशन है पूरी दुनिया दे विच आया सी, पैसे नूं लैके मारामारी हो गई सी। इह यूएस तो शुरू होया सी, यूएसए तो शुरू होया सी, स्टॉक मार्केट उत्थे जिथे पैसा लाया जाता है वो सारी दी सारी खत्म हो गई सी। कदों खत्म हुई सी? 29 अक्टूबर 1929। इस दिन नूं कहा जाता है ब्लैक ट्यूसडे भी कहा जाता है। ठीक है, ते हौली हौली हुंदा हुंदा सारे देशों तक जो इहदा इफेक्ट हैगा, क्योंकि बहुत सारे लोगों ने यूएस की मार्केट दे विच पैसा लाया होया सी, ते इसे करके पूरे बैंक्स का फेलियर हो गया, लोगों को नौकरियां नहीं मिल रही सी, ट्रेड नहीं हो रहा सी, सारे कर्जे दे विच फैले हुए सी, अनएम्प्लॉयमेंट रेट वध रहा सी, वो सब कुछ जिहड़ा है हो रहा सी, जिन्हों आपां ग्रेट डिप्रैशन कहते हैं। अगे गल करते हैं जी, इकनॉमिक डिवेलपमेंट शुड नॉट बी कंफ्यूज्ड विद इकनॉमिक ग्रोथ। डिवेलपमेंट है एक ग्रोथ, ग्रोथ हुंदा नंबर वधना, डिवेलपमेंट पूरा आपां ओवरऑल चीज लेंदे हैं जिहदे विच आपां क्वालिटी ऑफ लाइफ भी लेंदे हैं। कई बार इकनॉमिक डिवेलपमेंट ते इकनॉमिक ग्रोथ मैं समझाया तुहानूं फर्क, इंटरचेंजेबली मतलब एक दूजे की थां वरते जाते हैं, बट दोनों डिफरेंट कॉन्सैप्ट हैगे ने। ग्रोथ का मतलब की हैगा? क्वांटिटेटिव चेंज, मतलब नंबर दे विच चेंज, ज्यादा गुड्स बनाए जा रहे हैं, ज्यादा सर्विसेज आ रही ने कंट्री दे विच, नंबर चेंज हो रहे हैं। पर डिवेलपमेंट दे विच क्वांटिटी, ठीक है, जो क्वांटिटी हुंदी है वो यानी गिनती भी बढ़ रही है, ते क्वालिटी ते भी अफेक्ट हो रहा है। क्वालिटी मतलब इंसान की जिंदगी कही जी है, वो सोशल लाइफ हो गई, समझ गए तुसी? मतलब अलग अलग पहलू जिहड़े हैगे ने उन्हां ते ध्यान दिता जांदा है, समाजिक, नैतिक, धार्मिक, राजनीतिक जिहड़े ढांचे आदि हैगे ने उन्हां विच भी तब्दीली जो आ रही है वो शामिल हुंदी है। जे आपां डिवेलपमेंट की गल करिए, सिर्फ पैसा नहीं होर सारे एंगल भी आ जाते हैं। समझ गए डिवेलपमेंट का मतलब? ते सानू पता है कि जिहड़े डिवेलप कंट्रीज ने ओहो हरेक टाइप की क्वालिटेटिव जिहड़ी हैगी है, जिहड़ी मैं हुणे गल कीती तुहानू, समाजिक क्वालिटी मतलब क्वालिटी, समाजिक, नैतिक,
ਧਾਰਮਿਕ ਰਾਜਨੀਤਿਕ ਢਾਂਚੇ ਸਾਰਿਆਂ ਦਾ ਵੱਲ ਧਿਆਨ ਦਿੰਦੀ ਹੈ। ਸਿਰਫ ਇੱਕ ਪੋਸਿਬਿਲਿਟੀ ਰਹਿ ਜਾਂਦੀ ਹੈ ਉਹਨਾਂ ਕੋਲ, ਇਹ ਨਹੀਂ ਹੈ ਕਿ ਸਿਰਫ GDP ਵਧਾਣੀ ਹੈ, ਓਵਰਆਲ ਧਿਆਨ ਦੇਣਾ। ਤਾਂ ਕਨਸੈਪਟ ਜਿਹੜਾ ਹੈ ਇਕਨੋਮਿਕ ਗਰੋਥ ਦਾ, ਉਹ ਡਿਵੈਲਪਡ ਨੇਸ਼ਨ ਜੋ ਆਲਰੇਡੀ ਡਿਵੈਲਪ ਹੋ ਗਿਆ, ਜੋ ਇਹਨਾਂ ਸਾਰੇ ਪਹਿਲੂਆਂ ਤੇ ਕੰਮ ਕਰ ਚੁੱਕੇ, ਡਿਵੈਲਪ ਹੋ ਗਏ, ਲਾਈਫ ਜਿਵੇਂ US ਦੀ ਗੱਲ ਕੀਤੀ ਜਾਏ, ਡਿਵੈਲਪਡ ਦੇਸ਼ ਹੈ, ਵਧੀਆ ਲਾਈਫ ਹੈ, ਵਧੀਆ ਐਜੂਕੇਸ਼ਨ ਸਿਸਟਮ ਹੈ, ਸਭ ਕੁਝ ਹੈ, ਉਹ ਗਰੋਥ ਦੀ ਗੱਲ ਕਰ ਸਕਦੇ ਹਾਂ। ਪਰ ਬਾਕੀ ਦੇਸ਼ ਜਿਹੜੇ ਡਿਵੈਲਪਿੰਗ ਹੈਗੇ ਨੇ, ਅਜੇ ਉੱਥੇ ਤੱਕ ਪਹੁੰਚੇ ਹੀ ਨਹੀਂ ਜਾਂ ਅੰਡਰ ਡਿਵੈਲਪ ਨੇ, ਜਿਨ੍ਹਾਂ ਨੇ ਇਹਨਾਂ ਚੀਜ਼ਾਂ ਤੇ ਧਿਆਨ ਹੀ ਨਹੀਂ ਦਿੱਤਾ, ਉਹ ਤਾਂ ਪੋਸਿਬਿਲਿਟੀ ਐਕਸਪੈਕਟ ਕਰ ਸਕਦੇ ਆ ਨਾ ਵੀ ਉਹਨਾਂ ਦੇ ਸਮਾਜ ਦੇ ਵਿੱਚ ਚੇਂਜਸ ਆਣਗੇ ਤਾਂ ਕਿ ਡਿਵੈਲਪਮੈਂਟ ਦਾ ਕਨਸੈਪਟ ਲਿਆਇਆ ਜਾ ਸਕੇ, ਪੋਲੀਟੀਕਲ ਚੇਂਜਸ ਲੈ ਕੇ ਆਣੀਆਂ ਪੈਣੀਆਂ ਉਹਨਾਂ ਨੂੰ ਆਪਣੇ ਵਿੱਚ, ਹੈ ਕਿ ਨਹੀਂ। ਮਤਲਬ ਆਰਥਿਕ ਵਿਕਾਸ ਦੇ ਨਾਲ ਨਾਲ ਇਹਨਾਂ ਨੂੰ ਹੋਰ ਪਹਿਲੂਆਂ ਤੇ ਵੀ ਧਿਆਨ ਦੇਣਾ ਪਏਗਾ, ਸਮਾਜਿਕ, ਰਾਜਨੀਤਿਕ, ਧਾਰਮਿਕ, ਨੈਤਿਕ ਖੇਤਰਾਂ ਵਿੱਚ ਅਜੇ ਤਬਦੀਲੀ ਦਾ ਇੱਕ ਆਪਾਂ ਕਹਿ ਸਕਦੇ ਸੰਭਾਵਨਾ ਹੈਗੀ ਹੈ ਇਹਨਾਂ ਵਿੱਚ, ਕਿਉਂਕਿ ਇਹ ਡਿਵੈਲਪ ਨਹੀਂ ਹੋਏ। ਇਸ ਲਈ ਆਰਥਿਕ ਵਿਕਾਸ ਸ਼ਬਦ ਜਿਹੜਾ ਹੈਗਾ, ਜਿਹੜਾ ਇਕਨੋਮਿਕ ਡਿਵੈਲਪਮੈਂਟ ਹੈਗਾ, is used for underdeveloped ਤੇ ਡਿਵੈਲਪਿੰਗ ਨੇਸ਼ਨ। ਉਹ ਅਜੇ ਅੰਡਰ ਡਿਵੈਲਪ ਨੇ, ਉਹ ਡਿਵੈਲਪ ਨਹੀਂ ਹੋਏ। ਤੇ ਗਰੋਥ ਜਿਹੜਾ ਹੈ ਉਹਨਾਂ ਲਈ ਵਰਤਦੇ ਆ ਜੋ ਦੇਸ਼ ਡਿਵੈਲਪ ਹੋ ਗਏ ਨੇ। ਇੰਡੀਆ ਜਿਹੜਾ ਡਿਵੈਲਪਿੰਗ ਨੇਸ਼ਨ ਦੇ ਵਿੱਚ ਕਾਊਂਟ ਕੀਤਾ ਜਾਂਦਾ, ਆਪਾਂ ਇਸੇ ਕਰਕੇ ਇਕਨੋਮਿਕ ਡਿਵੈਲਪਮੈਂਟ ਦੀ ਗੱਲ ਕਰ ਰਹੇ ਹਾਂ। ਹੁਣ ਫਰਕ ਦੱਸ ਦਿੰਦੀ ਆ ਤੁਹਾਨੂੰ। ਇੱਥੇ ਹੈਗਾ ਗਰੋਥ, ਗਰੋਥ ਯਾਦ ਰੱਖਿਓ ਨੰਬਰ 4 ਤੋਂ ਮੰਨ ਲਓ 8 ਹੋ ਗਿਆ, 10 ਹੋ ਗਿਆ। ਡਿਵੈਲਪਮੈਂਟ ਕੀ ਹੋ ਗਿਆ, 4 ਤੋਂ 8 ਵੀ ਹੋਇਆ, ਨਾਲ ਦੀ ਨਾਲ ਕੁਆਲਿਟੀ ਵਿੱਚ ਵੀ ਚੇਂਜ ਆਇਆ। ਕੁਆਂਟੀਟੀ ਇਹ ਹੋ ਗਈ ਕੁਆਂਟੀਟੀ, ਠੀਕ ਹੈ, ਤੇ ਨਾਲ ਦੀ ਨਾਲ ਕੁਆਲਿਟੀ ਵਿੱਚ ਵੀ ਚੇਂਜ ਆਇਆ। ਯਾਨੀ ਇਹਦੀ ਸਿੰਗਲ ਡਾਇਮੈਂਸ਼ਨਲ ਨੰਬਰ ਵੱਧ ਰਿਹਾ, ਮਲਟੀ ਡਾਇਮੈਂਸ਼ਨਲ, ਬਹੁਤ ਸਾਰੇ ਪਹਿਲੂ ਆ ਜਾਂਦੇ। ਇਹਦੇ ਵਿੱਚ ਸਿਰਫ ਕੁਆਂਟੀਟੀ ਵੱਧ ਰਹੀ ਹੈ, ਇਹਦੇ ਵਿੱਚ ਕੁਆਂਟੀਟੀ ਵੀ ਵੱਧ ਰਹੀ ਹੈ, ਕੁਆਲਿਟੀ ਵੀ ਵੱਧ ਰਹੀ ਹੈ। ਇਹ ਡਿਵੈਲਪ ਨੇਸ਼ਨਸ ਦੇ ਲਈ ਯੂਜ਼ ਕੀਤਾ ਜਾਂਦਾ ਇਕਨੋਮਿਕ ਗਰੋਥ ਦਾ ਕਨਸੈਪਟ, ਕਿਉਂਕਿ ਉਹ ਡਿਵੈਲਪ ਹੋ ਗਏ। ਇਕਨੋਮਿਕ ਡਿਵੈਲਪਮੈਂਟ ਜਿਹੜੀ ਹੈਗੀ ਆ ਉਹ ਡਿਵੈਲਪਡ ਲਈ, ਅੰਡਰ ਡਿਵੈਲਪਡ ਲਈ ਸੌਰੀ ਯੂਜ਼ ਕੀਤਾ ਜਾਂਦਾ ਤੇ ਡਿਵੈਲਪਿੰਗ ਲਈ। ਇੱਥੇ ਪੋਸਿਬਿਲਿਟੀ ਕੀ ਹੈ ਇਕਨੋਮਿਕ ਗਰੋਥ ਦੀ, ਸਿਰਫ ਇਕਨੋਮਿਕ ਗਰੋਥ ਹੋ ਰਿਹਾ, ਇਕਨੋਮਿਕ ਡਿਵੈਲਪ ਵਿਦਆਊਟ ਇਕਨੋਮਿਕ ਡਿਵੈਲਪਮੈਂਟ, ਕਿਉਂਕਿ ਉਹ ਡਿਵੈਲਪ ਹੋ ਗਏ। ਇਕਨੋਮਿਕ ਡਿਵੈਲਪਮੈਂਟ ਦੇ ਵਿੱਚ ਗਰੋਥ ਵੀ ਹੋ ਰਹੀ ਹੈ ਤੇ ਨਾਲ ਦੀ ਨਾਲ ਸਾਨੂੰ ਪਤਾ ਹੈ ਵੀ ਦੇਸ਼ ਦੇ ਵਿੱਚ ਹੋਰ ਵੀ ਕਈ ਪਹਿਲੂ ਹੈਗੇ ਨੇ, ਸਮਾਜਿਕ, ਰਾਜਨੀਤਿਕ, ਧਾਰਮਿਕ, ਨੈਤਿਕ ਖੇਤਰ, ਜਿੱਥੇ ਤਬਦੀਲੀ ਆਉਣ ਦੀ ਸੰਭਾਵਨਾ ਹੈਗੀ ਹੈ, ਉੱਥੇ ਚੇਂਜਸ ਆ ਸਕਦੀਆਂ। ਹੁਣ ਗੱਲ ਕਰਦੇ ਹਾਂ ਜੀ ਸਸਟੇਨੇਬਲ ਡਿਵੈਲਪਮੈਂਟ। ਅੱਜ ਕੱਲ ਸਾਰੇ ਹੀ ਵਾਤਾਵਰਣ ਨੂੰ ਲੈ ਕੇ ਤੁਹਾਨੂੰ ਪਤਾ ਹੈ ਕਿੰਨੀ ਚਰਚਾ ਚੱਲ ਰਹੀ ਹੈ ਵੀ ਵਾਤਾਵਰਣ ਨੂੰ ਇੰਨਾ ਨੁਕਸਾਨ ਪਹੁੰਚਾਇਆ ਜਾ ਰਿਹਾ, ਸਾਰੇ ਗਰੋਥ ਦੀ ਗੱਲ ਕਰ ਰਹੇ ਨੇ। ਤੇ ਇਸੇ ਕਰਕੇ ਹੁਣ ਸਾਨੂੰ ਇਨਵਾਇਰਮੈਂਟਲ ਡਿਗਰੇਡੇਸ਼ਨ ਬਾਰੇ ਗੱਲ ਕਰਨੀ ਹੀ ਪਏਗੀ। ਵਾਤਾਵਰਣ ਜਿਹੜਾ ਵਿਗੜ ਰਿਹਾ ਹੈ ਉਹਦੇ ਬਾਰੇ ਚਿੰਤਾ ਜਤਾਣੀ ਪਏਗੀ। ਹੁਣ ਆਪਣੀ GDP ਵਧਾਉਣ ਦੇ ਚੱਕਰ ਦੇ ਵਿੱਚ ਆਪਣੇ ਆਪ ਨੂੰ ਡਿਵੈਲਪ ਦੇਸ਼ ਕਹਿਣ ਦੇ ਲਈ ਕੋਈ ਵੀ ਪਾਲਿਸੀ ਜੇ ਆਪਾਂ ਅਪਣਾਉਂਦੇ ਆ, ਉਹਦੇ ਨਾਲ ਸਾਨੂੰ ਪਤਾ ਹੈ ਵਾਤਾਵਰਣ ਖਰਾਬ ਹੁੰਦਾ ਹੈ, ਪੋਲਿਊਸ਼ਨ ਕਿੰਨਾ ਜ਼ਿਆਦਾ ਹੁੰਦਾ ਹੈ। ਤੇ ਜਦ ਆਪਾਂ ਹੀ ਪੋਲਿਊਸ਼ਨ ਕਾਜ਼ ਕਰ ਰਹੇ ਹਾਂ ਆਪਣੇ এনवायरमेंट ਨੂੰ ਇੰਨੇ ਐਕਸਟੈਂਟ ਤੱਕ ਕਿ ਇੰਨਾ ਜ਼ਿਆਦਾ ਪੋਲਿਊਸ਼ਨ ਕਾਜ਼ ਕਰਤਾ ਵੀ ਪੋਸਿਬਿਲਿਟੀ ਨਹੀਂ ਹੈ ਕਿ ਹੁਣ ਉਹ ਠੀਕ ਕੀਤਾ ਜਾ ਸਕੇ, ਇੰਨਾ ਜ਼ਿਆਦਾ ਨੁਕਸਾਨ ਕਰਤਾ ਹੈ ਕਿ ਨਹੀਂ, ਅੱਗੇ ਵਧਣ ਦੀ ਹੋਂਦ ਦੇ ਵਿੱਚ ਇੰਨਾ ਨੁਕਸਾਨ ਕਰਤਾ। ਤੇ ਆਪਾਂ ਇਹ ਕਹਿ ਸਕਦੇ ਹਾਂ ਵੀ ਅਸੀਂ ਆਪਣੇ ਆਉਣ ਵਾਲੀਆਂ ਪੀੜ੍ਹੀਆਂ ਦੀ ਜ਼ਿੰਦਗੀ, ਆਪਣੀ ਵੀ ਆਉਣ ਵਾਲੀ ਜ਼ਿੰਦਗੀ, ਆਉਣ ਵਾਲੀ ਪੀੜ੍ਹੀਆਂ ਦੀ ਵੀ ਜ਼ਿੰਦਗੀ ਬਿਲਕੁਲ ਖਰਾਬ ਕਰਕੇ ਜਾ ਰਹੇ। ਤੇ ਇਹ ਸਾਡੀ ਇੱਕ ਤਰੀਕੇ ਦੇ ਨਾਲ ਇੱਕ ਨੈਤਿਕ ਡਿਊਟੀ ਬਣਦੀ ਹੈ, ਮੋਰਲ ਡਿਊਟੀ ਬਣਦੀ ਹੈ ਹੁਣ ਦੀ ਜਨਰੇਸ਼ਨ ਦੀ, ਹੁਣ ਦੀ ਪੀੜ੍ਹੀ ਦੀ, ਕਿ ਇੱਕ ਬੈਟਰ, ਵਧੀਆ ਤੇ ਹੈਲਦੀ এনवायरमेंट ਪ੍ਰੋਵਾਈਡ ਕੀਤਾ ਜਾਏ ਆਉਣ ਵਾਲੀ ਪੀੜ੍ਹੀਆਂ ਨੂੰ। ਜਿਵੇਂ ਸਾਡੇ ਪੁਰਖੇ ਜਿਹੜੇ ਹੈਗੇ ਨੇ ਸਾਡੇ ਲਈ ਛੱਡ ਕੇ ਗਏ ਨੇ, ਉਵੇਂ ਹੀ ਸਾਨੂੰ ਵੀ ਆਪਣੀ ਆਉਣ ਵਾਲੀ ਪੀੜ੍ਹੀਆਂ ਦੀ ਜਿਹੜਾ ਵਾਤਾਵਰਣ ਹੈ, ਹਿਸਾਬ ਕਿਤਾਬ ਹੈ, ਉਹ ਠੀਕ ਰੱਖਣਾ ਪਏਗਾ। ਜੇ ਹਵਾ ਪੋਲਿਊਟਡ ਹੋਏਗੀ, ਜੇ ਵਾਟਰ ਜਿਹੜਾ ਹੈ ਪ੍ਰਦੂਸ਼ਿਤ ਪਾਣੀ ਹੋਏਗਾ, ਪ੍ਰਦੂਸ਼ਿਤ ਹਵਾ, ਜ਼ਮੀਨ ਹੈਗੀ ਆ ਉਹ ਪ੍ਰਦੂਸ਼ਿਤ ਹੋ ਜਾਏਗੀ, ਤਾਂ ਫਿਰ ਤਾਂ ਆਪਾਂ ਇਹ ਕਹਿ ਸਕਦੇ ਹਾਂ ਵੀ ਨੈਚੁਰਲ ਰਿਸੋਰਸਿਸ ਜਿਹੜੇ ਸਾਧਨ ਹੈ ਆਪਾਂ ਸਾਰੇ ਹੀ ਖਤਮ ਕਰਕੇ ਜਾ ਰਹੇ ਹਾਂ, ਖਤਮ ਵੀ ਖਰਾਬ ਵੀ ਕਰਕੇ ਜਾ ਰਹੇ ਹਾਂ। ਜਿਸ ਹਿਸਾਬ ਨਾਲ ਆਪਾਂ ਅਰਥ ਦੇ ਵਿੱਚੋਂ ਮਿਨਰਲਸ ਕੱਢ ਰਹੇ ਹਾਂ, ਸਭ ਕੋਇਲਾ ਕੱਢ ਰਹੇ ਹਾਂ, ਪੈਟਰੋਲੀਅਮ ਕੱਢ ਰਹੇ ਹਾਂ, ਸਭ ਖਤਮ ਕਰਕੇ ਜਾ ਰਹੇ ਹਾਂ। ਇਹ ਕਿਹਦੇ ਲਈ ਕਰ ਰਹੇ ਹਾਂ? ਆਪਣੀ ਜ਼ਿੰਦਗੀ ਬਿਹਤਰ ਬਣਾਉਣ ਲਈ, ਠੀਕ ਹੈ, ਆਪਣਾ ਫਿਊਚਰ ਬੈਟਰ ਕਰਨ ਲਈ, ਆਪਣਾ ਸਟੈਂਡਰਡ ਆਫ ਲਿਵਿੰਗ ਉੱਤੇ ਚੱਕਣ ਲਈ। ਪਰ ਤੁਹਾਨੂੰ ਨਹੀਂ ਲੱਗਦਾ ਇਹ ਸਭ ਜੋ ਆਪਾਂ ਕਰ ਰਹੇ ਇਹਦੇ ਨਾਲ ਫਿਊਚਰ ਜਨਰੇਸ਼ਨ ਤੇ ਇਫੈਕਟ ਪੈਂਦਾ ਹੈ? ਤੇ ਇਹਦਾ ਜਿਹੜਾ ਰਿਜ਼ਲਟ ਹੈ ਸਾਡੇ ਸਾਹਮਣੇ ਹੈਗਾ। ਅੱਜ ਦੀ ਡੇਟ ਦੇ ਵਿੱਚ 에ਅਰ ਪੋਲਿਊਸ਼ਨ ਦੀ ਪ੍ਰੋਬਲਮ ਆ ਰਹੀ ਹੈ, ਸਮੌਗ ਹੋ ਰਹੀ ਹੈ, ਧੁੰਦ ਜਿਹੜੀ ਆ ਰਹੀ ਹੈ ਨੱਕ ਨੂੰ ਚੜ ਜਾਂਦੀ ਹੈ। ਸਰਦੀਆਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਸਮੌਗ ਕੀ ਹੁੰਦਾ, ਸਮੋਕ ਧੂਆ, ਉਹਦੇ ਨਾਲ ਜਦ ਆਪਾਂ ਫੌਗ ਮਿਲਾ ਦਿੰਦੇ ਆ, ਧੂਏ ਨਾਲ ਫੌਗ ਮਿਲ ਜਾਂਦੀ ਹੈ, ਸਰਦੀਆਂ ਦੇ ਵਿੱਚ ਸਮੌਗ ਹੋ ਜਾਂਦਾ ਹੈ। ਵਾਟਰ ਦੀ ਕਮੀ ਆ ਰਹੀ ਹੈ, ਵਾਟਰ ਦੇ ਵਿੱਚ ਪੋਲਿਊਸ਼ਨ ਦਿਖਾਈ ਦੇ ਰਿਹਾ, ਕਲਾਈਮੇਟ ਚੇਂਜ, ਹੁਣ ਸਰਦੀਆਂ ਕਿੰਨੀਆਂ ਦੇਰ ਨਾਲ ਆਉਂਦੀਆਂ, ਗਰਮੀਆਂ ਕਿੰਨੀ ਦੇਰ ਨਾਲ ਆਉਂਦੀਆਂ, ਬਾਰਿਸ਼ਾਂ ਦਾ ਪ੍ਰੋਬਲਮ ਆ ਰਿਹਾ ਹੈ, ਕੋਇਲੇ ਦੀ ਕਮੀ ਦੇਖਣ ਨੂੰ ਮਿਲ ਰਹੀ ਹੈ, ਪੈਟਰੋਲ ਦੀ ਕਮੀ ਦੇਖਣ ਨੂੰ ਮਿਲ ਰਹੀ ਹੈ। ਤੁਹਾਨੂੰ ਪਤਾ ਹੈ
कि 2017 ਦੇ ਵਿੱਚ ਪੰਜਾਬ ਦੇ ਵਿੱਚ ਪ੍ਰੋਬਲਮ ਜਿਹੜੀ ਹੈ ਸਮੋਕ ਤੇ ਫੌਗ ਦੀ ਉਹ ਇੰਨੀ ਜ਼ਿਆਦਾ ਹੋ ਗਈ ਸੀ ਕਿ ਗਵਰਨਮੈਂਟ ਨੂੰ ਸਾਰੇ ਸਕੂਲ ਤੇ ਕਾਲਜਸ ਬੰਦ ਕਰਨੇ ਪਏ। ਨਿਊ ਦਿੱਲੀ ਦੇ ਵਿੱਚ ਔਡ ਇਵਨ ਸਕੀਮ ਚੱਲ ਰਹੀ ਹੈ ਵੀ ਇੱਕ ਔਡ ਵਾਲੇ ਦਿਨ ਮਤਲਬ ਔਡ ਡੇ ਵਾਲੇ ਦਿਨ ਔਡ ਨੰਬਰ ਵਾਲੀਆਂ ਜਿਹੜੀਆਂ ਗੱਡੀਆਂ ਉਹ ਨਿਕਲਣਗੀਆਂ, ਈਵਨ ਨੰਬਰ ਵਾਲੇ ਦਿਨ ਈਵਨ ਵਾਲੀਆਂ ਗੱਡੀਆਂ ਨਿਕਲਣਗੀਆਂ। ਇਹ ਕਿਉਂ ਕੀਤਾ ਜਾ ਰਿਹਾ ਤਾਂ ਕਿ ਪੋਲਿਊਸ਼ਨ ਜਿਹੜਾ ਉਹ ਘਟਾਇਆ ਜਾ ਸਕੇ। ਅੱਜ ਕੱਲ नो द मैटर इज नॉट ऑफ डिवेलपमेंट भी आप सिर्फ डिवेलपमेंट करनी है, पर यह भी है भी जो डिवेलपमेंट आप कर रहे हैगे आ ਉਹ ਸਾਨੂੰ ਵੀ ਲਾਭਦਾਇਕ ਹੋਏ ਤੇ ਨਾਲ ਦੀ ਨਾਲ ਉਹ ਆਉਣ ਵਾਲੀ ਜਿਹੜੀ ਜਨਰੇਸ਼ਨ ਹੈ ਫਿਊਚਰ ਜਨਰੇਸ਼ਨ ਉਹਦੇ ਲਈ ਵੀ ਨੁਕਸਾਨ ਨਾ ਪਹੁੰਚਾਈਏ ਆਪਾਂ। ਤੇ ਆਪਣਾ ਧਿਆਨ ਜਿਹੜਾ ਹੈਗਾ ਉਹ ਜਿਵੇਂ ਇਕਨੋਮਿਸਟ ਹੈਗੇ ਨੇ ਸਾਡਾ ਧਿਆਨ ਡਿਵੈਲਪਮੈਂਟ ਤੋਂ ਸਸਟੇਨੇਬਲ ਡਿਵੈਲਪਮੈਂਟ ਦੇ ਵਿੱਚ ਲੈ ਕੇ ਜਾ ਰਹੇ ਨੇ ਕਿਉਂਕਿ ਆਪਾਂ ਇੰਨਾ ਪ੍ਰਦੂਸ਼ਣ ਕਾਜ਼ ਕਰ ਰਹੇ ਹਾਂ। ਤਾਂ ਡਿਵੈਲਪਮੈਂਟ ਦੀ ਜਿਹੜੀ ਪਾਲਿਸੀ ਹੈਗੀ ਆ a developmental policy that makes development ਜਿਹੜਾ ਹੈ ਸਾਨੂੰ ਪਤਾ ਹੈ ਲੰਬੇ ਸਮੇਂ ਤੇ ਅਚੀਵ ਹੁੰਦਾ ਹੈ, ਲੌਂਗ ਟਰਮ ਫਿਨੋਮੀਨਾ ਹੈ ਜੋ ਆਪਾਂ ਪ੍ਰੈਜ਼ੈਂਟ ਜਨਰੇਸ਼ਨ ਜਿਹਦੇ ਤੇ ਕੰਮ ਕਰ ਰਹੇ ਹਾਂ। ਨਾਲ ਦੀ ਨਾਲ ਆਪਾਂ ਨੂੰ ਇਹ ਧਿਆਨ ਦੇਣਾ ਕਿ ਲੌਂਗ ਟਰਮ ਜਿਹੜਾ ਫਿਨੋਮੀਨਾ ਹੈ ਇੰਨਾ ਲੌਂਗ ਟਰਮ ਕਰਦੇ ਹੋਏ ਆਪਾਂ ਇਹ ਨਾ ਭੁੱਲ ਜਾਈਏ ਵੀ ਆਪਾਂ ਜੋ ਵੀ ਕਰਾਂਗੇ ਉਹਦਾ ਅਸਰ ਜਿਹੜਾ ਫਿਊਚਰ ਜਨਰੇਸ਼ਨ ਨੂੰ ਭੁਗਤਣਾ ਹੀ ਪਏਗਾ। ठीक है, सानू ये चीज करनी चाहिए भी लॉन्ग टर्म ਦੇ ਵਿੱਚ जो भी ਆਪਾਂ ਕਰ ਰਹੇ सोच समझ के काम करिए सो दैट सस्टेनेबल डिवेलपमेंट वातावरण ਨੂੰ नुकसान ना पहुंचाया जाए। ਹੁਣ ਇਹ ਇੰਪੋਰਟੈਂਟ ਹੈਗਾ ਵੀ ਜਿਹੜਾ ਵਰਡ ਹੈ ਸਸਟੇਨੇਬਲ ਡਿਵੈਲਪਮੈਂਟ ਉਹ ਪਹਿਲੀ ਵਾਰ ਕਦ ਯੂਜ਼ ਕੀਤਾ ਗਿਆ ਸੀ ਵਰਲਡ ਕੰਜ਼ਰਵੇਸ਼ਨ ਸਟ੍ਰੈਟਜੀ, ਵਰਲਡ ਨੂੰ ਕੰਜ਼ਰਵ ਕਰਨ ਦੀ ਸਟ੍ਰੈਟਜੀ ਦੇ ਇੱਕ ਇੱਥੇ ਯੂਜ਼ ਕੀਤਾ ਗਿਆ ਸੀ ਬਾਈ ਇੰਟਰਨੈਸ਼ਨਲ ਯੂਨੀਅਨ ਫॉर ਕੰਜ਼ਰਵੇਸ਼ਨ ਆਫ ਨੇਚਰ ਐਂਡ ਨੈਚੁਰਲ ਰਿਸੋਰਸਿਸ। ਇਹ ਇੱਕ ਸੰਸਥਾ ਹੈਗੀ ਆ ਉਹਨੇ ਯੂਜ਼ ਕੀਤਾ ਸੀ ਵਰਲਡ ਕੰਜ਼ਰਵੇਸ਼ਨ ਸਟ੍ਰੈਟਜੀ ਕਿਹੜੇ ਸਾਲ ਦੇ ਵਿੱਚ 1980 ਦੇ ਵਿੱਚ। ਹੁਣ ਸਸਟੇਨੇਬਲ ਡਿਵੈਲਪਮੈਂਟ ਹੁੰਦਾ ਕੀ ਹੈਗਾ, ਇਹ ਜਿਹੜਾ ਵਿਕਾਸ ਹੈ ਉਹਦੇ ਵਿੱਚ ਆਪਾਂ ਟੇਕ ਕੇਅਰ ਕਰਦੇ ਆ ਆਪਣੀ ਪ੍ਰੈਜ਼ੈਂਟ ਜ਼ਰੂਰਤਾਂ ਦੀ, ਫਿਊਚਰ ਜਨਰੇਸ਼ਨ ਦੀ ਜ਼ਰੂਰਤਾਂ ਦੀ ਤੇ ਨਾਲ ਦੀ ਨਾਲ ਵਾਤਾਵਰਣ ਦੀ। ਸਿਰਫ ਤੇ ਸਿਰਫ ਡਿਵੈਲਪਮੈਂਟ ਨਹੀਂ ਕਰਦੇ, ਇਹਦੇ ਵਿੱਚ ਵਾਤਾਵਰਣ ਜਿਹੜਾ ਹੈ ਉਹਦੀ ਕੁਆਲਿਟੀ ਖਰਾਬ ਨਾ ਹੋਏ। ਠੀਕ ਹੈ, ਵਾਤਾਵਰਣ ਦੇ ਜਿਹੜੇ ਰਿਸੋਰਸਸ ਹੈਗੇ ਨੇ ਉਹਨਾਂ ਦੀ ਉਹ ਖਤਮ ਨਾ ਹੋ ਜਾਣ, ਉਹਨਾਂ ਨੂੰ ਧਿਆਨ ਦੇ ਵਿੱਚ ਰੱਖਿਆ ਜਾਂਦਾ ਬੇਸਿਕਲੀ ਵਾਤਾਵਰਣ। ਹੁਣ ਕੀ ਨੀਡ ਫॉर ਸਸਟੇਨੇਬਲ ਡਿਵੈਲਪਮੈਂਟ ਜਿਹੜੀ ਹੈਗੀ ਆ ਉਹ ਕੀ ਹਾਸਲ ਕਰਦਾ ਹੈ। ਦੇਖੋ ਇਹਦੇ ਨਾਲ ਕੀ ਹੁੰਦਾ, ਨੀਡ ਕੀ ਹੈ ਸਸਟੇਨੇਬਲ ਡਿਵੈਲਪਮੈਂਟ ਦੀ, ਬਹੁਤ ਜ਼ਰੂਰੀ ਹੈਗਾ ਨੀਡ ਹੈਗੀ ਹੈ ਸਸਟੇਨੇਬਲ ਡਿਵੈਲਪਮੈਂਟ ਦੀ ਸੋਸਾਇਟੀ ਦੇ ਵਿੱਚ। ਕਿਉਂ? ਤਾਂ ਕਿ ਆਪਾਂ ਆਪਣੇ ਵਾਤਾਵਰਣ ਨੂੰ ਹੋਰ ਖਰਾਬ ਹੋਣ ਤੋਂ ਬਚਾ ਸਕੀਏ, ਹੋਰ ਵਿਗੜਨ ਤੋਂ ਬਚਾ ਸਕੀਏ। ਹੋਰ ਕੀ ਕਾਰਨ ਹੈ? ਮੇਨਟੇਨ ਬਾਇਓਡਾਇਵਰਸਿਟੀ, ਬਾਇਓ मतलब ਲਿਵਿੰਗ ਡਾਇਵਰਸਿਟੀ, ਕਿਉਂਕਿ ਅਲੱਗ-ਅਲੱਗ ਪੇੜ ਜਾਨਵਰ ਅਲੱਗ-ਅਲੱਗ ਹੈਗੇ ਨੇ, ਬਹੁਤ ਸਾਰੇ ਹੈਗੇ ਨੇ। ਠੀਕ ਹੈ, ਹੁਣ ਜਿੰਨਾ ਵਾਤਾਵਰਣ ਦੇ ਵਿੱਚ ਨੁਕਸਾਨ ਹੋ ਰਿਹਾ, ਪੇੜ ਪੌਦੇ ਕੱਟੇ ਜਾ ਰਹੇ ਨੇ, ਇਹਦੇ ਕਰਕੇ ਬਹੁਤ ਸਾਰੇ ਜਿਹੜੇ ਜਾਨਵਰ ਹੈਗੇ ਨੇ ਉਹ ਮਰਦੇ ਜਾ ਰਹੇ, ਖਤਮ ਹੁੰਦੇ ਜਾ ਰਹੇ। ਤਾਂ ਬਾਇਓ ਡਾਇਵਰਸਿਟੀ, ਡਾਇਵਰਸ ਜਿਹੜਾ ਵੱਖਰਾ ਜਿਹੜਾ ਹੈਗਾ, ਜਿਵੇਂ ਆਪਾਂ ਕਹਿੰਦੇ ਆ ਜੈਵ ਵਿਭਿੰਨਤਾ ਜਿਹੜੀ ਹੈਗੀ ਉਹ ਖਤਮ ਹੁੰਦੀ ਜਾ ਰਹੀ ਹੈ। ठीक है, उन्होंने कायम रखने के लिए आपा नु काम करना पएगा सस्टेनेबल डिवेलपमेंट दे। मेनटेन करनी क्वालिटी ऑफ लाइफ अपनी ते आने वाली पीढ़ियां दी, अपने आप नु ते आने वाली पीढ़ियां नु बचाना। क्लाइमेट चेंज होएगा जे आपा डिवेलपमेंट ते ध्यान देवांगे, सस्टेनेबल डिवेलपमेंट ते ध्यान नहीं देवांगे, ओदे असर सानू भी भुगतने पैणगे। हुण तुहानू पता है ओजोन खत्म हो रही है। रिमूव करना इनइक्वालिटी ਨੂੰ ਜੋ ਜਦ ਡਿਸਟ੍ਰੀਬਿਊਸ਼ਨ ਹੋ ਰਹੀ ਹੈ ਰਿਸੋਰਸਿਸ ਦੀ, ਤੁਹਾਨੂੰ ਪਤਾ ਜਿਹੜੇ ਰਿਸੋਰਸਿਸ ਹੈਗੇ ਨੇ, ਸਾਧਨ ਹੈਗੇ ਨੇ, ਉਹ ਸਿਰਫ ਪੈਸੇ ਵਾਲਿਆਂ ਨੂੰ ਜ਼ਿਆਦਾ ਮਿਲ ਰਹੇ ਨੇ, ਜਿਨ੍ਹਾਂ ਕੋਲ ਪੈਸੇ ਨਹੀਂ ਉਹਨਾਂ ਕੋਲ ਮਿਲ ਹੀ ਨਹੀਂ ਰਹੇ। ਤਾਂ ਉਹ ਜਿਹੜੀ ਇਨਇਕੁਆਲਿਟੀ ਹੈ ਉਹਨੂੰ ਵੀ ਦੂਰ ਕਰਨਾ। ਹੁਣ ਆਪਾਂ ਪੜ੍ਹਦੇ ਹਾਂ ਇਕਨੋਮਿਕ ਗਰੋਥ ਤੇ ਸਸਟੇਨੇਬਲ ਡਿਵੈਲਪਮੈਂਟ ਦੇ ਵਿੱਚ ਐਕਚੁਅਲ ਵਿੱਚ ਫਰਕ ਕੀ ਹੈ। ਇੱਕ ਰਸਤਾ ਜਾਂਦਾ ਇਕਨੋਮਿਕ ਗਰੋਥ ਨੂੰ ਨੰਬਰ ਵਧਾਈ ਜੋ, ਤੇ ਇੱਕ ਹੁੰਦਾ ਸਸਟੇਨੇਬਲ ਡਿਵੈਲਪਮੈਂਟ ਕਰਨੀ, ਵੀ ਡਿਵੈਲਪਮੈਂਟ ਵੀ ਕਰੋ ਨਾਲ ਦੀ ਨਾਲ ਇਨਵਾਇਰਨਮੈਂਟ ਜਾਂ ਤੁਸੀਂ ਕਹਿ ਸਕਦੇ ਹੋ ਵਾਤਾਵਰਣ ਦਾ ਧਿਆਨ ਵੀ ਰੱਖੋ। ਇਹੀ ਹੈ, ਤੁਸੀਂ ਕਿਹੜਾ ਰਸਤਾ ਫੜੋਗੇ, ਇਹ ਵਾਲਾ ਦੇਸ਼ ਨੂੰ ਕਹੋਗੇ ਰਸਤਾ ਫੜੋ ਜਾਂ ਦੂਜੇ ਵਾਲਾ। ਡਿਫਰੈਂਸ ਕੀ ਹੈ ਦੋਨਾਂ ਦੇ ਵਿੱਚ? ਇੱਕ ਸਾਈਡ ਤੇ ਇਕਨੋਮਿਕ ਗਰੋਥ ਹੋ ਰਹੀ ਹੈ, ਵੱਡੀਆਂ ਵੱਡੀਆਂ ਇੰਡਸਟਰੀਜ਼ ਲੱਗ ਰਹੀਆਂ, ਪੋਲਿਊਸ਼ਨ ਹੋ ਰਹੀ ਹੈ, এনवायरमेंट ਨੂੰ ਡੈਮੇਜ ਹੋ ਰਿਹਾ ਹੈ। ਕਿ ਮੈਂ ਕਹਿ ਸਕਦੀ ਹਾਂ ਡੈਫੀਨੇਟਲੀ ਜੇ ਫੈਕਟਰੀਆਂ ਲੱਗਣਗੀਆਂ ਇਨਕਮ ਵਧੇਗੀ, ਪ੍ਰੋਡਕਸ਼ਨ ਵਧੇਗੀ ਦੇਸ਼ ਦੀ, ਬਟ ਐਟ ਦ ਸੇਮ ਟਾਈਮ ਕਿ ਮੈਂ ਕਹਿ ਸਕਦੀ ਹਾਂ ਜਿਹੜੀ ਲਾਈਫ ਦੀ ਕੁਆਲਿਟੀ ਹੈ ਖਰਾਬ ਹੋ ਜਾਏਗੀ, ਹੁਣ ਦੀ ਨਹੀਂ ਆਉਣ ਵਾਲੀ ਪੀੜ੍ਹੀਆਂ ਦੀ ਵੀ। ਤੇ ਦੂਜੇ ਪਾਸੇ ਜੇ ਮੈਂ ਗੱਲ ਕਰਾਂ ਇੱਥੇ ਸਸਟੇਨੇਬਲ ਡਿਵੈਲਪਮੈਂਟ ਦੀ, ਜਿਹਦੇ ਵਿੱਚ ਵਾਤਾਵਰਣ ਦੀ ਗੱਲ ਕੀਤੀ ਜਾ ਰਹੀ ਹੈ, ਉੱਥੇ ਕੀ ਹੋ ਰਿਹਾ ਹੈ ਵੀ ਵਾਤਾਵਰਣ ਸਾਫ਼ ਹੈ, ਹਰਿਆਲੀ ਹੈਗੀ ਹੈ, ਕੁਆਲਿਟੀ ਆਫ ਲਾਈਫ ਹੈਗੀ ਹੈ ਲੋਕਾਂ ਦੀ ਬਹੁਤ ਇੰਪੋਰਟੈਂਟ, ਉਹਨੂੰ ਆਪਾਂ ਕਹਿ ਸਕਦੇ ਹਾਂ ਸਸਟੇਨੇਬਲ ਡਿਵੈਲਪਮੈਂਟ ਹੋ ਰਹੀ ਹੈ, ਲੋਕਾਂ ਦੀ ਲਾਈਫ ਬੈਟਰ ਹੈ, ਵਾਤਾਵਰਣ ਬੈਟਰ ਹੈ। ਤਾਂ ਆਪਾਂ ਇਹ ਕਹਿ ਸਕਦੇ ਹਾਂ ਵੀ ਇਕਨੋਮਿਕ ਗਰੋਥ ਦੇਸ਼ ਦੇ ਲਈ ਬਹੁਤ ਜ਼ਰੂਰੀ ਹੈ। ਪੈਸੇ ਵੱਧਦੇ ਨੇ, ਬਣਦੇ ਹੈ, ਦੇਸ਼ ਤਰੱਕੀ ਕਰਦਾ ਹੈ, पर जे अपना एनवायरमेंट ही क्लीन नहीं होएगा, हवा ही साफ नहीं होएगी, पानी वधिया नहीं होएगा, तो फिर आपां की करांगे इकनॉमिक ग्रोथ दा?
ਸਾਨੂੰ ਫੋਕਸ ਕਰਨਾ ਚਾਹੀਦਾ ਸਸਟੇਨੇਬਲ ਡਿਵੈਲਪਮੈਂਟ ਤੇ, ਤਾਂ ਕਿ ਅਸੀਂ ਆਪਣੀ ਜਿਹੜੀ ਲਾਈਫ ਹੈਗੀ ਆ ਉਹਨੂੰ ਬੈਟਰ ਕਰ ਸਕੀਏ। ਠੀਕ ਹੈ, ਹੁਣ ਆਪਾਂ ਗੱਲ ਕਰਦੇ ਹਾਂ ਜੀ ਮੈਜਰਮੈਂਟਸ ਕਿਵੇਂ ਕੀਤੀ ਜਾਂਦੀ ਹੈ ਇਕਨੋਮਿਕ ਡਿਵੈਲਪਮੈਂਟ ਦੀ, ਕਿਵੇਂ ਕਿਵੇਂ ਮੈਜਰ ਕੀਤਾ ਜਾਂਦਾ ਹੈ। ਮੈਜਰਮੈਂਟ ਸਭ ਤੋਂ ਪਹਿਲਾਂ ਪੈਸੇ ਦੀ, ਇਕਨੋਮਿਕ ਪੈਸੇ ਦੀ ਡਿਵੈਲਪਮੈਂਟ ਨਾਲ ਦੀ ਨਾਲ ਕੁਆਲਿਟੀ ਆਫ ਲਾਈਫ ਜਿਹੜੀ ਹੈ, ਇਹ ਦੋਨੋਂ ਐਂਗਲਸ ਆ ਜਾਂਦੇ, ਪੈਸਾ ਪਲੱਸ ਕੁਆਲਿਟੀ ਆਫ ਲਾਈਫ। ਸਭ ਤੋਂ ਪਹਿਲਾਂ ਆਪਾਂ ਮੈਜਰ ਕਰਦੇ ਹਾਂ ਪੈਸਾ ਕਿਵੇਂ ਕਰਦੇ ਹਾਂ, ਨੈਸ਼ਨਲ ਇਨਕਮ ਦੇ ਨਾਲ। ਕਈ ਇਕੋਨੋਮਿਸਟ ਜਿਹੜੇ ਨੇ ਉਹ ਇਹ ਕਹਿੰਦੇ ਨੇ ਵੀ ਜਿਹੜਾ ਕ੍ਰਾਈਟੇਰੀਆ ਹੈ, ਜੋ ਤਰੀਕਾ ਹੈ ਮੈਜਰ ਕਰਨ ਦਾ ਇਕਨੋਮਿਕ ਡਿਵੈਲਪਮੈਂਟ ਨੂੰ, ਉਹ ਹੁੰਦਾ ਹੈ ਦੇਸ਼ ਦੀ ਕਿੰਨੀ ਇਨਕਮ ਹੈ, ਨੈਸ਼ਨਲ ਇਨਕਮ ਕਿੰਨੀ ਹੈ। ਜਿੰਨੀ ਜ਼ਿਆਦਾ ਨੈਸ਼ਨਲ ਇਨਕਮ ਹੈ ਉਨੀ ਜ਼ਿਆਦਾ ਇਕਨੋਮਿਕ ਡਿਵੈਲਪਮੈਂਟ ਹੈਗੀ ਹੈ, ਤੇ ਜਿੰਨੀ ਘੱਟ ਇਨਕਮ ਹੈ ਦੇਸ਼ ਦੀ ਉਨੀ ਘੱਟ ਇਕਨੋਮਿਕ ਡਿਵੈਲਪਮੈਂਟ ਹੈ। ਇਹ ਇਸ ਕਰਕੇ ਕਿਹਾ ਜਾਂਦਾ ਹੈ, ਕਿਉਂਕਿ ਜਿਸ ਕੰਟਰੀ ਦੇ ਵਿੱਚ ਜ਼ਿਆਦਾ ਨੈਸ਼ਨਲ ਇਨਕਮ ਹੋਏਗੀ, ਇਨਕਮ ਪੈਸਾ ਜ਼ਿਆਦਾ ਆ ਰਿਹਾ, ਉਹ ਜ਼ਿਆਦਾ ਪੈਸਾ ਸਪੈਂਡ ਕਰ ਪਾਏਗਾ, ਜਿਹਦੇ ਕਰਕੇ ਆਪਾਂ ਇਹ ਕਹਿ ਸਕਦੇ ਹਾਂ ਜ਼ਿਆਦਾ ਸਪੈਂਡ ਹੋ ਰਿਹਾ, ਖਰਚਾ ਹੋ ਰਿਹਾ, ਇਕਨੋਮਿਕ ਐਕਟੀਵਿਟੀ ਹੋਰ ਚੱਲਣੀ ਸ਼ੁਰੂ ਹੋ ਜਾਏਗੀ। ਇਨਕਮ ਜੇ ਤੁਹਾਡੀ ਵਧੀਆ ਹੈ, ਤੁਸੀਂ ਸਪੈਂਡ ਵੀ ਤਾਂ ਕਰੋਗੇ, ਸਪੈਂਡ ਕਰੋਗੇ ਤਾਂ ਜੋ ਬੰਦਾ ਤੁਹਾਨੂੰ ਸਮਾਨ ਵੇਚ ਰਿਹਾ ਉਹ ਹੋਰ ਪ੍ਰੋਡਕਸ਼ਨ ਕਰਨੀ ਸ਼ੁਰੂ ਕਰ ਦੇਗਾ, ਹੋਰ ਪ੍ਰੋਡਕਸ਼ਨ ਕਰਨੀ ਸ਼ੁਰੂ ਕਰੇਗਾ ਤਾਂ ਕੀ ਮੈਂ ਕਹਿ ਸਕਦੀ ਹਾਂ ਦੇਸ਼ ਤਰੱਕੀ ਕਰਨਾ ਸ਼ੁਰੂ ਕਰ ਦੇਗਾ। ਫਿਰ ਹੋ ਸਕਦਾ ਪ੍ਰੋਡਕਸ਼ਨ ਵਿੱਚ ਹੀ ਤੁਸੀਂ ਕੰਮ ਕਰ ਰਹੇ ਹੋ, ਤੁਹਾਡੀ ਸੈਲਰੀ ਫੇਰ ਵੱਧ ਜੇ, ਏਦਾਂ ਸਾਈਕਲ ਚੱਲਦਾ ਰਹੇਗਾ, ਹੋਰ ਇਨਕਮ ਹੋਰ ਸਪੈਂਡ ਹੋਰ ਪ੍ਰੋਡਕਸ਼ਨ, ਇਹ ਸਾਈਕਲ ਚੱਲਦਾ ਰਹੇਗਾ। ਇਹ ਧਿਆਨ ਵਿੱਚ ਰੱਖਣਾ ਪਏਗਾ ਕਿ ਇਨਕਰੀਜ਼ ਹੋ ਰਹੀ ਹੈ ਜੇ ਨੈਸ਼ਨਲ ਇਨਕਮ, ਉਹ ਇੱਕਦਮ ਨਹੀਂ ਹੋਣੀ ਚਾਹੀਦੀ, ਉਹ ਕਿਹਦੇ ਲਈ ਹੋਣੀ ਚਾਹੀਦੀ ਹੈ, ਲੌਂਗ ਪੀਰੀਅਡ ਦੇ ਟਾਈਮ ਦੇ ਲਈ ਹੋਣੀ ਚਾਹੀਦੀ ਹੈ। ਬਿਕੋਜ਼ ਜਿਹੜੀ ਡਿਵੈਲਪਮੈਂਟ ਹੈਗੀ ਆ ਉਹ ਲੌਂਗ ਟਰਮ ਫਿਨੋਮੀਨਾ, ਲੰਬੇ ਸਮੇਂ ਤੇ ਜੋ ਹੁੰਦਾ ਉਹਨੂੰ ਆਪਾਂ ਡਿਵੈਲਪਮੈਂਟ ਕਹਿੰਦੇ ਹਾਂ। ਠੀਕ ਹੈ, ਜੇ ਆਪਾਂ ਇਹ ਕਹੀਏ ਵੀ ਨੈਸ਼ਨਲ ਇਨਕਮ ਰਾਈਜ਼ ਹੋ ਰਹੀ ਹੈ, ਵੱਧ ਰਹੀ ਹੈ, ਦੇਸ਼ ਦੀ ਜਿਹੜੀ ਇਨਕਮ ਵੱਧ ਰਹੀ ਹੈ ਲੰਬੇ ਸਮੇਂ ਦੇ ਲਈ, ਸਿਰਫ ਤਾਂ ਹੀ ਪੋਸੀਬਲ ਹੈਗਾ ਵੀ ਆਪਾਂ ਪਲਾਨ ਕਰ ਸਕਦੇ ਹਾਂ ਡਿਵੈਲਪਮੈਂਟਲ ਪਾਲਿਸੀ, ਲੰਬੇ ਪੀਰੀਅਡ ਲਈ ਉੱਤੇ ਜਾ ਰਿਹਾ ਦੇਸ਼, ਇਨਕਮ ਵੱਧ ਰਹੀ ਹੈ, ਉਸ ਪੀਰੀਅਡ ਦੇ ਵਿੱਚ ਆਪਾਂ ਡਿਵੈਲਪਮੈਂਟਲ ਪਾਲਿਸੀਜ਼ ਲੈ ਕੇ ਆ ਸਕਦੇ ਹਾਂ ਤਾਂ ਕਿ ਇਕਨੋਮਿਕ ਡਿਵੈਲਪਮੈਂਟ ਹੋ ਸਕੇ। ਇੱਥੇ ਤਾਂ ਗਰੋਥ ਹੋ ਰਹੀ ਹੈ ਨਾ, ਨੰਬਰ ਵੱਧ ਰਿਹਾ, ਇਹਦੇ ਵਿੱਚ ਹੀ ਤੁਸੀਂ ਫੋਕਸ ਕਰ ਸਕਦੇ ਹੋ ਪਾਲਿਸੀਆਂ ਲੈ ਕੇ ਆ ਕੇ, ਲੋਕਾਂ ਦੀ ਐਜੂਕੇਸ਼ਨ ਦੇ ਉੱਤੇ, ਲੋਕਾਂ ਦੀ ਹੈਲਥ ਦੇ ਉੱਤੇ, ਲੋਕਾਂ ਨੂੰ ਜੌਬਸ ਪ੍ਰੋਵਾਈਡ ਕਰਕੇ। ਠੀਕ ਹੈ, ਲੋਕਾਂ ਨੂੰ ਇੱਕ ਤਰੀਕੇ ਦੇ ਨਾਲ ਆਪਾਂ ਕਹਿ ਸਕਦੇ ਹਾਂ ਰੋਟੀ ਕੱਪੜਾ ਮਕਾਨ, ਇਹ ਸਾਰੀਆਂ ਚੀਜ਼ਾਂ ਤੇ ਫੋਕਸ ਕਰਕੇ ਇਕਨੋਮਿਕ ਡਿਵੈਲਪਮੈਂਟ ਆਪਾਂ ਅਚੀਵ ਕਰ ਸਕਦੇ ਹਾਂ। ਪਰ the comparison of production, कितनी production हो रही है, should also be taken into consideration कि ਕੀ ਪ੍ਰੋਡਿਊਸ ਕੀਤਾ ਜਾ ਰਿਹਾ, ਪੈਦਾ ਕੀ ਕਰ ਰਿਹਾ ਦੇਸ਼। ਫॉर एग्जांपल ਇੱਕ ਕੰਟਰੀ ਜਿਹੜਾ ਹੈ ਉਹ ਆਪਣੀ ਨੈਸ਼ਨਲ ਇਨਕਮ ਤਾਂ ਵਧਾ ਰਿਹਾ, ਪਰ ਕਿਵੇਂ ਵਧਾ ਰਿਹਾ ਤੁਹਾਨੂੰ ਪਤਾ ਹੈ, ਉਹ ਜ਼ਿਆਦਾ ਗੁੱਡਸ ਤਿਆਰ ਕਰ ਰਿਹਾ ਲੜਾਈ ਦੇ ਲਈ, ਉਹ ਵਾਲੀਆਂ ਮਸ਼ੀਨਾਂ ਤਿਆਰ ਕਰ ਰਿਹਾ ਜਿਹਦੇ ਨਾਲ ਲੜਾਈ ਹੁੰਦੀ ਹੈ। ਠੀਕ ਹੈ, ਇੰਪਲੋਇਮੈਂਟ ਉਹਦੇ ਨਾਲ ਵੱਧ ਰਹੀ ਹੈ, ਲੋਕਾਂ ਦਾ ਸਟੈਂਡਰਡ ਆਫ ਲਿਵਿੰਗ ਜਿਹੜਾ ਹੈਗਾ ਤੁਹਾਨੂੰ ਲੱਗਦਾ ਹੈ ਵੀ ਉਹ ਵਧੀਆ ਹੈਗਾ, ਸਹੀ ਹੱਥਾਂ ਵਿੱਚ ਜਾ ਰਹੀ ਹੈ ਚੀਜ਼ਾਂ, ਇਹਨੂੰ ਆਪਾਂ ਡਿਵੈਲਪਮੈਂਟ ਤਾਂ ਨਹੀਂ ਨਾ ਕਹਾਂਗੇ, ਕਿਉਂਕਿ ਉਹ ਕੀ ਪ੍ਰੋਡਿਊਸ ਕਰ ਰਹੇ ਨੇ, ਵਾਰ ਦੇ ਲਈ, ਲੜਾਈ ਦੇ ਲਈ ਗੁੱਡਸ ਤਿਆਰ ਕਰ ਰਹੇ ਨੇ। ਠੀਕ ਹੈ, ਜੋ ਮਸ਼ੀਨਾਂ ਦੇ ਨਾਲ ਤਿਆਰ ਕੀ, ਜਾਂ ਫਿਰ ਆਪਾਂ ਇਹ ਕਹਿ ਸਕਦੇ ਵਾਰ ਦੇ ਲਈ ਗੁੱਡਸ ਤਿਆਰ ਕੀਤੇ ਜਾ ਸਕਦੇ ਕੀਤੇ ਜਾ ਰਹੇ, ਜਾਂ ਇੱਕ ਹੋਰ ਕੇਸ ਦੇ ਵਿੱਚ ਮੰਨ ਲਓ ਗੁੱਡਸ ਪ੍ਰੋਡਿਊਸ ਹੋ ਰਹੇ ਨੇ ਮਸ਼ੀਨਾਂ ਦੇ ਨਾਲ ਪ੍ਰੋਡਿਊਸ ਹੋ ਰਹੇ ਨੇ। ਠੀਕ ਹੈ, ਤਾਂ ਲੈਵਲ ਜਿਹੜਾ ਇੰਪਲੋਇਮੈਂਟ ਦਾ ਹੈ, ਸਟੈਂਡਰਡ ਆਫ ਲਿਵਿੰਗ ਹੈ ਲੋਕਾਂ ਦਾ, ਉਹ ਤਾਂ ਨਹੀਂ ਇਨਕਰੀਜ਼ ਹੋਏਗਾ ਕਿਉਂਕਿ ਮਸ਼ੀਨ ਕੰਮ ਕਰ ਰਹੀ ਹੈ, ਲੋਕ ਤਾਂ ਕੰਮ ਕਰ ਨਹੀਂ ਰਹੇ। बेशक इनकम इंक्रीज हो रही है क्योंकि मशीन काम कर रही है, बट लोग ਉਹ ਤਾਂ ਨਹੀਂ ਕੰਮ ਕਰ ਰਹੇ ਨਾ, ਉਹਨਾਂ ਦੀ ਇਨਕਮ ਤਾਂ ਨਹੀਂ ਵੱਧ ਰਹੀ ਨਾ, ਉਹ ਪ੍ਰੋਬਲਮ ਆ ਰਹੀ ਹੈ। ਤੇ ਆਪਾਂ ਇਹ ਕਹਿ ਸਕਦੇ ਆ ਵੀ ਉਹ ਜਿਹੜੀ ਕਮਾਈ ਹੋ ਰਹੀ ਹੈ ਮਸ਼ੀਨਾਂ ਰਾਹੀਂ, ਉਹ ਕੁਝ ਹੱਥਾਂ ਦੇ ਵਿੱਚ ਹੀ ਜਾ ਰਹੀ ਹੈ ਜੋ ਮਸ਼ੀਨਾਂ ਨੂੰ ਚਲਾ ਰਹੇ ਨੇ, ਜੋ ਪ੍ਰੋਡਕਸ਼ਨ ਕਰ ਰਹੇ ਨੇ, ਜੋ ਫੈਕਟਰੀਆਂ ਚਲਾ ਰਹੇ ਨੇ, ਬਾਕੀ ਵਿਚਾਰੇ ਗਰੀਬ ਹੈਗੇ ਨੇ। ਤੇ ਕੁਝ ਲੋਕਾਂ ਕਰਕੇ ਜੇ ਦੇਸ਼ ਉੱਤੇ ਜਾ ਰਿਹਾ ਹੈ ਤੇ ਬਾਕੀ ਲੋਕਾਂ ਦੀ ਲਾਈਫ ਬਹੁਤ ਖਰਾਬ ਹੈ, ਉਹਨੂੰ ਵੀ ਆਪਾਂ ਡਿਵੈਲਪਮੈਂਟ ਨਹੀਂ ਕਹਾਂਗੇ। ਹੁਣ ਦੂਜਾ ਮੈਜਰਮੈਂਟ ਹੈਗਾ, ਇੱਕ ਆਪਾਂ ਪੜਿਆ ਸੀ ਨਾ ਵੀ ਆਪਾਂ ਕਿਵੇਂ ਕਹਿ ਸਕਦੇ ਹਾਂ ਇਕਨੋਮਿਕ ਡਿਵੈਲਪਮੈਂਟ ਹੋ ਰਹੀ ਹੈ। ਇੱਕ ਤਾਂ ਇਹ ਤਰੀਕਾ ਹੈ ਨੈਸ਼ਨਲ ਇਨਕਮ ਰਾਹੀਂ ਪੂਰੇ ਦੇਸ਼ ਦੀ ਇਨਕਮ, ਇੱਕ ਹੈਗਾ ਮੈਜਰਡ ਔਨ ਦ ਬੇਸਿਸ ਆਫ ਪਰ ਕੈਪੀਟਾ ਇਨਕਮ, ਮਤਲਬ ਇੱਕ ਬੰਦੇ ਦੀ ਕਿੰਨੀ ਇਨਕਮ ਹੈ ਪਰ ਪਰਸਨ, ਇੱਕ ਬੰਦਾ ਠੀਕ ਹੈ। ਹੁਣ ਆਪਾਂ ਦੇਖਿਆ ਵੀ ਜੇ ਇਕਨੋਮਿਕ ਡਿਵੈਲਪਮੈਂਟ ਜਿਹੜਾ ਪ੍ਰੋਸੈਸ ਹੈਗਾ ਉਹਦੇ ਵਿੱਚ ਆਪਾਂ ਇਹ ਕਹਿ ਸਕਦੇ ਹਾਂ ਉਹਦਾ ਅਸਲ ਮਤਲਬ ਕੀ ਹੁੰਦਾ ਵੀ ਲੋਕਾਂ ਦਾ ਸਟੈਂਡਰਡ ਆਫ ਲਿਵਿੰਗ ਵੀ ਵੱਧ ਰਿਹਾ ਨਾ, ਇਕਨੋਮਿਕ ਪੈਸੇ ਦੀ ਡਿਵੈਲਪਮੈਂਟ ਵਰਡ ਜੁੜਿਆ, ਲੋਕਾਂ ਦਾ ਸਟੈਂਡਰਡ ਆਫ ਲਿਵਿੰਗ ਵੱਧ ਰਿਹਾ। ਤੇ ਸਟੈਂਡਰਡ ਆਫ ਲਿਵਿੰਗ ਕਿਹਦੇ ਤੇ ਡਿਪੈਂਡ ਕਰਦਾ ਵੀ ਉਹ ਕਿੰਨੇ ਗੁੱਡਸ ਤੇ ਸਰਵਿਸਿਜ਼ ਪਰਚੇਸ ਕਰ ਸਕਦੇ ਹਨ। ਠੀਕ ਹੈ, ਉਹ ਕਿਵੇਂ ਪਰਚੇਸ ਕਰਨਗੇ, ਖਰੀਦਣਗੇ ਵੀ, ਉਹਨਾਂ ਦੀ ਇਨਕਮ ਕਿੰਨੀ ਹੈ, ਪਰ ਕੈਪੀਟਾ ਇਨਕਮ ਕਿੰਨੀ ਹੈ। ਹੁਣ ਪਰ ਕੈਪੀਟਾ ਇਨਕਮ ਦਾ ਮਤਲਬ ਹੁੰਦਾ ਹੈ ਪਰ ਪਰਸਨ ਦੀ ਐਵਰੇਜ ਇਨਕਮ, ਇੱਕ ਬੰਦੇ ਦੀ ਕਿੰਨੀ ਕਮਾਈ ਹੈਗੀ ਹੈ।
ठीक है। वो किवें कैलकुलेट करते हैं, उन्होंने आप कैलकुलेट करते हैं एक बंदे की पूरी नैशनल इनकम, पूरे देश की इनकम डिवाइडेड बाय पॉपुलेशन, सिंपल फार्मूला। ਤੇ ਆਪਾਂ ਇਹ ਕਹਾਂਗੇ ਵੀ ਜੇ ਲੌਂਗ ਟਰਮ ਇਨਕਰੀਜ਼ ਹੋ ਰਹੀ ਹੈ ਪਰ ਕੈਪੀਟਾ ਇਨਕਮ ਦੇ ਵਿੱਚ, ਹਰ ਇੱਕ ਬੰਦੇ ਦੀ ਇਨਕਮ ਦੇ ਵਿੱਚ ਲੌਂਗ ਟਰਮ ਇਨਕਰੀਜ਼ ਹੋ ਰਿਹਾ ਹੈ, ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਕੰਟਰੀ ਜਿਹੜਾ ਹੈ ਸਕਸੈਸਫੁਲ ਹੈਗਾ ਤੇ ਉਹ ਇਕਨੋਮਿਕ ਡਿਵੈਲਪਮੈਂਟ ਉੱਤੇ ਪੋਸੀਬਲ ਹੋ ਸਕਦੀ ਹੈ। ਹੁਣ ਇੱਥੇ ਤੁਸੀਂ ਯਾਦ ਇਹ ਰੱਖਣਾ ਹੈ ਵੀ ਜੇ ਜ਼ਿਆਦਾ ਪਰ ਕੈਪੀਟਾ ਇਨਕਮ ਹੈਗੀ ਹੈ, ਇਹਦਾ ਮਤਲਬ ਇਹ ਹੈਗਾ ਵੀ ਬੰਦੇ ਦੀ ਇਨਕਮ ਜ਼ਿਆਦਾ, ਉਹ ਜ਼ਿਆਦਾ ਸਮਾਨ ਪ੍ਰੋਡਿਊਸ ਜਿਹੜਾ ਹੈਗਾ ਉਹ ਪਰਚੇਜ਼ ਕਰੇਗਾ, ਖਰੀਦ ਜ਼ਿਆਦਾ ਕਰੇਗਾ ਗੁੱਡਸ ਐਂਡ ਸਰਵਿਸਿਜ਼ ਦੀ। ਠੀਕ ਹੈ, ਦਸ ਆਪਾਂ ਇਹ ਕਹਿ ਸਕਦੇ ਹਾਂ ਵੀ ਜਿਹੜੀ ਫੈਸਿਲਿਟੀਜ਼ ਹੈ ਉਹ ਜ਼ਿਆਦਾ ਯੂਜ਼ ਕਰੇਗਾ, ਜ਼ਿਆਦਾ ਫੈਸਿਲਿਟੀਜ਼ ਯੂਜ਼ ਕਰ ਰਿਹਾ ਮਤਲਬ ਉਹਦਾ ਸਟੈਂਡਰਡ ਆਫ ਲਿਵਿੰਗ ਵਧੀਆ ਹੋ ਰਿਹਾ, ਤੇ ਆਪਾਂ ਇਹਦੇ ਵਿੱਚ ਇਹ ਕਹਿ ਸਕਦੇ ਹਾਂ ਕਿ ਡਿਵੈਲਪਮੈਂਟ ਜਿਹੜੀ ਹੋ ਰਹੀ ਹੈ ਐਜ਼ ਪੀਪਲ ਉਹਨਾਂ ਦਾ ਬੈਨੀਫਿਟ ਲੈ ਪਾ ਰਹੇ ਹੈ, ਫਾਇਦਾ ਲੈ ਪਾ ਰਹੇ, ਤੇ ਆਪਾਂ ਇਹ ਕਹਿ ਸਕਦੇ ਵੀ ਇਹ ਪਰ ਕੈਪੀਟਾ ਇਨਕਮ ਲੋਕਾਂ ਦਾ ਫਾਇਦਾ ਕਰ ਰਹੀ ਹੈ, ਜੇ ਲੋਕ ਵਧੀਆ ਆਪਣਾ ਸਟੈਂਡਰਡ ਆਫ ਲਿਵਿੰਗ ਲੈ ਕੇ ਆ ਪਾ ਰਹੇ। ਹੁਣ ਦਿਮਾਗ ਦੇ ਵਿੱਚ ਇਹ ਰੱਖਣਾ ਹੈ ਵੀ ਜੇ ਪਰ ਕੈਪੀਟਾ ਇਨਕਮ ਕਿ ਸਿਰਫ ਇਹਦੇ ਵਿੱਚ is it only an average income, ਇਹਦੇ ਵਿੱਚ ਕਹਿਣ ਦਾ मतलब ਵੀ ਇਹ ਸਿਰਫ ਐਵਰੇਜ ਇਨਕਮ ਹੀ ਹੈ ਨਾ, ਹਰ ਬੰਦੇ ਦੀ ਇਨਕਮ ਆਪਾਂ ਲਾ ਰਹੇ ਵੀ ਇੰਨੀ ਹੈ, ਪਰ ਜ਼ਰੂਰੀ ਤਾਂ ਨਹੀਂ ਹਰ ਬੰਦੇ ਦੀ ਹੋਏ, ਕਿਉਂਕਿ ਨੈਸ਼ਨਲ ਇਨਕਮ ਨੂੰ ਪੋਪੂਲੇਸ਼ਨ ਦੇ ਨਾਲ ਡਿਵਾਈਡ ਕੀਤਾ ਜਿੰਨੀ ਪੋਪੂਲੇਸ਼ਨ ਹੈ, ਪਰ ਹੋ ਸਕਦਾ ਕੁਝ ਲੋਕਾਂ ਦੀ ਜਿਹੜੀ ਇਨਕਮ ਹੈ ਉਹ ਜ਼ਿਆਦਾ ਹੈ ਤੇ ਕੁਝ ਲੋਕਾਂ ਦੀ ਜਿਹੜੀ ਇਨਕਮ ਹੈ, ਆਮਦਨ ਹੈ, ਉਹ ਘੱਟ ਹੈਗੀ, ਹੋ ਸਕਦਾ ਨਾ ਇਹਦਾ ਐਵਰੇਜ ਮੰਨ ਕੇ ਆਪਾਂ ਚੱਲ ਰਹੇ ਆ, ਪਰ ਕੈਪੀਟਾ ਜਿਹੜੀ ਇਨਕਮ ਤੁਸੀਂ ਗੱਲ ਕਰ ਰਹੇ ਹੋ ਉਹ ਐਵਰੇਜ ਹੈ। ਇਟ ਡਜ਼ਨਟ ਮੀਨ ਕਿ ਹਰੇਕ ਨਾਗਰਿਕ ਦੀ ਇੰਨੀ ਹੀ ਇਨਕਮ ਹੋਏਗੀ, ਤੁਹਾਨੂੰ ਪਤਾ ਹੈ ਨਾ ਇਨਕਮ ਦੇ ਵਿੱਚ ਤਾਂ ਅਨਈਕੁਅਲ ਡਿਸਟ੍ਰੀਬਿਊਸ਼ਨ ਹੈਗਾ, ਕੋਈ ਜ਼ਿਆਦਾ ਕਮਾ ਰਿਹਾ ਕੋਈ ਘੱਟ, ਇਹ ਆਪਾਂ ਐਵਰੇਜ ਲਿੱਤਾ। ਇਨਕਮ ਦੇ ਵਿੱਚ ਇਨਇਕੁਐਲਿਟੀਜ਼ ਹੈਗੀਆਂ ਨੇ, ਤੇ ਜੇ ਇਨਕਮ ਦੇ ਵਿੱਚ ਇਨਇਕੁਐਲਿਟੀ ਹੈਗੀ ਹੈ ਤਾਂ ਆਪਾਂ ਇਹ ਕਹਾਂਗੇ ਇਟ ਇਜ਼ ਨਾਟ ਕਾਲਡ ਡਿਵੈਲਪਮੈਂਟ, ਇਹਨੂੰ ਡਿਵੈਲਪਮੈਂਟ ਨਹੀਂ ਕਿਹਾ ਜਾਂਦਾ, ਕਿਉਂਕਿ ਲੋਕ ਆਪਸ ਦੇ ਵਿੱਚ ਸਾਰੇ ਖੁਸ਼ ਨਹੀਂ ਹੈ। ਜਿਵੇਂ ਮੰਨ ਲਓ ਵੀ ਇੰਡੀਆ ਦੀ ਨੈਸ਼ਨਲ ਇਨਕਮ, ਪੂਰੇ ਦੇਸ਼ ਦੀ ਨੈਸ਼ਨਲ ਇਨਕਮ 1000 ਰੁਪਏ ਹੈ ਤੇ ਪੋਪੂਲੇਸ਼ਨ ਕਿੰਨੀ ਹੈ 100, पर कैपिटा इनकम कितनी होगी, हर एक बंदा 10 रुपया कमा रहे, पर ਇਹਦਾ मतलब कि सच्ची हर एक बंदा 10 रुपया कमा रहे, तो सिर्फ एवरेज आया ना, ਇਹਦੇ ਵਿੱਚ ਹੋ ਸਕਦਾ ਜੀ ਜਿਹੜੇ ਅਮੀਰ ਲੋਕ ਹੈਗੇ ਨੇ, ਠੀਕ ਹੈ, ਉਹ 8 ਰੁਪਏ ਕਮਾ ਰਹੇ ਨੇ, ਠੀਕ ਹੈ, ਐਵਰੇਜ ਤੌਰ ਤੇ, ਤੇ ਜਿਹੜੇ ਗਰੀਬ ਹੈਗੇ ਨੇ ਵਿਚਾਰੇ 2 ਰੁਪਏ ਕਮਾ ਰਹੇ ਨੇ, ਤੇ ਇਹਨੂੰ ਆਪਾਂ ਡਿਵੈਲਪਮੈਂਟ ਦਾ ਹਰ ਕੇਸ ਨਹੀਂ ਕਹਿ ਸਕਦੇ। ਐਵਰੇਜ ਇਨਕਮ ਪਰ ਕੈਪੀਟਾ ਇਨਕਮ ਨੂੰ ਦੇਖ ਕੇ ਨੁਕਸਾਨ ਹੈ, ਉਹ ਆਪਾਂ ਨਹੀਂ ਕਹਿ ਸਕਦੇ ਵੀ ਡਿਵੈਲਪਮੈਂਟ ਹੋ ਰਹੀ ਹੈ, ਪਰ ਹਾਂ ਇਹਦੇ ਨਾਲ ਮੈਜ਼ਰ ਕੀਤੀ ਜਾਂਦੀ ਹੈ। ਤੀਜਾ ਜਿਹੜਾ ਪੁਆਇੰਟ ਹੈ ਜਿਹਦੇ ਨਾਲ ਆਪਾਂ ਇਕਨੋਮਿਕ ਡਿਵੈਲਪਮੈਂਟ ਮੈਜ਼ਰ ਕਰਦੇ ਹਾਂ ਉਹ ਹੈਗਾ ਇਨਫੈਂਟ ਮੋਰਟੈਲਿਟੀ ਰੇਟ। ਇਨਫੈਂਟ ਦਾ ਮਤਲਬ ਕੀ ਹੁੰਦਾ ਹੈ, ਇਨਫੈਂਟ ਦਾ ਮਤਲਬ ਜਿਵੇਂ ਮੋਰਟੈਲਿਟੀ ਦਾ ਮਤਲਬ ਹੁੰਦਾ ਹੈ ਡੈਥ, ਮਰਨਾ, ਠੀਕ ਹੈ, ਇਨਫੈਂਟ ਹੁੰਦਾ ਹੈ ਜਿਹੜਾ 1 ਸਾਲ ਤੋਂ ਆਪਾਂ ਇਹ ਕਹਿ ਸਕਦੇ ਛੋਟਾ ਬੱਚਾ ਜਿਹੜਾ ਹੈ ਉਹ 1 ਸਾਲ ਦਾ ਵੀ ਨਹੀਂ ਹੁੰਦਾ, ਉਹਦੇ ਤੋਂ ਪਹਿਲਾਂ ਹੀ ਜਦ ਉਹਦੀ ਡੈਥ ਹੋ ਜਾਂਦੀ ਹੈ ਨਾ, ਉਹਨੂੰ ਆਪਾਂ ਇਨਫੈਂਟ ਮੋਰਟੈਲਿਟੀ ਰੇਟ ਕਹਿੰਦੇ ਆ। समझ आया, इनफैंट मतलब 1 साल तो छोटा, ते ये एक सोशल इंडिकेटर हो गया इकनॉमिक डिवेलपमेंट का। ते मैं तुहानू दस्सिया सी ना इकनॉमिक डिवेलपमेंट जिहड़ी हैगी आ वो बहुत पहलुआं ते कैलकुलेट की जाती है। सोसाइटी का एक पैरामीटर इनफैंट मोर्टैलिटी रेट है, भी की रेट है, हैल्थ केयर का स्टेटस की है उहदे ते डिपेंड करेगा ये। हुण इट रेफर की है डेथ ऑफ इनफैंट्स। वन इनफैंट मतलब की हुंदा है 1 साल तो छोटी उम्र के जिहड़े बच्चे हुंदे ने वो जब जन्म लैंदे ने 1 साल दे विच ही जे उन्हां दी डेथ हो जाती है, पर 1000 लाइफ बर्ड्स यानी जे 1000 बच्चों ने जन्म दिता लाइफ बर्ड्स, उन्हां विचों किन्नियां दी मौत हो गई है 1 साल तो पहला ही। ਉਹਨੂੰ ਆਪਾਂ 1000 याद करना बहुत जरूरी है, ਇਹਨੂੰ याद कर लियो। ਤੇ ਇਹ ਜਿਹੜਾ 2022 ਦੀ ਗੱਲ ਕੀਤੀ ਜਾਏ ਵਰਲਡ ਦੇ ਵਿੱਚ ਇਨਫੈਂਟ ਮੋਰਟੈਲਿਟੀ ਰੇਟ ਜਿਹੜਾ ਵਰਲਡ ਦੇ ਵਿੱਚ ਉਹ ਸੀਗਾ 27.69 मतलब ਇੰਨਾ, ठीक है, यूनाइटेड नेशंस की रिपोर्ट के हिसाब के नाल। ते जेड़ी कंट्रीज जिदा दा इनफैंट मोर्टैलिटी रेट अबव हैगा ਇਹਦੇ ਤੋਂ ਜ਼ਿਆਦਾ ਹੈਗਾ, ठीक है, वो ਆਪਾਂ ਕਹਿ ਸਕਦੇ अंडर डेवलप ने। ਤੇ ਕੰਟਰੀ ਜਿਨ੍ਹਾਂ ਦਾ मतलब ਇਹਦੇ ਤੋਂ ਵੀ ਜ਼ਿਆਦਾ मतलब ਜ਼ਿਆਦਾ ਬੱਚੇ ਮਰ ਰਹੇ ਨੇ, यानी ਉਹਨਾਂ ਦਾ ਹੈਲਥ ਕੇਅਰ ਸਟਰਕਚਰ ਅੱਛਾ ਨਹੀਂ। ਤੇ ਜੇ ਇਨਫੈਂਟ ਮੋਰਟੈਲਿਟੀ ਰੇਟ ਇਸ ਵਰਲਡ ਦੇ ਸਟੈਂਡਰਡ ਤੋਂ ਘੱਟ ਹੈਗਾ, यानी ਉੱਥੇ ਹੈਲਥ ਕੇਅਰ ਸਿਸਟਮ ਅੱਛਾ ਹੈ, ਬੱਚੇ ਵਧੀਆ ਤਰੀਕੇ ਨਾਲ ਪੈਦਾ ਹੋ ਰਹੇ ਨੇ, ਘੱਟ ਮਰ ਰਹੇ ਨੇ, 1 ਸਾਲ ਦੀ ਉਮਰ ਤੋਂ ਘੱਟ ਜਿਹੜੇ ਹੈਗੇ ਨੇ ਬੱਚੇ ਘੱਟ ਮਰ ਰਹੇ ਨੇ, ਤੇ ਉਹਨੂੰ ਆਪਾਂ ਡਿਵੈਲਪ ਕੰਟਰੀ ਕਹਿ ਸਕਦੇ ਹਾਂ। ਦੁਬਾਰਾ ਸੋਚ ਕੇ ਦੱਸਿਓ। ਤੇ ਸਾਨੂੰ ਪਤਾ ਹੈ ਵੀ ਜਿਹੜੀ ਡਿਵੈਲਪ ਇਕਨੋਮੀਜ਼ ਹੈਗੀਆਂ ਨੇ ਉਹ ਹੈਲਥ ਕੇਅਰ ਦੇ ਉੱਤੇ ਬਹੁਤ ਕੰਮ ਕਰਦੀਆਂ ਨੇ, ਉੱਥੇ ਐਡਵਾਂਸ ਟੈਕਨੋਲੋਜੀ ਹੁੰਦੀ ਹੈ ਜਿਹਦੇ ਕਰਕੇ ਜਿਹੜੇ ਇਨਫੈਂਟਸ ਨੇ 1 ਸਾਲ ਤੋਂ ਛੋਟੇ ਜਿਹੜੇ ਬੱਚੇ ਨੇ ਉਹਨਾਂ ਨੂੰ ਪ੍ਰੋਪਰ ਦੇਖ ਰੇਖ ਦੇ ਵਿੱਚ ਰੱਖਿਆ ਜਾਂਦਾ ਹੈ, ਤੇ ਉੱਥੇ ਉਹਨਾਂ ਦੀ ਡੈਥ ਨਹੀਂ ਹੁੰਦੀ, ਇਨਫੈਂਟ ਮੋਰਟੈਲਿਟੀ ਰੇਟ ਘੱਟ ਹੁੰਦਾ। ਪਰ ਦੂਜੇ ਪਾਸੇ ਜਿਵੇਂ ਡਿਵੈਲਪਡ ਕੰਟਰੀਜ਼ ਅੰਡਰ ਡਿਵੈਲਪ ਦੀ ਗੱਲ ਕਰਾਂ,
ठीक है। उत्थे हेल्थ केयर सिचुएशन अच्छी नहीं है, सारा सिस्टम उल्टा होया होया है, हेल्थ केयर अच्छा नहीं है, अनइक्वल डिस्ट्रीब्यूशन हैगी आ चीज़ां दी, अवेयरनेस नहीं है, गवर्नमेंट इनिशिएटिव्स घट लै रही है, तो उत्थे रेट ज़्यादा होएगा। इसे करके बच्चों दी ध्यान नहीं रख सकते, जिहदे करके इत्थे जिहड़ा रेट है वो ज़्यादा है। तो आप ये कह सकते हैं, नाल आप इकनॉमिक डिवेलपमेंट जज कर सकते हैं, जिहदे विच एक सोशल पहलू भी आ गया। हुण ਇਹ ਹੈਗਾ ਜੀ ਇਨਫੈਂਟ ਮੋਰਟੈਲਿਟੀ ਰੇਟ, ਇੱਕ ਹੈਗਾ ਚਾਈਲਡ ਮੋਰਟੈਲਿਟੀ ਰੇਟ, ਦੋਨੋਂ ਅਲੱਗ-ਅਲੱਗ ਨੇ। ਇਨਫੈਂਟ ਦਾ ਮਤਲਬ ਕੀ ਹੈ, 1 ਸਾਲ ਤੋਂ ਛੋਟਾ, ਲੈਸ ਦੈਨ 1 ईयर। जे बच्चे की डेथ 1 साल तो पहला हो जाती है, 1000 बच्चे जे जन्म लै रहे हैं उहदे विचों 1 साल तो छोटे छोटे बच्चे की जे डेथ हो जाती है लाइफ बर्थ के कंपैरिजन दे विच, उहनूं आपां इनफैंट मोर्टैलिटी रेट कहने आ। पर चाइल्ड मोर्टैलिटी रेट हुंदा जिन्हें बच्चों की डेथ हो जाती है जे वो 4 साल तो छोटे, 1 साल तो 4 साल तो छोटे, जे 1000 बच्चों ने जन्म लिता है, जे 4 साल तो छोटे छोटे बच्चों की डेथ हो जाती है, तो उहनूं आपां चाइल्ड मोर्टैलिटी रेट कहते हैं। किहदे कंपैरिजन दे विच है, 1000 लाइव बर्थ जिन्हां ने जन्म लिता है। इनफैंट दे विच 1 साल तो छोटा, चाइल्ड दे विच 4 साल तो मतलब तो छोटा लिता जाता है। अगे गल करते हैं जी, मेजरमेंट ऑन द बेसिस ऑफ इकनॉमिक डिवेलपमेंट मेजर की जाती है ऑन द बेसिस ऑफ सैक्स रेशो, यानी फीमेल्स किन्नियां ने पर 1000 मेल्स दे रेशो दे विच। सैक्स रेशो एक सोशल इंडिकेटर है, ਇਹਦਾ मतलब है किन्नियां फीमेल्स ने पर 1000 मेल्स, 1000 मेल्स ਦੇ ਪਿੱਛੇ ਕਿੰਨੀਆਂ ਫੀਮੇਲਸ ਨੇ। ਕੀ ਮੈਂ ਕਹਿ ਸਕਦੀ ਹਾਂ ਜਿਹੜੀਆਂ ਅੰਡਰ ਡਿਵੈਲਪ ਕੰਟਰੀਜ਼ ਨੇ ਉੱਥੇ ਰੇਸ਼ੋ ਘੱਟ ਹੋਏਗੀ, ਬਹੁਤ ਜ਼ਿਆਦਾ, ਠੀਕ ਹੈ। ਕਹਿਣ ਦਾ ਮਤਲਬ ਜਿਹੜੀਆਂ ਫੀਮੇਲਸ ਨੇ ਉਹ ਬਹੁਤ ਘੱਟ ਹੋਣਗੀਆਂ एज कंपेयर टू द मेल्स, क्योंकि उत्थे इलिटरेसी हैगी है, सोच रखी जाती है भी नहीं जी कुड़ियां किस काम आणगियां, मतलब लोगों की अवेयरनेस नहीं है। इन्हां रीजनस करके लोगों की प्रेफरेंस हुंदी है, चाहते हैं भी मुंडा हो जाए, तो जिहड़ा सैक्स रेशो ऑफ कोर्स वो फीमेल्स के अगेंस्ट आता है, क्योंकि कुड़ियां दी रेशो घट हुंदी है। पर जिहड़ी डिवेलप कंट्रीज हुंदी है, कि मैं कह सकती हां मुंडे ते कुड़ियां दे विच जिहड़ा नंबर दे विच फर्क हुंदा है बहुत घट हुंदा है, ते जिहड़ी रेशो है ये ज़्यादा मतलब डिवेलप्ड कंट्रीज दे विच ये जिहड़ी रेशो दे विच फर्क है, मतलब फीमेल्स जिहड़ियां ने ऑलमोस्ट बराबर हुंदियां ने मेल्स दे, ठीक है। ते ये क्यों हैगा इंडिकेटर, क्योंकि इहदे विच क्वालिटी ऑफ लाइफ अफेक्ट हो रही है, पता चल रहा है। इंडिया की गल कीती जाए, जे आपां इंडिया दे विच देखिए भी की स्टेटस है, 2011 का जब सेंसस होया सी, ये इंपॉर्टेंट है, सैक्स रेशो सी मतलब 943 फीमेल सीगियां पर 1000 मेल्स। जे आप यूएसए की गल करिए, देखो फीमेल्स किनियां ने, इन्नियां हाई, तां ही दस्सिया होया डिवेलप कंट्रीज दे विच रेशो हाई हुंदा है पर 1000, यानी उत्थे फीमेल ज्यादा ने एज कंपेयर टू द मेल्स। कह सकते हैं या नहीं कह सकते। इंडिया दे विच देखो कितना फर्क है, 57 घट ने, पर आपां जे यूएसए की गल करिए उत्थे तां फीमेल ज्यादा ने एज कंपेयर टू द मेल्स। ते ये एक डिवेलप्ड नेशन होने दा एक आपां कह सकते हैं एग्जाम्पल है, एक प्रूफ है, ठीक है जी। अगे चलते हैं इकनॉमिक डिवेलपमेंट, अगला केड़ा नंबर है मैनू दस्सियो, 5वां हैगा। मेजरमेंट की जा सकती है इकनॉमिक डिवेलपमेंट दी ऑन द बेसिस स्टैंडर्ड ऑफ लिविंग, बंदे किहे जे स्टैंडर्ड ते रह रहे ने, लिविंग स्टैंडर्ड किहो जिहा लोकां दा, ठीक है। रहन दा मतलब उन्हां दा रहन किस तरीके नाल वो रह रहे ने, वो किवें मेजर किया जाता, एक इंडिकेटर मनिया जाता इकनॉमिक डिवेलपमेंट का। हुण स्टैंडर्ड ऑफ लिविंग जिहड़ा है, मेजोरिटी ज़्यादातर जिहड़े लोग हैगे ने कंट्री दे, जे वो हाई हैगा ਤਾਂ ਉਹਨਾਂ ਕੋਲ ਵਧੀਆ ਫੈਸਿਲਿਟੀਜ਼ ਨੇ ਜ਼ਿੰਦਗੀ ਜੀਣ ਦੀਆਂ, ਆਪਾਂ ਇਹ ਕਹਿ ਸਕਦੇ ਹਾਂ, ਤਾਂ ਇਕਨੋਮਿਕਲੀ ਡਿਵੈਲਪ ਕੰਟਰੀ ਹੋਏਗਾ। ਪਰ ਜੇ ਅੰਡਰ ਡਿਵੈਲਪਡ ਕੰਟਰੀ ਹੈ ਤਾਂ ਉੱਥੇ ਸਟੈਂਡਰਡ ਆਫ ਲਿਵਿੰਗ ਜਿਹੜੇ ਜ਼ਿਆਦਾਤਰ ਲੋਕ ਹੈਗੇ ਨੇ ਉਹਨਾਂ ਦਾ ਉਹ ਘੱਟ ਹੋਏਗਾ, मतलब ਉਹ ਜ਼ਿੰਦਗੀ ਦੀ ਆਮ ਜਿਹੜੀਆਂ ਸਹੂਲਤਾਂ ਨੇ, ਫੈਸਿਲਿਟੀਜ਼ ਨੇ, ਉਹਨੂੰ ਨਹੀਂ ਇੰਜੋਏ ਕਰ ਸਕਦੇ, ਠੀਕ ਹੈ। ਸੋ ਇਹ ਇੱਕ ਇੰਡੀਕੇਟਰ ਮੰਨਿਆ ਜਾਂਦਾ ਹੈ ਲੈਵਲ ਕਿੰਨਾ ਇਕਨੋਮਿਕ ਡਿਵੈਲਪਮੈਂਟ ਦਾ, ਉਹਨੂੰ ਜੱਜ ਕਰਨ ਦੇ ਲਈ। अगे आ जाता है जी अज की डेट के मॉडर्न मेजर्स की ने इकनॉमिक डिवेलपमेंट के, ये जिहड़े हुण तक आप देखे ट्रेडिशनल सी जो आप यूज करते आ रहे सी मेजर करने के लिए इकनॉमिक डिवेलपमेंट नूं, पर ये सैटिस्फैक्टरी नहीं सी, वधिया नहीं सी, मतलब सारी चीज़ां नूं ध्यान विच नहीं रख रहे सी। तां हुण उन्हां गल्लां नूं ध्यान विच रखते हुए मॉडर्न मेजर्स लियाए गए इकनॉमिक डिवेलपमेंट नूं अगे वधाउण दे लई, इकनॉमिक डिवेलपमेंट नूं मेजर मापण लई, ठीक है। इहदे विच की आ जांदा है, दो चीज़ां ने, फिजिकल क्वालिटी ऑफ लाइफ इंडेक्स, ये याद करियो, फिजिकल क्वालिटी ऑफ लाइफ इंडेक्स जिन्हों आप PQLI, PQLI
PLI ਕਹਿੰਦੇ ਆ। ਇਕਨੋਮਿਕ ਡਿਵੈਲਪਮੈਂਟ ਨੂੰ ਮੇਜਰ ਕੀਤਾ, ਇਹ ਜਿਹੜਾ ਤਰੀਕਾ ਹੈ ਇਹਨੂੰ ਡਿਜ਼ਾਈਨ ਕੀਤਾ ਸੀ ਮੌਰਿਸ ਡ ਮੌਰਿਸ ਨੇ 1979 ਦੇ ਵਿੱਚ। ਉਹਨੇ ਇਹ ਕਿਹਾ ਸੀ ਵੀ ਪਹਿਲਾਂ ਜਿਹੜੇ ਮੇਜਰਸ ਨੇ ਇਕਨੋਮਿਕ ਡਿਵੈਲਪਮੈਂਟ ਦੇ, ਉਹ ਸਿਰਫ ਇਕਨੋਮਿਕ ਮੇਜਰਸ ਨੇ, ਜੋ ਆਪਾਂ ਨਾਪ ਰਹੇ ਨੇ ਇਕਨੋਮਿਕ ਡਿਵੈਲਪਮੈਂਟ ਨੂੰ ਨਾਪਣ ਦੇ ਲਈ ਸਿਰਫ ਪੈਸੇ ਦੇ ਪੱਖੋਂ ਨਾਪ ਰਹੇ ਨੇ, ਠੀਕ ਹੈ। ਆਪਾਂ ਸਿਰਫ ਜਿਹੜਾ ਧਿਆਨ ਦੇ ਰਹੇ ਨੇ ਉਹ ਪੈਸੇ ਵੱਲ ਦੇ ਰਹੇ ਨੇ। ਤਾਂ ਇਸੇ ਕਰਕੇ ਜ਼ਰੂਰਤ ਹੈਗੀ ਹੈ ਵੀ ਸੋਸ਼ਲ ਮੇਜਰਸ ਵੀ ਆਣ ਇਹਦੇ ਵਿੱਚ, ਹੋਰ ਪਹਿਲੂ ਵੀ ਜੁਆਇਨ ਕੀਤੇ ਜਾਣ। ਇਸੇ ਕਰਕੇ ਉਹਨੇ ਲਾਈਫ ਐਕਸਪੈਕਟੈਂਸੀ ਇੰਡੀਕੇਟਰ ਵੀ ਜਦ ਬਰਥ ਹੁੰਦਾ ਕਿੰਨੀ ਜ਼ਿੰਦਗੀ ਜਿੰਦੇ ਹੋ, ਕਿੰਨੇ ਸਾਲ ਤੱਕ ਤੁਸੀਂ ਜ਼ਿੰਦਗੀ ਜਿੰਦੇ ਹੋ, ਉਹਨੂੰ ਲਾਈਫ ਐਕਸਪੈਕਟੈਂਸੀ ਕਿਹਾ ਜਾਂਦਾ ਹੈ। ਇਨਫੈਂਟ ਮੋਰਟੈਲਿਟੀ ਰੇਟ ਵੀ ਉਹਦੇ ਵਿੱਚ ਆ ਜਾਂਦਾ ਹੈ ਜੋ ਆਪਾਂ ਹੁਣੇ ਪੜਿਆ। ਉਵੇਂ ਹੀ ਬੇਸਿਕ ਲਿਟਰੇਸੀ ਪੜ੍ਹਾਈ ਕਿੰਨੀ ਕਰਦੇ ਹੋ, ਉਹ 3 ਇੰਪੋਰਟੈਂਟ ਪੈਰਾਮੀਟਰਸ ਆ ਜਾਂਦੇ ਨੇ ਜੀ ਇਹਦੇ ਵਿੱਚ ਫਿਜ਼ੀਕਲ ਕੁਆਲਿਟੀ ਆਫ ਲਾਈਫ ਇੰਡੈਕਸ ਦੇ ਵਿੱਚ। ਤੇ ਉਹਨੇ ਇਹ ਕਿਹਾ ਵੀ ਇਹ ਹਰ ਇੱਕ ਇੰਡੀਕੇਟਰ ਜਿਹੜਾ ਹੈ ਉਹਦਾ ਆਪਾਂ ਰੈਂਕ ਦੇਣਾ, ਜਿਵੇਂ ਲਾਈਫ ਐਕਸਪੈਕਟੈਂਸੀ ਇੰਡੀਕੇਟਰ ਵੀ ਕਿੰਨੇ ਸਾਲ ਜਿੰਦੇ ਹੋ, 0 ਤੋਂ ਲੈ ਕੇ 100 ਦੇ ਵਿਚਕਾਰ ਤੁਸੀਂ ਰੈਂਕ ਦੇਣਾ ਕੀ ਹੈਗਾ। ਉਵੇਂ ਹੀ ਇਹਦਾ ਵੀ 0 ਤੋਂ ਲੈ ਕੇ 100 ਦੇ ਵਿੱਚ ਰੈਂਕ ਦੇਣਾ ਕਿ ਇੰਨਾ ਹੈਗਾ, ਠੀਕ ਹੈ। ਹੁਣ ਇਹ ਸਿੰਪਲ ਇਹਦੇ ਵਿੱਚ ਉਸ ਤੋਂ ਬਾਅਦ ਅਰਥਮੈਟਿਕ ਮੀਨ ਕੱਢਾਂਗੇ, ਐਵਰੇਜ ਕੱਢਾਂਗੇ ਸਾਰਿਆਂ ਦੀ, ਫਿਰ ਆਪਾਂ ਦੱਸਾਂਗੇ ਵੈਲਿਊ ਕੀ ਹੈਗੀ ਹੈ। ਇਹਦਾ ਨੰਬਰ ਲੈ ਕੇ ਫਿਰ ਅਰਥਮੈਟਿਕ ਮੀਨ ਤੁਸੀਂ ਮੈਥਸ ਦੇ ਵਿੱਚ ਕੱਢਿਆ ਹੋਏਗਾ ਉਹ ਕੱਢਾਂਗੇ। ਹੁਣ ਆਪਾਂ ਕੱਢ ਕੇ ਵੀ ਦਿਖਾਵਾਂਗੇ ਤੇ ਫਿਰ ਤੁਹਾਨੂੰ ਪਤਾ ਚੱਲ ਜਾਏਗਾ ਵੀ ਕੀ ਹੈਗਾ। ਹੁਣ ਲਾਈਫ ਐਕਸਪੈਕਟੈਂਸੀ ਇੰਡੀਕੇਟਰ ਕੀ ਹੁੰਦਾ ਹੈ, ਇਹਦੇ 3 ਪਹਿਲੂ ਨੇ। ਲਾਈਫ ਐਕਸਪੈਕਟੈਂਸੀ ਦਾ ਮਤਲਬ ਵੀ ਐਵਰੇਜ ਬੰਦਾ ਕਿੰਨੇ ਸਾਲ ਤੱਕ ਜਿਉਂਦਾ ਹੈ ਕਿਸੇ ਦੇਸ਼ ਦੇ ਵਿੱਚ, ਠੀਕ ਹੈ, ਕਿੰਨੇ ਸਾਲ ਉਹਨਾਂ ਦੀ ਲਾਈਫ ਹੁੰਦੀ ਹੈ। ਇਹ ਇੰਡੀਕੇਟਰ ਇੱਕ ਪੋਜ਼ਿਟਿਵ ਰਿਲੇਸ਼ਨਸ਼ਿਪ ਦੱਸਦਾ ਹੈ ਇੱਕ ਦੇਸ਼ ਕਿੰਨਾ ਡਿਵੈਲਪ ਹੈ, ਕਿੰਨੀ ਹੈਲਥ ਕੇਅਰ ਫੈਸਿਲਿਟੀ ਉੱਥੇ ਵਧੀਆ ਹੈਗੀ ਹੈ। ਜੇ ਜ਼ਿਆਦਾ ਲਾਈਫ ਐਕਸਪੈਕਟੈਂਸੀ ਹੈਗੀ ਹੈ, ਜ਼ਿਆਦਾ ਲੰਬਾ ਬੰਦਾ ਜਿੰਦਾ, ਮਤਲਬ ਉੱਥੇ ਬੈਟਰ ਲਾਈਫ ਹੈਗੀ ਹੈ, ਬੈਟਰ ਹੈਲਥ ਕੇਅਰ ਫੈਸਿਲਿਟੀਜ਼ ਹੈਗੀ ਹੈ। ਜੇ ਆਪਾਂ ਗੱਲ ਕਰੀਏ ਬੰਦੇ ਦੀ ਲਾਈਫ ਐਕਸਪੈਕਟੈਂਸੀ ਯਾਨੀ ਘੱਟ ਸਾਲ ਜਿਉਂਦਾ ਤਾਂ ਆਪਾਂ ਕਹਿ ਸਕਦੇ ਹਾਂ ਹੈਲਥ ਕੇਅਰ ਵਧੀਆ ਨਹੀਂ ਹੈ। ਇਨਫੈਂਟ ਮੋਰਟੈਲਿਟੀ ਇੰਡੀਕੇਟਰ ਆਪਾਂ ਹੁਣੇ ਪੜ੍ਹ ਕੇ ਹਟੇ, 1 ਸਾਲ ਤੋਂ ਛੋਟੇ ਬੱਚੇ ਦੀ ਜਿਹੜੀ ਡੈਥ ਹੋ ਜਾਂਦੀ ਹੈ ਪਰ 1000 ਲਾਈਫ ਬਰਡਸ, ਜੇ ਇਹ ਘੱਟ ਹੈਗਾ, ਮਤਲਬ ਘੱਟ ਬੱਚਿਆਂ ਦੀ ਡੈਥ ਹੋ ਰਹੀ ਹੈ ਤਾਂ ਅਗੇਨ ਕੰਟਰੀ ਵਧੀਆ ਕੰਮ ਕਰ ਰਹੀ ਹੈ। ਜੇ ਜ਼ਿਆਦਾ ਹੈਗਾ ਤਾਂ ਡਿਵੈਲਪ ਨਹੀਂ ਹੈ, ਹੈਲਥ ਕੇਅਰ ਫੈਸਿਲਿਟੀਜ਼ ਨਹੀਂ ਹੈ। ਬੇਸਿਕ ਲਿਟਰੇਸੀ ਰੇਟ ਕਹਿਣ ਦਾ ਮਤਲਬ ਇਹ ਹੈਗਾ ਵੀ ਨੰਬਰ ਆਫ ਲਿਟਰੇਟ ਪਰਸਨ, ਇਹਦੇ ਵਿੱਚ ਆਪਾਂ 100 ਦੇ ਵਿਦ ਰਿਸਪੈਕਟ ਟੂ ਰੇਸ਼ੋ ਕੱਢਦੇ ਹਾਂ ਕਿ 100 ਬੰਦਿਆਂ ਪਿੱਛੇ ਕਿੰਨੇ ਲਿਟਰੇਟ ਬੰਦੇ ਨੇ, ਪਰਸੈਂਟੇਜ ਦੇ ਵਿੱਚ ਇਹਨੂੰ ਯੂਜ਼ ਕੀਤਾ ਜਾਂਦਾ ਹੈ। ਹੁਣ ਇਹਦਾ ਪੋਜ਼ਿਟਿਵ ਰਿਲੇਸ਼ਨਸ਼ਿਪ ਕੀ ਹੈਗਾ, ਉਹ ਇਹ ਹੈਗਾ ਵੀ ਜੇ ਜ਼ਿਆਦਾ ਲਿਟਰੇਸੀ ਰੇਟ ਹੈਗਾ ਤਾਂ ਉਹ ਕੰਟਰੀ ਜਿਹੜਾ ਹੈਗਾ ਉਹਨੂੰ ਆਪਾਂ ਕੀ ਕਹਿੰਦੇ ਆ, ਪੜ੍ਹਿਆ ਲਿਖਿਆ ਕੰਟਰੀ ਕਹਿੰਦੇ ਆ, ਡਿਵੈਲਪਡ ਕੰਟਰੀ ਕਹਿੰਦੇ ਆ, ਉਹਨੂੰ ਆਪਾਂ ਕਿਹਾ ਜਾਂਦਾ ਹੈ। ਪਰ ਜੇ ਲਿਟਰੇਸੀ ਰੇਟ ਘੱਟ ਹੈਗਾ ਤਾਂ ਆਪਾਂ ਇਹ ਕਹਾਂਗੇ ਕਿ ਨਹੀਂ ਜੀ ਇਹ ਕੰਟਰੀ ਜਿਹੜਾ ਹੈਗਾ ਉਹ ਪੜ੍ਹਿਆ ਲਿਖਿਆ ਨਹੀਂ ਹੈਗਾ। ਹੁਣ ਲਿਟਰੇਸੀ ਰੇਟ ਦੀ ਡੈਫੀਨੇਸ਼ਨ ਕੀ ਹੁੰਦੀ ਹੈ, ਲਿਟਰੇਸੀ ਰੇਟ ਦਾ ਮਤਲਬ ਇਹ ਹੁੰਦਾ ਉਹ ਬੰਦਾ ਜੋ ਪੜ੍ਹ ਲਿਖ ਸਕਦਾ ਹੈਗਾ ਉਹਨੂੰ ਆਪਾਂ ਲਿਟਰੇਟ ਕਹਿੰਦੇ, ਠੀਕ ਹੈ। ਸਿੰਪਲ ਸ਼ਬਦਾਂ ਦੇ ਵਿੱਚ ਜੋ ਬੰਦਾ ਪੜ੍ਹ ਤੇ ਲਿਖ ਸਕਦਾ ਹੈ ਉਹਨੂੰ ਆਪਾਂ ਲਿਟਰੇਟ ਕਹਿੰਦੇ। ਹੁਣ ਇਹ ਕਿਵੇਂ ਕੈਲਕੂਲੇਟ ਕੀਤਾ ਜਾਂਦਾ, ਮੈਂ ਬੇਸਿਕ ਤੁਹਾਨੂੰ ਆਈਡੀਆ ਦੇ ਦਿੰਦੀ ਹਾਂ ਤਾਂ ਕਿ ਤੁਹਾਨੂੰ ਪਤਾ ਲੱਗ ਜਾਏ। ਜੇ ਆਪਾਂ ਕਹੀਏ ਇਹਦੇ ਵਿੱਚ ਲਿਟਰੇਸੀ ਰੇਟ ਕੀ ਹੈਗਾ, ਹੁਣ ਤੁਸੀਂ ਮੈਨੂੰ ਦੱਸਿਆ ਇਹ ਹਮੇਸ਼ਾ ਆਪਾਂ ਕੈਲਕੂਲੇਟ ਕਿਹਦੇ ਵਿੱਚ ਕਰਦੇ ਆ, ਪਰਸੈਂਟੇਜ ਦੇ ਵਿੱਚ ਕੈਲਕੂਲੇਟ ਕੀਤਾ ਜਾਂਦਾ। ਇਹਦੇ ਵਿੱਚ ਇਹ ਦੱਸਿਆ ਜਾਂਦਾ ਉੱਤੇ ਆਪਾਂ ਇਹ ਲੈਂਦੇ ਆ ਕਿ ਜਿਹੜੇ ਲੋਕ ਜਿਹੜੇ ਨੇ ਰੀਡ ਐਂਡ ਰਾਈਟ ਕਰ ਸਕਦੇ ਨੇ, ਇੱਕ ਪਰਟੀਕੂਲਰ ਏਜ ਗਰੁੱਪ ਰਹਿ ਲੈਂਦੇ, ਠੀਕ ਹੈ। ਮੰਨ ਲਓ 10 ਤੋਂ ਲੈ ਕੇ 20 ਸਾਲ ਦਾ ਏਜ ਗਰੁੱਪ ਲੈ ਲਿਆ। ਇੰਨੇ ਸਾਲ ਦੇ ਜਿਹੜੇ ਲੋਕ ਨੇ ਜਿਹੜੇ ਪੜ੍ਹ ਲਿਖ ਸਕਦੇ ਨੇ, ਡਿਵਾਈਡ ਕਰਦੇ ਨੇ ਟੋਟਲ ਜਿਹੜੀ ਪੋਪੂਲੇਸ਼ਨ ਹੈਗੀ ਆ ਇਸ ਏਜ ਗਰੁੱਪ ਦੇ ਵਿੱਚ, 10 ਤੋਂ 20 ਸਾਲ ਦੀ ਜਿਹੜੀ ਏਜ ਗਰੁੱਪ ਦੇ ਵਿੱਚ ਜਿਹੜੀ ਪੋਪੂਲੇਸ਼ਨ ਹੈ ਉਹਦੇ ਨਾਲ ਆਪਾਂ ਕੰਪੇਅਰ ਕਰਦੇ ਆ ਤੇ ਫਿਰ ਮਲਟੀਪਲਾਈ ਕਰ ਦੋ 100 ਦੇ ਨਾਲ, ਉਹ ਹੋ ਜਾਂਦਾ ਸਾਡੇ ਕੋਲ ਲਿਟਰੇਸੀ ਰੇਟ। ਗੱਲ ਸਮਝ ਆ ਗਈ। ਹੁਣ ਕੈਲਕੂਲੇਸ਼ਨ ਕਿਵੇਂ ਕਰੀਦਾ ਮੈਂ ਤੁਹਾਨੂੰ ਦੱਸਦਾ। ਪਹਿਲਾਂ ਇਹ ਇੰਡੀਕੇਟਰਸ ਤਿੰਨੋਂ ਮਾਰਕ ਕਰ ਲੈਂਦੇ ਆ, ਫਿਰ ਇਹਨਾਂ ਨੂੰ ਰੈਂਕ ਦਿੰਦੇ ਆ 0 ਤੋਂ ਲੈ ਕੇ 100 ਦੇ ਵਿੱਚ। ਉਸ ਤੋਂ ਬਾਅਦ ਅਰਥਮੈਟਿਕ ਮੀਨ ਕੱਢਦੇ ਆ ਆਪਾਂ। ਕੀ ਕਰਦੇ ਆ, ਰੈਂਕ ਪਹਿਲੇ ਦਾ ਲੈ ਲਓ, ਲਾਈਫ ਐਕਸਪੈਕਟੈਂਸੀ ਇੰਡੈਕਸ ਦਾ, ਇਨਫੈਂਟ ਮੋਰਟੈਲਿਟੀ ਇੰਡੀਕੇਟਰ ਦਾ ਤੇ BLI ਦਾ ਮਤਲਬ ਬੇਸਿਕ ਲਿਟਰੇਸੀ ਰੇਟ। 3 ਹੈਗੇ ਨੇ, 3 ਦੇ ਨਾਲ ਡਿਵਾਈਡ ਕਰ ਦੋ, ਤੁਹਾਡੇ ਕੋਲ ਫਿਜ਼ੀਕਲ ਕੁਆਲਿਟੀ ਆਫ ਲਾਈਫ ਇੰਡੈਕਸ ਆ ਜਾਏਗਾ। ਠੀਕ ਹੈ ਜੀ, ਕਲੀਅਰ ਹੋ ਗਿਆ। ਹੁਣ ਇਹ ਕੀ ਹੈਗੇ ਨੇ, ਫੁੱਲ ਫਾਰਮਸ ਇੱਥੇ ਦਿੱਤੀਆਂ ਹੋਈਆਂ। ਹੁਣ ਇਹ ਨੋਟ ਕਰਨਾ ਜ਼ਰੂਰੀ ਹੈਗਾ ਕਿ ਲੋਕਾਂ ਦੇ ਵੈਲਫੇਅਰ ਦੇ ਲਈ ਇਹਦਾ ਨੰਬਰ ਹੋਣਾ ਵਧੀਆ ਬਹੁਤ ਇੰਪੋਰਟੈਂਟ ਹੈ। ਜੇ ਇਹਦੀ ਹਾਇਰ ਵੈਲਿਊ ਹੈ ਇਹਦਾ ਮਤਲਬ ਵੈਲਫੇਅਰ ਹੋ ਰਿਹਾ ਲੋਕਾਂ ਦਾ, ਲੋਕ ਸਹੀ ਰਸਤੇ ਤੇ ਜਾ ਰਹੇ, ਦੇਸ਼ ਸਹੀ ਰਸਤੇ ਤੇ ਕੰਮ ਕਰ ਰਿਹਾ। ਪਰ ਜੇ ਇਹਦਾ ਇੰਡੀਕੇਟਰ ਘੱਟ ਹੈਗਾ, ਠੀਕ ਹੈ, ਘੱਟ ਹੈਗਾ PQLI, ਇਹਦਾ ਮਤਲਬ ਜਿਹੜਾ ਦੇਸ਼ ਹੈਗਾ ਉਹ ਵੀ ਥੱਲੇ ਨੂੰ ਜਾ ਰਿਹਾ, ਡਿਵੈਲਪ ਨਹੀਂ ਹੋ ਰਿਹਾ, ਉਹ ਇਹਦਾ ਮਤਲਬ ਹੈਗਾ।
ਦੂਜਾ ਜਿਹੜਾ ਇੰਡੀਕੇਟਰ ਹੈਗਾ ਮਾਡਰਨ ਦੇ ਵਿੱਚ ਉਹ ਹੈਗਾ ਹਿਊਮਨ ਡਿਵੈਲਪਮੈਂਟ ਇੰਡੈਕਸ, ਜਿਹਨੂੰ ਆਪਾਂ ਕਹਿੰਦੇ ਆ HDI। ਇਹ ਇੱਕ ਹੋਰ ਤਰੀਕਾ ਹੈ ਜਿਹਨੂੰ ਆਪਾਂ ਇਕਨੋਮਿਕ ਡਿਵੈਲਪਮੈਂਟ, ਜਿਹਦੇ ਨਾਲ ਆਪਾਂ ਇਕਨੋਮਿਕ ਡਿਵੈਲਪਮੈਂਟ ਮੇਜਰ ਕਰਦੇ ਹਾਂ। ਹੁਣ ਇਹ ਮੇਜਰ ਇੰਪਰੂਵਮੈਂਟ ਜਿਹੜੀ ਹੈਗੀ ਹੈ ਇਹਦੇ ਵਿੱਚ ਲਿੱਤੀ ਗਈ ਹੈ। ਕਿਉਂ ਲਿੱਤੀ ਗਈ ਹੈ? ਧਿਆਨ ਦੇ ਵਿੱਚ ਦਿੱਤਾ ਗਿਆ ਹੈ ਕਿ ਇਹ ਜਿਹੜਾ ਇੰਡੀਕੇਟਰ ਹੈ ਸਿਰਫ ਪੈਸੇ ਪੱਖੋਂ ਡਿਵੈਲਪਮੈਂਟ ਨਹੀਂ ਦੇਖਦਾ, ਸਗੋਂ ਨॉन ਇਕਨੋਮਿਕ ਮੇਜਰਸ ਨੂੰ ਵੀ ਧਿਆਨ ਵਿੱਚ ਰੱਖਦਾ ਹੈ। ठीक है, इकनॉमिक बेस्ड मेजर्स ਨੂੰ ਵੀ, नॉन इकनॉमिक बेस्ड मेजर्स ਨੂੰ ਵੀ। ਹੁਣ ਇਹ ਜਿਹੜਾ ਮੇਜਰ ਹੈਗਾ ਹਿਊਮਨ ਡਿਵੈਲਪਮੈਂਟ ਇੰਡੈਕਸ ਜਿਹੜਾ ਹੈ ਇਹਨੂੰ ਕਿਹਨੇ ਤਿਆਰ ਕੀਤਾ ਸੀ ਇਕਨੋਮਿਕ ਡਿਵੈਲਪਮੈਂਟ ਮੇਜਰ ਕਰਨ ਦੇ ਲਈ? UNDP ਕਹਿੰਦੇ, ਯੂਨਾਈਟਿਡ ਨੇਸ਼ਨ ਡਿਵੈਲਪਮੈਂਟ ਪ੍ਰੋਗਰਾਮ ਨੇ ਕੀਤਾ ਸੀ 1990 ਦੇ ਵਿੱਚ। ਇਹਦਾ ਜਿਹੜਾ ਸਕੇਲ ਹੈਗਾ ਜਿਵੇਂ ਇਹਦਾ ਸੀਗਾ 0 ਤੋਂ ਲੈ ਕੇ 100 ਤੱਕ ਆਪਾਂ ਨਾਪਦੇ ਹਾਂ, ਇਹਦਾ ਜਿਹੜਾ ਸਕੇਲ HDI ਦਾ ਉਹ ਹੈਗਾ 0 ਤੋਂ ਲੈ ਕੇ 1 ਦੇ ਵਿਚਕਾਰ। 0 मतलब बहुत गंदा, जे 0 रैंक है किसी कंट्री का मतलब गंदा, ठीक है, ते 1 रैंक जिहड़ा हैगा इट शोज स्टार परफॉर्मेंस भी वो कंट्री बहुत वधिया कर रही है। हुण इहदे विच किहड़ियां गल्लां ध्यान रखते ने? ओही गल जो मैं तुहानूं पहलां दस्सी है, लॉन्गेविटी ऑफ लाइफ एक्सपैक्टेंसी इंडेक्स। लाइफ एक्सपैक्टेंसी भी किन्ने साल जद जन्म लै लैंदे ने, किन्ने साल तक बंदा जींदा उहनूं लाइफ एक्सपैक्टेंसी कहा जाता है। ਇਹ ਦਾ ਰਿਲੇਸ਼ਨ ਪੋਜ਼ਿਟਿਵ ਹੈ ਹਿਊਮਨ ਡਿਵੈਲਪਮੈਂਟ ਇੰਡੈਕਸ ਦੇ ਨਾਲ। ਜੇ ਲਾਈਫ ਐਕਸਪੈਕਟੈਂਸੀ ਇੰਡੈਕਸ ਜਿਹੜਾ ਉਹ ਵਧੀਆ ਆ ਰਿਹਾ, ਮਤਲਬ ਵਧੀਆ ਇਕਨੋਮਿਕ ਡਿਵੈਲਪਮੈਂਟ ਹੋ ਰਹੀ ਹੈ। ਜੇ ਇਹ ਸਾਲ ਲੰਬੇ ਹੈ ਨਹੀਂ ਤਾਂ ਫਿਰ ਤਾਂ ਦੇਸ਼ ਕਿੱਥੇ ਹੀ ਜਾ ਰਿਹਾ। ਉਸ ਤੋਂ ਬਾਅਦ ਆ ਜਾਂਦਾ ਜੀ ਐਜੂਕੇਸ਼ਨ ਅਟੇਨਮੈਂਟ ਇੰਡੈਕਸ। ਕਿੰਨੀ ਐਜੂਕੇਸ਼ਨ ਅਟੇਨ ਕੀਤੀ ਹੈ, ਇਹਨੂੰ ਉਹਨਾਂ ਨੇ 2 ਪਾਰਟਸ ਦੇ ਵਿੱਚ ਹੋਰ ਡਿਵਾਈਡ ਕੀਤਾ। 2 ਹੀ ਪੈਰਾਮੀਟਰ ਨੇ, ਪਿਛਲੇ ਵਾਲੇ ਵਿੱਚ 3 ਸੀਗੇ। ਐਜੂਕੇਸ਼ਨ ਅਟੇਨਮੈਂਟ ਇੰਡੈਕਸ ਮਤਲਬ ਲੋਕਾਂ ਦਾ ਸਟੇਟਸ ਕੀ ਐਜੂਕੇਸ਼ਨ ਨੂੰ ਲੈ ਕੇ। उन्हें पॉजिटिव रिलेशनशिप रखता है। जो ज्यादा लोग पढ़े लिखे ने दा मतलब ह्यूमन डिवेलपमेंट इंडेक्स वधिया, मतलब देश सही रस्ते ते जा रहे हैं। जे घट है मतलब इंप्रूवमेंट की लोड़ हैगी। ਇਹਦੇ ਵਿੱਚ 2 ਚੀਜ਼ਾਂ ਨੇ, एडल्ट लिटरेसी रेट। एडल्ट ਦਾ मतलब ਇਹ ਹੈਗਾ ਵੀ ਕਿੰਨੇ ਲਿਟਰੇਟ ਲੋਕ ਨੇ, ਪੜ੍ਹੇ ਲਿਖੇ ਲੋਕ ਨੇ ਆਫ ਦੀ ਏਜ 15 ਐਂਡ ਅਬਵ, 15 ਤੇ ਅਬਵ ਤੋਂ ਕਿੰਨੇ ਪੜ੍ਹੇ ਲਿਖੇ ਲੋਕ ਹੈਗੇ ਨੇ। ਲਿਟਰੇਸੀ ਦਾ मतलब ਕੀ ਹੁੰਦਾ? ਜੋ ਸਮਝ ਸਕਦਾ ਹੈ, ਪੜ੍ਹ ਸਕਦਾ ਹੈ, ਲਿਖ ਸਕਦਾ ਹੈ। ਤਾਂ ਉਹ ਬੰਦਾ जो अपना नाम लिख सकता है सिग्नेचर दे विच बट पढ़ लिख नहीं सकता सिंपल सेंटेंसेस नूं, ओनू आपां लिटरेट नहीं कहते। एडल्ट लिटरेसी रेट उवें ही कढांगे जिवें आ लिटरेसी रेट तुहानूं दसदा सी, ਉਹ एज ग्रुप 15 एंड अबव ਦਾ ਹੈਗਾ। सेम यही तरीका हैगा कढन दा। ते दूजा हैगा जी ग्रॉस एनरोलमेंट रेशो। एनरोलमेंट रेशो की हुंदी है भी किन्ने टोटल बच्चे ने जो स्टूडेंट्स ने वो एनरोल होए हुए ने, दाखिल होए ने डिफरेंट स्कूल्स दे लेवल्स दे विच। कोई एक हुंदा प्राइमरी, ठीक है, फिर आ जांदा सैकेंडरी, फिर आ जांदा टर्शरी लेवल। बच्चों की किन्नी पॉपुलेशन प्राइमरी लेवल स्कूल दे विच हैगी है, फिर सैकेंडरी 10वीं तक आ गया, फिर टर्शरी अगे डिग्री डुगरी करन दे विच। प्राइमरी एजुकेशन 5वीं तक, ठीक है, फिर उस तो बाद सैकेंडरी एजुकेशन 10वीं तक। सैकेंडरी एजुकेशन कितने बच्चे एनरोल हुए ने, पढ़ रहे ने। टर्शरी एजुकेशन मतलब कॉलेज या डिग्री लेवल तक, वो आपां देखते ने। ते इनू कैलकुलेट करन दे लई, ये सारा कैलकुलेट करन दे लई ग्रॉस एनरोलमेंट रेशो जिहड़ी हैगी आ वाली ग्रॉस एनरोलमेंट रेशो, नंबर ऑफ स्टूडेंट जिहड़े एनरोल्ड ने तिन्ने लेवल ते वो कैलकुलेट किए जाते हैं। ग्रॉस मतलब तिन्ने लेवल ते कैलकुलेट करते हैं, उन्होंने ऐड करते हैं, डिवाइड करते हैं टोटल चाइल्ड पॉपुलेशन के नाल उस कंट्री की। हाँ देखो ਇਹਦਾ फार्मूला की है भी नंबर ऑफ स्टूडेंट्स एनरोल्ड एट ईच लेवल ऑफ एजुकेशन। ईच केड़ा आ गया? प्राइमरी 5वीं तक, सैकेंडरी 10वीं तक, टर्शरी कॉलेज लेवल तक। किन्ने टोटल बच्चे एनरोल होए हुए ने, दाखला होया होया, डिवाइडेड बाय टोटल बच्चों की पॉपुलेशन किन्नी, उन्होंने 100 दे नाल मल्टीप्लाई कर दो, ग्रॉस एनरोलमेंट रेशो आ जाती है। जिवें कि मान लो टोटल नंबर ऑफ स्टूडेंट्स जिहड़े हरेक लेवल ते हैगे ने कंट्री दे विच वो 20 करोड़ ने हरेक, ठीक है, टोटल पॉपुलेशन 40 करोड़ है, तो ग्रॉस एनरोलमेंट कितना हो गया? इट इज नंबर ऑफ स्टूडेंट्स जिन्हें टोटल एनरोल ने 20 बटा 40 मल्टीप्लाइड बाय 100, 50%। तो ਇਹਦਾ ਇੱਕ ਪੋਜ਼ਿਟਿਵ ਰਿਲੇਸ਼ਨਸ਼ਿਪ ਹੈ HDI ਦੇ ਨਾਲ। ਜੇ ਗ੍ਰੋਸ ਐਨਰੋਲਮੈਂਟ ਰੇਸ਼ੋ ਵਧੀਆ ਹੈ, HDI ਵੀ ਵਧੀਆ ਹੈ, ਹਾਈਅਰ ਹੈ ਤਾਂ ਹਾਈਅਰ ਹੈ, ਕੰਟਰੀ ਤਰੱਕੀ ਕਰ ਰਹੀ। ਇਹਦਾ ਇੱਕ ਹੋਰ ਪਾਰਟ ਹੈ ਜਿਹਨੂੰ ਆਪਾਂ ਕਹਿੰਦੇ ਆ C ਪਾਰਟ, ਰੀਅਲ ਪਰ ਕੈਪੀਟਾ ਇਨਕਮ। ਇਹਦਾ ਮਤਲਬ ਇਹ ਹੈਗਾ ਵੀ ਜਿਹੜੇ ਗੁੱਡਸ ਤੇ ਸਰਵਿਸਿਜ਼ ਲੋਕ ਖਰੀਦਦੇ ਨੇ, ਪਰਚੇਜ਼ ਕਰਦੇ ਨੇ ਵਿਦ देयर मनी या इनकम ਦੇ ਨਾਲ। क्यों यूज किया रियल पर कैपिटा GDP क्यों यूज किया? पर बंदे दी इनकम। बिकॉज देखो जो स्टैंडर्ड ऑफ लिविंग है एक बंदे का वो डिपेंड नहीं करता कि कितनी इनकम है, बट वो डिपेंड ये ते भी करता है कि किन्ने अमाउंट दे, किन्ने रुपए दे गुड्स दे सर्विसेज
his money income ਉਹ purchase ਕਰ ਸਕਦਾ, ਯਾਨੀ ਕਿੰਨਾ ਖਰਚਾ ਕਰ ਸਕਦਾ, purchase ਕਰ ਸਕਦਾ, ਉਹਦੇ ਤੇ ਵੀ ਡਿਪੈਂਡ ਕਰਦਾ ਹੈ। ਜਿਵੇਂ ਮੰਨ ਲਓ ਇੱਕ ਬੰਦੇ ਦੀ ਇਨਕਮ 100 ਰੁਪਏ, ਠੀਕ ਹੈ, ਉਹਦੇ ਕੋਲ, ਪਰ ਜਿਹੜੀ ਪ੍ਰਾਈਸ ਹੈਗੀ ਹੈ ਕਿਸੇ ਵੀ ਚੀਜ਼ ਦੀ, ਕੋਈ ਵੀ ਸਮਾਨ ਲੈਣਾ ਉਹ 5 ਰੁਪਏ, ਤਾਂ ਆਪਾਂ ਕੀ ਕਹਾਂਗੇ ਕਿ ਉਹਦੀ ਪਰਚੇਸਿੰਗ ਪਾਵਰ ਜਾਂ ਅਸਲ ਇਨਕਮ ਕਿੰਨੀ ਹੈਗੀ ਆ 20, ਇਹੀ ਕਹਾਂਗੇ ਨਾ। ਤਾਂ ਉਹ ਕੀ ਹੋ ਜਾਏਗਾ, जो वो खरीद सकता है रीयल इनकम परचेजिंग पावर वो 20 आ जाएगी। इनू भी छड़ दो एग्जाम्पल, होर एग्जाम्पल दिंदी हां। मान लो रियल पर कैपिटा जीडीपी जिहड़ी है देश की आपां कैलकुलेट करते हैं, ਉਹਦੇ ਲਈ ਆਪਾਂ ਨੂੰ ਕੀ ਕਰਨਾ ਪਏਗਾ, ਰੀਅਲ ਗ੍ਰੋਸ ਡੋਮੈਸਟਿਕ ਪ੍ਰੋਡਕਟ ਪਹਿਲਾਂ ਸਾਨੂੰ ਕੈਲਕੂਲੇਟ, ਜੀਡੀਪੀ ਕੈਲਕੂਲੇਟ ਕਰਨੀ ਪਏਗੀ ਦੇਸ਼ ਦੀ, ਉਹਨੂੰ ਡਿਵਾਈਡ ਕਰ ਦੋ ਟੋਟਲ ਪੋਪੂਲੇਸ਼ਨ ਦੇ ਨਾਲ, ਹਰ ਬੰਦੇ ਦੀ ਇਨਕਮ ਆ ਜਾਏਗੀ ਜਾਂ ਨਹੀਂ ਆਏਗੀ। ਰੀਅਲ पर कैपिटा करन दे लई रियल जीडीपी लैनी पेगी, ये गल याद रखियो, सिंपल जी गल है। अगे हैगा भी एचडीआई किवें कैलकुलेट करदे, जिहड़ा सेकंड पॉइंट आपां पढ़ रहे सी जिहदे 3 पॉइंट्स ने इंडिकेटर्स ऑफ एचडीआई, आ 3 पढ़े ने ना, ए बी ते ओदे नाल आ गया साडे कोल सी, जिहदे विच आपां रियल पर कैपिटा जीडीपी रखदे आ। ये तिन्नां नूं आपां रैंक करांगे 0 to 1 दे विच, ठीक है। ओदे बाद ओदा सिंपल एवरेज ले लांगे। HDI ह्यूमन डिवेलपमेंट इंडेक्स, LEI की हो गया लाइफ एक्सपेक्टेंसी इंडिकेटर, 0 to 1 ਦੇ ਵਿੱਚ ਪਹਿਲਾਂ ਇਹਨਾਂ ਨੂੰ ਨਾਪਣਾ ਹੈ। ਫਿਰ EAI ਹੋ ਗਿਆ एजुकेशन अटेनमेंट इंडेक्स, RPC GDP ਉਹ ਕੀ ਹੋ ਗਈ ਸਾਡੇ ਕੋਲ ਰੀਅਲ ਪਰ ਕੈਪੀਟਾ ਗ੍ਰੋਸ ਡੋਮੈਸਟਿਕ ਪ੍ਰੋਡਕਟ। ਮੰਨ ਲਓ ਐਗਜ਼ਾਮਪਲ ਦੇ ਤੌਰ ਤੇ ਇਹ ਫਿਗਰ ਦਿੱਤਾ ਹੋਇਆ 0 ਦੇ 1 ਦੇ ਵਿੱਚ ਹੈਗਾ ਸਾਰਾ, ਪੁਆਇੰਟਸ ਦੇ ਵਿੱਚ ਦਿੱਤਾ ਹੋਇਆ, ਤਿੰਨਾਂ ਨੂੰ ਐਡ ਕਰ ਦੋ, 3 ਦੇ ਨਾਲ ਡਿਵਾਈਡ ਕਰ ਦੋ, ਸਾਡੇ ਕੋਲ HDI ਆ ਜਾਏਗਾ। ये नोट करना बहुत ज़्यादा जरूरी है भी, जे ज़्यादा HDI की वैल्यू हैगी, मैं तुहानू दस्सिया 0 तो 1 दे विच, जे ज़्यादा वैल्यू है तो वधिया है, लोगों लिए काम करो। ये जिहड़ा हैगा ये 0 के नेड़े तेड़े तो खराब है। इंडिया का रैंक जिहड़ा हैगा 2021 दे विच HDI दे विच 132 सी, सारे वर्ल्ड के देशों के नाल जे कंपेयर किया जाए ये सी। ਹੁਣ ਕੰਪੈਰੀਟਿਵ ਸਟੱਡੀ ਕਰਦੇ ਆ ਵੀ ਡਿਵੈਲਪਮੈਂਟਲ ਐਕਸਪੀਰੀਐਂਸਿਸ ਕੇਰਲਾ, ਪੰਜਾਬ ਤੇ ਬਿਹਾਰ ਦੇ। ਸਾਨੂੰ ਪਤਾ ਇੰਡੀਆ ਇੱਕ ਭਿੰਨ ਪ੍ਰਕਾਰ ਦੇ ਲੋਕਾਂ ਦੀ, ਸਟੇਟਸ ਦੀ, ਰਾਜਿਆਂ ਦੀ ਕੰਟਰੀ ਹੈਗੀ ਆ, ਡਾਇਵਰਸਿਟੀ ਮਿਲਦੀ ਹੈ, ਅਲੱਗ-ਅਲੱਗ ਕਿਸਮ ਦੀਆਂ ਚੀਜ਼ਾਂ ਮਿਲਦੀਆਂ, ਇਕਨੋਮਿਕ ਬੇਸਿਸ ਅਲੱਗ-ਅਲੱਗ ਨੇ, ਸੁਸਾਇਟੀ, ਸਮਾਜ, ਪੋਲੀਟੀਕਲ ਚੀਜ਼ਾਂ, ਰਿਲੀਜੀਅਸ ਚੀਜ਼ਾਂ, ਹਰੇਕ ਟਾਈਪ ਤੋਂ ਇੰਡੀਆ ਵੱਖ ਡਾਇਵਰਸ ਕੰਟਰੀ ਹੈ। ਤੇ ਇਹਦੇ ਵਿੱਚ ਆਪਾਂ ਇਹ ਕਹਿ ਸਕਦੇ ਹਾਂ ਵੀ ਆਪਾਂ ਜੇ ਕੰਪੇਅਰ ਕਰੀਏ, ਆ ਦੇਖੋ ਕੇਰਲਾ, पंजाब ते बिहार दा, तां इत्थे जिहड़ा कंपैरिजन दिता होया पर कैपिटा इनकम केरला दे विच इन्नी है, सब तो ज़्यादा पॉपुलेशन बिलो पावर्टी लाइन, एक ही हो गया गरीबी रेखा तो थले, बिलो पावर्टी लाइन वो भी घट है, सब तो ज़्यादा पंजाब दे विच दूजे नंबर, बिहार दे विच ज़्यादा लोग ने पावर्टी लाइन तो थले। सैक्स रेशो केरला की बहुत वधिया है, इनफैंट मोर्टैलिटी रेट भी सब तो, मतलब केरला वधिया कर रहा है, एजुकेशन ते फोकस कर रहा है। क्यों हो रहा है, क्योंकि जिहड़ा केरला दा स्टेट हैगा आ सारे पैरामीटर्स बेस्ट ने, क्योंकि वो सब तो ज़्यादा हैल्थ केयर एजुकेशन ते फोकस कर रहे हैं या नहीं। तो आप ये कह सकते हैं आप जब कंपेयर किया डिवेलपमेंटल लैवल तिन्ने स्टेट्स का, जो दो बेसिस ते आपां कीता, ये जिहड़ा ये इनकम बेस हो गया, ठीक है। इनकम कितनी है, बिलो पावर्टी लाइन कितने ने, ये नॉन इनकम बेस्ड हो गया, जिहदे विच आपां सैक्स रेशो देख रहे हैं, इनफैंट मोर्टैलिटी रेट, मैटरनल मोर्टैलिटी रेट, कितनियां मावां मर रही ने, ठीक है, लिटरेसी रेट देख रहे हैं, ये सारा नॉन इनकम दे विच आ गया, ठीक है। इनकम इंडिकेटर्स की हो गए, पर कैपिटा इनकम, बिलो पावर्टी लाइन पॉपुलेशन, ये दो हो गए। पर कैपिटा इनकम तुहानू पता एक बंदे दी कितनी एवरेज इनकम अवेलेबिलिटी कितनी है, किवें कड्ढीदा है, नैशनल इनकम नू टोटल पॉपुलेशन दे नाल डिवाइड कर दो, पर कैपिटा इनकम आ जाती है। कहने का मतलब ये है इत्थे बेस्ट की है पर कैपिटा इनकम आप देखिया केरला की दिखाई दे रही है, फिर पंजाब की, फिर बिहार की, वो बिल्कुल ही पिछे है। उवें ही बिलो पावर्टी लाइन की गल की जाए, पार्ट वो वाला पॉपुलेशन का जो बेसिक नसैसिटी नहीं पूरी कर पा रहा, जरूरत नहीं पूरी कर पा रहा, गरीबी रेखा तो थले रह जा रहे। हुण इहदे विच भी तुसीं देखिया जिहड़ा केरला हैगा वो सब तो घट लोग हैगे ने जिहड़े बिलो पावर्टी लाइन दे विच रह रहे ने। इंडिया दे विच पावर्टी लाइन जिहड़ी हैगी आ वो मंथली पर कैपिटा इनकम कंजम्पशन ते एक्सपेंडिचर दे बेसिस ते कीती जांदी है। 2011 दा जद सेंसस होया तां तुहानूं पता है 21.9% जिहड़ी पॉपुलेशन है पूरे इंडिया दे विच वो बिलो पावर्टी लाइन सी। केरला दा बहुत ही घट है, पंजाब दा भी घट है, पर आपां ये कहांगे बिलो पावर्टी लाइन पॉपुलेशन ऑफ केरला एंड पंजाब जी घट है एज कंपेयर टू बिहार, बिहार की ज्यादा है। फिर उवें ही इत्थे डिस्कशन की हुई है नॉन इनकम बेस्ड पैरामीटर्स, इन्हां बारे
ਸੈਕਸ ਰੇਸ਼ੋ ਬਾਰੇ ਇਹ ਤੁਸੀਂ ਦੇਖ ਲਿਆ। ਸਾਰਿਆਂ ਵਿੱਚੋਂ ਸਭ ਤੋਂ ਜ਼ਿਆਦਾ ਵਧੀਆ ਜਿਹੜੀ ਸੈਕਸ ਰੇਸ਼ੋ ਹੈ ਫੀਮੇਲ ਜ਼ਿਆਦਾ ਨੇ ਕੇਰਲਾ ਦੇ ਵਿੱਚ, ਪੰਜਾਬ ਦੇ ਵਿੱਚ ਥੋੜੀਆਂ ਘੱਟ ਨੇ, ਬਿਹਾਰ ਦੇ ਵਿੱਚ ਫੇਰ ਵੱਧ ਨੇ। ਨੰਬਰ ਅਲੱਗ-ਅਲੱਗ ਹੈਗਾ ਜਾਂ ਨਹੀਂ ਹੈਗਾ ਉਹੀ ਇੱਥੇ ਐਕਸਪਲੇਨ ਕੀਤਾ ਗਿਆ। ਮੈਟਰਨਲ ਮੋਰਟੈਲਿਟੀ ਰੇਟ, ਲਿਟਰੇਸੀ ਰੇਟ ਬਾਰੇ ਵੀ ਦੱਸਿਆ ਹੋਇਆ ਕਿ ਇਹਦਾ ਬੈਟਰ ਹੈ ਕਿ ਇਹਦਾ ਘੱਟ ਹੈਗਾ, ਤੇ ਆਪਾਂ ਇਹ ਕਹਿ ਸਕਦੇ ਹਾਂ ਵੀ ਕੇਰਲਾ ਰਿਲੇਟਿਵਲੀ ਡਿਵੈਲਪਡ ਹੈਗਾ ਬਾਕੀ ਸਟੇਟਸ ਤੋਂ। ਪੰਜਾਬ ਵਿਚਕਾਰ ਆ ਜਾਂਦਾ ਡਿਵੈਲਪਮੈਂਟ ਦੇ, ਠੀਕ ਹੈ, ਇਹਨੂੰ ਆਪਾਂ ਕਹਿ ਸਕਦੇ ਕਿਉਂਕਿ ਇਹ ਵਿਚਕਾਰ ਆ ਜਾਂਦਾ। ਜੇ ਤੁਸੀਂ ਪੈਰਾਮੀਟਰ ਸਟੱਡੀ ਕਰੋਗੇ ਡਿਵੈਲਪਿੰਗ ਸਟੇਟ ਕਿਹਾ ਜਾ ਸਕਦਾ ਹੈ। ਕੇਰਲਾ ਵਧੀਆ ਕਰ ਰਿਹਾ, ਉਹ ਡਿਵੈਲਪ ਹੋ ਗਿਆ, ਤੇ ਬਿਹਾਰ ਅਜੇ ਕਾਫੀ ਪਿੱਛੇ ਹੈ ਇੰਡੀਕੇਟਰਸ ਦੇ ਵਿੱਚ, ਤੇ ਇਸੇ ਕਰਕੇ ਆਪਾਂ ਇਹ ਕਹਿ ਸਕਦੇ ਹਾਂ ਵੀ ਇਹ ਅੰਡਰ ਡਿਵੈਲਪ ਕੈਟਾਗਰੀ ਦੇ ਵਿੱਚ ਜਾਂ ਪਿੱਛੇ ਅਜੇ ਚੱਲ ਰਿਹਾ, ਠੀਕ ਹੈ, ਐਜ਼ ਕੰਪੇਅਰ ਟੂ ਕੇਰਲਾ ਤੇ ਪੰਜਾਬ। ਤੇ ਅਸੀਂ ਅੱਜ ਦੀ ਕਲਾਸ 'ਚ ਤੁਹਾਨੂੰ ਵੀਡੀਓ ਸਮਝ ਆ ਗਈ ਹੈ, ਪੈਰਾਮੀਟਰ ਸਮਝ ਆ ਗਏ, ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ। ਮੈਂ ਹੋਰ ਵੀਡੀਓਜ਼ ਲੈ ਕੇ ਆਵਾਂਗੀ, ਚੈਪਟਰ ਸਮਝਾਵਾਂਗੀ। ਆਪਾਂ ਫੇਰ ਮਿਲਾਂਗੇ। ਟਿਲ ਦੈਨ ਟੇਕ ਕੇਅਰ, ਬਾਏ ਬਾਏ।